ਚੱਕਦੇ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਕੁਲਵੀਰ ਥਿੰਦ ਵੱਲੋਂ ਭਖਤ ਦੀਆਂ ਖਬਰਾਂ ਦੇ ਅੱਜ ਦੇ ਇਸ ਸੈਗਮੈਂਟ ਵਿੱਚ ਬਹੁਤ-ਬਹੁਤ ਸਵਾਗਤ ਹੈ। ਮੇਰੇ ਨਾਲ ਜੁੜੇ ਹੋਏ ਨੇ ਜੀ ਮੋਹਾਲੀ ਤੋਂ ਸ਼ਬਦੀਸ਼ ਜੀ ਤੇ ਕੈਲਗਰੀ ਤੋਂ ਅਜੀਤ ਜੀ। ਸਵਾਗਤ ਹੈ ਜੀ ਤੁਹਾਡਾ ਭਖਤ ਦੀਆਂ ਖਬਰਾਂ ਵਿੱਚ। ਥੈਂਕ ਯੂ ਜੀ, ਸਤਿ ਸ਼੍ਰੀ ਅਕਾਲ। ਨਾਲ ਹੀ ਚੰਡੀਗੜ੍ਹ ਤੋਂ ਪ੍ਰਭਮੀਤ ਜੀ ਤੇ ਸੀਪੀ ਸਿੰਘ ਜੀ ਵੀ ਮੇਰੇ ਨਾਲ ਭਖਤ ਦੀਆਂ ਖਬਰਾਂ ਵਿੱਚ ਜੁੜ ਚੁੱਕੇ ਨੇ ਜੀ। ਤੁਹਾਡਾ ਵੀ ਸਵਾਗਤ ਹੈ ਜੀ। ਥੈਂਕ ਯੂ ਜੀ। ਅੱਜ ਜਿਹੜੀ ਅਸੀਂ ਪਹਿਲੀ ਗੱਲਬਾਤ ਕਰਨ ਜਾ ਰਹੇ ਹਾਂ, ਗੱਲਬਾਤ ਅਸੀਂ ਇੰਡੀਆ ਤੋਂ ਕਰਾਂਗੇ ਜੀ। RSS ਦੇ ਨਾਲ ਸੰਬੰਧਿਤ ਗੱਲਬਾਤ ਹੈ। ਕੇਰਲਾ ਦੀ ਘਟਨਾ, ਕੇਰਲਾ ਦੇ ਵਿੱਚ ਕੇਰਲਾ ਦੇ CM ਜੋ ਕਿ CPIM ਦੇ ਨੇ, ਮਿਸਟਰ ਵਿਜੇਨ, ਉਹਨਾਂ ਦੇ ਸਿਰ ਦੀ ਕੀਮਤ ਜਿਹੜੀ ਹੈਗੀ ਆ RSS ਦੇ ਇੱਕ ਐਕਟੀਵਿਸਟ ਵੱਲੋਂ ਜਿਹੜੀ ਹੈਗੀ ਆ ਉਹ ਕਰੋੜ ਕੀਮਤ ਲਾਈ ਗਈ ਹੈ ਅਤੇ ਕਿਹਾ ਗਿਆ ਕਿ ਜਿਹੜਾ ਉਹਨਾਂ ਦਾ ਸਿਰ ਵੱਢ ਕੇ ਲਾਏਗਾ ਉਹਨੂੰ 1 ਕਰੋੜ ਦੇਵਾਂਗਾ ਅਤੇ ਨਾਲ ਹੀ ਜਿਹੜੀ ਮੇਰੀ ਜ਼ਮੀਨ ਜਾਇਦਾਦ, ਮੇਰਾ ਘਰ ਆ, ਉਹ ਵੀ ਮੈਂ ਉਸ ਜਿਹੜਾ ਕਤਲ ਕਰਨ ਵਾਲੇ ਦੇ ਨਾਮ ਲਾਵਾਂਗਾ। ਮਾਮਲਾ ਜਿਹੜਾ ਹੈ ਇਹ ਆਪਾਂ ਦੇਖ ਸਕਦੇ ਹਾਂ ਕਿ CPIM ਅਤੇ RSS ਜਿਹੜੀ ਕਿ BJP ਦੀ ਆਪਾਂ ਕਹਿ ਸਕਦੇ ਹਾਂ ਕਿ ਰਾਈਟ ਵਿੰਗ ਆ, ਉਹਨਾਂ ਵਿੱਚ ਜਿਹੜੀ ਖਿੱਚੋਤਾਣ ਹੈ ਇਹ ਕਾਫੀ ਸਾਲਾਂ ਤੋਂ ਹੈ ਕੇਰਲਾ ਦੇ ਵਿੱਚ। ਪਰ 2016 ਦੇ ਵਿੱਚ ਜਦੋਂ ਤੋਂ CPIM ਪਾਵਰ ਦੇ ਵਿੱਚ ਆਈ ਆ ਔਰ ਮਿਸਟਰ ਵਿਜੇਨ ਜਿਹੜੇ ਹੈਗੇ ਨੇ ਉਹ ਚੀਫ ਮਿਨਿਸਟਰ ਬਣੇ ਆ, ਉਸ ਤੋਂ ਬਾਅਦ ਜਿਹੜੇ ਹਾਲਾਤ ਹੈਗੇ ਨੇ ਕਾਫੀ ਖਰਾਬ ਨੇ। RSS ਦੇ ਜੇ ਆਪਾਂ RSS ਦੇ ਅੰਕੜਿਆਂ ਦੀ ਗੱਲ ਕਰੀਏ ਤਾਂ RSS ਵੱਲੋਂ ਇਹ ਗੱਲ ਕਹੀ ਜਾ ਰਹੀ ਕਿ ਕੇਰਲਾ ਦੇ ਵਿੱਚ ਉਹਨਾਂ ਦੇ ਹੁਣ ਤੱਕ 300 ਦੇ ਕਰੀਬ ਜਿਹੜੇ ਵਰਕਰ ਹੈਗੇ ਆ ਉਹਨਾਂ ਦਾ ਕਤਲ ਜਿਹੜਾ ਹੈ ਉਹ ਕਰ ਦਿੱਤਾ ਗਿਆ ਔਰ ਉਹ ਸਾਰੇ ਕਤਲਸ ਦਾ ਜ਼ਿੰਮਾ CPIM ਦੇ ਲੋਕਾਂ ਦੇ ਉੱਪਰ ਪਾਉਂਦੇ ਆ। ਉਹ ਕਹਿੰਦੇ ਕਿ ਉਹਨਾਂ ਵੱਲੋਂ ਜਿਹੜਾ ਹਿੰਦੂਆਂ ਦਾ ਆ ਉਹ ਕਤਲ ਕੀਤਾ ਜਾ ਰਿਹਾ। ਇਸ ਤੋਂ ਪਹਿਲਾਂ ਨਾਲ ਹੀ ਕੱਲ੍ਹ ਇੱਕ RSS ਦੇ ਆਫਿਸ ਦੇ ਉੱਪਰ ਜਿਹੜਾ ਬੰਬ ਜਿਹੜਾ ਹੈ, ਪੈਟਰੋਲ ਬੰਬ ਜਿਹੜਾ ਹੈ ਉਹ ਸੁੱਟਿਆ ਗਿਆ, ਜਿਹਦੇ ਵਿੱਚ 3 ਜਿਹੜੇ RSS ਦੇ ਵਰਕਰ ਜਿਹੜੇ ਹੋਰ ਜ਼ਖਮੀ ਹੋ ਗਏ। ਜੇ ਆਪਾਂ ਜਨਵਰੀ ਦੀ ਗੱਲ ਕਰੀਏ, ਜਨਵਰੀ ਦੇ ਵਿੱਚ ਵੀ RSS ਦੇ ਇੱਕ ਆਫਿਸ ਦੇ ਉੱਪਰ ਬੰਬ ਸੁੱਟਿਆ ਗਿਆ ਸੀਗਾ ਅਤੇ RSS ਦੇ ਮੇਰਾ ਖਿਆਲ ਹੈ 1 ਜਾਂ 2 ਵਰਕਰਸ ਨੂੰ ਕੁੱਟ-ਕੁੱਟ ਕੇ ਮਾਰ ਵੀ ਦਿੱਤਾ ਗਿਆ ਸੀ। ਔਰ ਇਹ ਘਟਨਾਵਾਂ ਲਗਾਤਾਰ ਕੇਰਲਾ ਦੇ ਵਿੱਚ ਹੋ ਰਹੀਆਂ। ਕੇਰਲਾ ਇੱਕ ਮੇਰਾ ਖਿਆਲ ਹੈ ਇੱਕੋ ਇੱਕ ਇਹ ਸਟੇਟ ਆ ਜਿਹਦੇ ਵਿੱਚ RSS ਦੇ ਲੋਕਾਂ ਨੂੰ ਲਗਾਤਾਰ ਕਤਲ ਕੀਤਾ ਜਾ ਰਿਹਾ ਕਾਫੀ ਲੰਬੇ ਸਮੇਂ ਤੋਂ। ਕਮਿਊਨਿਸਟ ਪਾਰਟੀ ਜਿਹੜੀ ਹੈਗੀ ਆ ਇਸ ਵੇਲੇ CPIM ਜਿਹੜੀ ਇਸ ਵੇਲੇ ਪਾਵਰ 'ਚ ਆ, ਉਹ ਵੀ ਜਿਹੜੀ ਹੈਗੀ ਆ ਮੰਨਦੀ ਤਾਂ ਨਹੀਂ ਆ ਕਿ ਉਹਦੇ ਲੋਕਾਂ ਵੱਲੋਂ ਇਹ ਕੰਮ ਕੀਤਾ ਜਾ ਰਿਹਾ, ਪਰ ਉਹ RSS ਦੇ ਕਾਫੀ ਖਿਲਾਫ ਹੈ। RSS ਨੂੰ ਉਹ ਦੇਸ਼ ਵਿਰੋਧੀ ਕਹਿੰਦੀ ਆ। RSS ਦੀਆਂ ਗਤੀਵਿਧੀਆਂ ਨੂੰ ਉਹ ਲੋਕ ਦੇਸ਼ ਨੂੰ ਵੰਡਣ ਵਾਲੀਆਂ ਗਤੀਵਿਧੀਆਂ ਕਹਿੰਦੇ ਨੇ। ਇਸ ਕਰਕੇ ਜਿਹੜਾ ਉਹਨਾਂ ਦਾ ਟਕਰਾਅ ਹੈ ਉਹ ਅਕਸਰ ਦੇਖਣ ਦੇ ਵਿੱਚ ਆਉਂਦਾ। ਗੱਲਬਾਤ ਅੱਜ ਅਸੀਂ ਇਹ ਕਰਾਂਗੇ ਕਿ RSS ਦੇ ਵੱਲੋਂ ਬੇਸ਼ੱਕ ਦੋਨਾਂ ਪਾਰਟੀਆਂ ਦੇ ਵਿੱਚ ਪੋਲੀਟੀਕਲ ਤੌਰ ਦੇ ਉੱਪਰ ਜਿਹੜੀ ਰਾਈਵਰੀ ਹੈਗੀ ਆ, ਦੋਨਾਂ ਇੱਕ ਦੂਸਰੇ ਦਾ ਵਿਰੋਧ ਕਰਦੀਆਂ ਜਾਂ ਉਹਨਾਂ ਦੇ ਵਿੱਚ ਜਿਹੜੇ ਉਹਨਾਂ ਦੇ ਗਰਮ ਦਲ ਹੈਗੇ ਨੇ, ਲੋਕ ਹੈਗੇ ਨੇ, ਇੱਕ ਦੂਸਰੇ ਨੂੰ ਮਾਰ ਵੀ ਰਹੇ ਨੇ ਉੱਥੇ, ਪਰ ਸ਼ਰੇਆਮ ਇੱਕ ਸਭਾ ਦੇ ਵਿੱਚ 1 ਕਰੋੜ ਦਾ ਐਲਾਨ ਕਰ ਦੇਣਾ ਇੱਕ ਸਟੇਟ ਦੇ CM ਦਾ ਸਿਰ ਲਿਆਉਣ ਵਾਲੇ ਬੰਦੇ ਵਾਸਤੇ। ਉਹਦੇ ਬਾਰੇ ਸਭ ਤੋਂ ਪਹਿਲਾਂ ਗੱਲਬਾਤ ਜਿਹੜੀ ਹੈ ਮੈਂ ਅਜੀਤ ਜੀ ਤੋਂ ਸ਼ੁਰੂ ਕਰੂੰਗਾ। ਅਜੀਤ ਜੀ, ਕਿੱਦਾਂ ਦੇਖਦੇ ਹੋ ਤੁਸੀਂ RSS ਨੂੰ? ਅਗਰ CPIM ਦੀ ਗੱਲ ਕਰੀਏ, ਉਹਨਾਂ ਦੇ ਕੇਰਲਾ ਦੇ ਮੁੱਖ ਮੰਤਰੀ ਦੀ ਗੱਲ ਕਰੀਏ, ਉਹ ਤੇ RSS ਨੂੰ ਇੱਕ ਟੈਰਰਿਸਟ ਵਿੰਗ ਹੀ ਕਹਿੰਦੇ ਆ। ਇਸ ਤਰ੍ਹਾਂ ਥਿੰਦ ਸਾਹਿਬ ਕਿ ਜਿਹੜਾ ਇੱਕ RSS ਪ੍ਰਮੁੱਖ ਉਜੈਨ ਦੇ ਜਿਹੜਾ ਹੈਗਾ ਡਾਕਟਰ ਚੰਦਰਾਵਤ, ਜਿਹੜਾ ਉਹਨਾਂ ਨੇ ਐਲਾਨ ਕੀਤਾ ਕਿ ਮੈਂ 1 ਕਰੋੜ ਰੁਪਈਆ ਦਊਂਗਾ ਜਿਹੜਾ ਉੱਥੇ ਕੇਰਲਾ ਦੇ ਮੁੱਖ ਮੰਤਰੀ ਦਾ ਸਿਰ ਵੱਢ ਲਿਆਊਗਾ ਜੀ। ਇਸ ਤੋਂ ਤਾਂ ਘਿਨਾਉਣੀ ਔਰ ਸ਼ਰਮਨਾਕ ਗੱਲ ਕੋਈ ਹੋ ਨਹੀਂ ਸਕਦੀ ਹੈਗੀ ਕਿ ਇੱਕ ਜ਼ਿੰਮੇਵਾਰ ਅਹੁਦੇ ਤੇ ਬੈਠਾ ਬੰਦਾ ਔਰ ਉਸ ਸੰਸਥਾ ਦਾ ਬੰਦਾ ਜਿਹੜੀ ਸਾਰੇ ਹਿੰਦੁਸਤਾਨ ਦੇ ਵਿੱਚ ਸ਼ਾਖਾਵਾਂ ਨੇ, ਉਹਨਾਂ ਦੇ ਪੈਰੋਕਾਰ ਨੇ, ਇਹ ਤਾਂ ਬਹੁਤ ਹੀ ਸ਼ਰਮਨਾਕ ਗੱਲ ਹੈ। ਜਿੰਨੀ ਨਿੰਦਿਆ ਕੀਤੀ ਜਾਵੇ ਥੋੜੀ ਹੈ। ਔਰ ਜੇ ਇਹੋ ਜਿਹੇ ਬਿਆਨ ਤੋਂ ਬਾਅਦ ਕੋਈ ਧਾਰਾ ਲਾ ਕੇ ਕੇਸ ਦਰਜ ਹੋਣਾ ਬਣਦਾ ਹੈ ਤਾਂ ਮੇਰਾ ਖਿਆਲ ਹੈ ਉਹ ਵੀ ਕੀਤਾ ਜਾਣਾ ਚਾਹੀਦਾ ਹੈ। ਭਾਵੇਂ ਮੱਧ ਪ੍ਰਦੇਸ਼ 'ਚ BJP ਦੀ ਸਰਕਾਰ ਹੈ, ਪਰ ਈਵਨ ਦੈਨ ਮੇਰਾ ਖਿਆਲ ਹੈ ਜੇ ਉਹਨਾਂ ਨੂੰ ਇਹ ਪਾਰਟੀਜ਼ਨਸ਼ਿਪ ਨਹੀਂ ਦਿਖਾਉਣੀ ਚਾਹੀਦੀ, ਉਹਨਾਂ ਨੂੰ ਇਹੋ ਜਿਹਾ ਐਲਾਨ ਕਰਨ ਵਾਲੇ ਬੰਦੇ ਨੂੰ ਇੱਕਦਮ ਜਿਹੜਾ ਹੈਗਾ ਉਹ ਸਲਾਖਾਂ ਦੇ ਪਿੱਛੇ ਕਰਨਾ ਚਾਹੀਦਾ। ਪਰ ਇਹਦੇ ਨਾਲ ਨਾਲ ਇੱਕ ਚੀਜ਼ ਹੋਰ ਵੀ ਨੋਟ ਕਰਨ ਵਾਲੀ ਹੈ ਕਿ ਕੇਰਲਾ ਵਿੱਚ ਹੀ ਕਿਉਂ ਹੋ ਰਿਹਾ,
ਇਹ ਸਾਰਾ ਕੁਝ ਹੈ ਕੇਰਲਾ ਬਾਰੇ ਹੀ ਕਿਉਂ ਕਿਹਾ ਜਾ ਰਿਹਾ ਹੈ? ਆਰਐਸਐਸ ਤਾਂ ਸਾਰੇ ਹਿੰਦੁਸਤਾਨ ਦੇ ਵਿੱਚ ਹੈ ਜੀ। ਸੋ ਤੁਸੀਂ ਇਸ ਚੀਜ਼ ਨੂੰ ਬਿਲਕੁਲ ਇਸ ਤਰ੍ਹਾਂ ਨਹੀਂ ਵੇਖ ਸਕਦੇ ਹੈਗੇ ਕਿ ਇਕੱਲੇ ਆਰਐਸਐਸ ਦਾ ਕਸੂਰ ਹੈ, ਉਸ ਬੰਦੇ ਦਾ ਪਰਸਨਲ ਕਸੂਰ ਹੈਗਾ ਹੈ। ਸਿਆਸੀ ਵਿਰੋਧ ਤਾਂ ਆਪਣੇ ਥਾਂ ਤੇ ਹੈ, ਜੇ ਕੋਈ ਹਿੰਸਕ ਕਾਰਵਾਈਆਂ ਹੁੰਦੀਆਂ ਨੇ ਉਹਨੂੰ ਘਟਾਉਣਾ ਕਿਵੇਂ ਹੈ, ਇਹ ਜ਼ਿੰਮੇਵਾਰ ਉਹਦੇ ਤੇ ਬੈਠੇ ਬੰਦੇ ਦਾ ਕੰਮ ਹੋਣਾ ਚਾਹੀਦਾ ਤੇ ਕਿਸੇ ਦੇ ਸਿਰ ਲਿਆਉਣ ਦੇ ਐਲਾਨ ਨਹੀਂ ਕਰਨੇ ਚਾਹੀਦੇ। ਪਰ ਉਹਦੇ ਬਾਵਜੂਦ ਇਹ ਵੀ ਦੇਖਣ ਵਾਲੀ ਗੱਲ ਹੈ ਕਿ ਕੇਰਲਾ ਵਿੱਚ ਹੀ ਇਸ ਤਰ੍ਹਾਂ ਆਪਸ 'ਚ ਇੰਨੀ ਜਿਹੜੀ ਹਿੰਸਕ ਜਿਹੜੀਆਂ ਝੜਪਾਂ ਹੋਣੀਆਂ ਜਾਂ ਉੱਥੇ ਇਸ ਤਰ੍ਹਾਂ ਦੋਵਾਂ ਪਾਸਿਆਂ ਦੇ ਕਤਲ ਹੋ ਰਹੇ ਨੇ, ਇਹ ਵੀ ਨਹੀਂ ਹੈਗਾ ਕਿ ਇੱਕ ਪਾਸੇ ਦੇ ਹੋ ਰਹੇ ਨੇ। ਪਰ ਵੱਖਰੀ ਗੱਲ ਇਹ ਹੈ ਕਿ ਆਰਐਸਐਸ ਸਾਰੇ ਹਿੰਦੁਸਤਾਨ ਦੇ ਵਿੱਚ ਹੈ, ਸੀਪੀਆਈਐਮ ਉੱਥੇ ਕੇਰਲਾ 'ਚ ਰਾਜ ਕਰਦੀ ਹੈ, ਔਰ ਇਸੇ ਤਰ੍ਹਾਂ ਹੀ ਜੋ ਸੀਪੀਆਈਐਮ ਨੇ ਬੰਗਾਲ 'ਚ ਰਾਜ ਕੀਤਾ ਸੀ ਉੱਥੇ ਵੀ ਬੰਬ ਬੰਦੂਕ ਦਾ ਜਿਹੜਾ ਕਲਚਰ ਡਿਵੈਲਪ ਹੋ ਗਿਆ ਸੀ। ਸੋ ਇਹ ਦੋਵੇਂ ਪੱਖ ਜਿਹੜੇ ਹੈਗੇ ਘਿਨਾਉਣੇ ਨੇ ਔਰ ਵਿਚਾਰਨ ਵਾਲੇ ਦੋਵੇਂ ਪੱਖ ਨੇ, ਪਰ ਉਹਦੇ ਬਾਵਜੂਦ ਵੀ ਇਹ ਜਿਹੜਾ ਹੈਗਾ ਉਹਨਾਂ ਦਾ ਉਜੈਨ ਦਾ ਆਰਐਸਐਸ ਪ੍ਰਮੁੱਖ ਉਹਦਾ ਜਿਹੜਾ ਬਿਆਨ ਹੈ ਉਹ ਵਾਕਿਆ ਹੀ ਇੱਕ ਸ਼ਰਮਨਾਕ ਤੇ ਇੱਕ ਕ੍ਰਿਮੀਨਲ ਬਿਆਨ ਹੈ ਜੀ। ਜੇ ਆਪਾਂ ਉਹਨਾਂ ਦੇ ਬਿਆਨ ਨੂੰ ਥੋੜਾ ਹੋਰ ਅੱਗੇ ਜਾ ਕੇ ਦੇਖੀਏ ਤੇ ਉਹਨਾਂ ਨੇ ਹੋਰ ਕੀ ਗੱਲ ਕੀਤੀ ਹੈ। ਉਹਨਾਂ ਨੇ ਸਿਰਫ 1 ਕਰੋੜ ਜਿਹੜਾ ਹੈ ਕੇਰਲਾ ਦੇ ਸੀਐਮ ਦੇ ਸਿਰ ਵਾਸਤੇ ਹੀ ਨਹੀਂ ਕਿਹਾ, ਉਹਨਾਂ ਨੇ ਇਹ ਵੀ ਗੱਲ ਕੀਤੀ ਹੈ ਕਿ ਗੁਜਰਾਤ ਦੇ ਦੰਗਿਆਂ ਦਾ ਵੀ ਜ਼ਿਕਰ ਕੀਤਾ ਉਸੇ ਭਾਸ਼ਣ ਦੇ ਵਿੱਚ। ਉਹਨਾਂ ਨੇ ਕਿਹਾ ਕਿ ਉਹਨਾਂ ਨੇ 56 ਸਾਡੇ ਜਿਹੜੇ ਹੈਗੇ ਆ ਵਰਕਰਸ ਨੂੰ ਮਾਰਿਆ ਸੀ ਤੇ ਅਸੀਂ ਉਹਦੇ ਬਦਲੇ 2000 ਜਿਹੜੇ ਮੁਸਲਮਾਨ ਸੀ ਉਹਨਾਂ ਨੂੰ ਕਤਲ ਕੀਤਾ ਸੀ। ਨਾਲ ਹੀ ਉਹਨਾਂ ਨੇ ਕਿ 300 ਆਰਐਸਐਸ ਦੇ ਵਰਕਰ ਨੂੰ ਮਾਰ ਕੇ ਕਮਿਊਨਿਸਟ ਜਿਹੜੇ ਹੈਗੇ ਨੇ ਉਹ ਬਚ ਨਹੀਂ ਸਕਦੇ। ਅਸੀਂ 3 ਲੱਖ ਲੋਕਾਂ ਦੇ ਸਿਰ ਜਿਹੜੇ ਹੈਗੇ ਭਾਰਤ ਮਾਤਾ ਦੀ ਝੋਲੀ ਦੇ ਵਿੱਚ ਹਾਰ ਬਣਾ ਕੇ ਪਾਵਾਂਗੇ, ਭਾਰਤ ਮਾਤਾ ਦੇ ਗਲੇ ਦੇ ਵਿੱਚ। ਇਹ ਵੀ ਇੱਕ ਉਹਨਾਂ ਦਾ ਬਿਆਨ ਹੈ ਜੀ। ਅਗਲੀ ਗੱਲਬਾਤ ਸੀਪੀ ਜੀ ਕਿੱਦਾਂ ਦੇਖਦੇ ਹੋ ਤੁਸੀਂ ਆਰਐਸਐਸ ਦੇ ਇਸ ਬਿਆਨ ਨੂੰ? ਕੁਲਬੀਰ ਜੀ ਦੇਖੋ, ਬਿਆਨ ਕਿਸ ਤਰ੍ਹਾਂ ਦੇਖਣ ਦੀ ਗੱਲ ਜਦੋਂ ਤੱਕ ਆਉਂਦੀ ਹੈ ਉੱਥੇ ਇਹ ਚੀਜ਼ ਸਾਨੂੰ ਸੋਚਣੀ ਚਾਹੀਦੀ ਹੈ ਕਿ ਜੇ ਇਦਾਂ ਦੇ ਬਿਆਨਾਤ ਅਸੀਂ ਕਿਸੇ ਆਰਗੇਨਾਈਜੇਸ਼ਨ ਤੋਂ ਇੰਡੀਆ ਦੇ ਵਿੱਚ ਸੁਣਦੇ ਆ ਤਾਂ ਕਿੰਨਾ ਇਨਟੋਲਰੈਂਟ ਹੈ ਇੰਡੀਆ, ਇਹ ਸਾਨੂੰ ਇੱਥੋਂ ਚੀਜ਼ ਕਲੀਅਰ ਹੋ ਜਾਂਦੀ ਹੈ। ਕੇਰਲਾ ਦੀ ਜਿਹੜੀ ਸਿਚੁਏਸ਼ਨ ਅੱਜ ਦੀ ਅਸੀਂ ਦੇਖੀਏ ਤਾਂ ਉਹ ਬਿਲਕੁਲ ਆਊਟ ਆਫ ਕੰਟਰੋਲ ਹੈ। ਜਿਸ ਤਰ੍ਹਾਂ ਦੇ ਬਿਆਨ ਉੱਥੇ ਆ ਰਹੇ ਨੇ, ਇੱਕ ਸਿਰ ਵੱਢ ਕੇ ਦੇਣ ਦੀ ਧਮਕੀ ਦਿੱਤੀ ਜਾ ਰਹੀ ਹੈ। ਜੇ ਮੈਂ ਗਲਤ ਨਹੀਂ ਆ ਤਾਂ ਉਹਦਾ ਨਾਮ ਹੈ ਕੁੰਦਨ ਚੰਦਰਾਵਤ। ਸੋ ਇਸ ਬੰਦੇ ਨੂੰ ਤਾਂ ਸ਼ਾਇਦ ਐਡੀ ਵੱਡੀ ਧਮਕੀ ਦੇਣ ਤੋਂ ਬਾਅਦ ਉਹਨੂੰ ਜਿਹੜੇ ਸਲਾਖਾਂ ਦੇ ਪਿੱਛੇ ਸਿੱਟਣ ਦੀ ਗੱਲ ਹੋਣੀ ਚਾਹੀਦੀ ਸੀ ਔਰ ਕਾਰਵਾਈ ਵੀ ਹੋਣੀ ਚਾਹੀਦੀ ਸੀ। ਪਰ ਜਦੋਂ ਉਹਨਾਂ ਨੇ ਇੱਥੋਂ ਤੱਕ ਫੈਕਟਸ ਵੀ ਦਿੱਤੇ ਆਪਣੀ ਸਪੀਚ ਦੇ ਵਿੱਚ ਕਿ ਤੁਸੀਂ 300 ਆਰਐਸਐਸ ਵਰਕਰ ਨੂੰ ਮਾਰਿਆ ਸੀ ਕੇਰਲਾ ਦੇ ਵਿੱਚ ਤੇ ਅਸੀਂ ਹੁਣ 3 ਲੱਖ ਇਨਸ਼ੋਰ ਕਰਦੇ ਆ ਕਿ 3 ਲੱਖ ਕਮਿਊਨਿਸਟ ਦੇ ਸਿਰ ਜਿਹੜੇ ਆ ਉਹ ਵੱਢ ਕੇ ਲੈ ਕੇ ਆਵਾਂਗੇ। ਜਦੋਂ ਇਦਾਂ ਦੀ ਗੱਲਬਾਤ ਹੋਣ ਲੱਗ ਜੇ ਕਿਸੇ ਵੀ ਕੰਟਰੀ ਦੇ ਵਿੱਚ ਤਾਂ ਉਦੋਂ ਤੁਸੀਂ ਸਮਝ ਸਕਦੇ ਹੋ ਕਿ ਉਹ ਕੰਟਰੀ ਕਿੰਨਾ ਸੇਫ ਹੈ ਔਰ ਕਿੰਨਾ ਉੱਥੇ ਲਾਅ ਐਂਡ ਆਰਡਰ ਦੀ ਸਿਚੁਏਸ਼ਨ ਹੈ। ਦੇਖੋ, ਇੱਕ ਸੀਐਮ ਨੂੰ ਅਗਰ ਤੁਸੀਂ ਏਡੀ ਵੱਡੀ ਧਮਕੀ ਦੇ ਰਹੇ ਹੋ ਤਾਂ ਆਮ ਪਬਲਿਕ ਦਾ ਉੱਥੇ ਕੀ ਹਾਲ ਹੋਏਗਾ। ਛੁੱਟ-ਪੁੱਟ ਘਟਨਾਵਾਂ ਨੂੰ ਤਾਂ ਉਹ ਗੌਲਦੇ ਹੀ ਨਹੀਂ ਗਏ। ਸੋ ਇਸ ਤਰ੍ਹਾਂ ਦੀ ਜਿਹੜੀ ਬਿਆਨਬਾਜ਼ੀ ਹੋਣ ਲੱਗੀ ਹੈ, ਤੁਸੀਂ ਦੇਖੋ ਇਹ ਬਿਆਨਬਾਜ਼ੀ ਨੂੰ ਆਪਾਂ ਛੋਟਾ ਨਹੀਂ ਗਿਣ ਸਕਦੇ। ਕਿਸੇ ਇੱਕ ਸੀਐਮ ਦਾ ਸਿਰ ਵੱਢ ਕੇ ਲਿਆਉਣ ਦੀ ਧਮਕੀ ਦੇਣਾ ਔਰ ਪ੍ਰਾਪਰਟੀ ਉਸ ਬੰਦੇ ਦੇ ਨਾਮ ਦੇ ਉੱਤੇ ਕਰਨਾ ਕਿਤੇ ਨਾ ਕਿਤੇ ਮਾਹੌਲ ਨੂੰ ਖਰਾਬ ਕਰਨ ਦੀ ਸਾਜ਼ਿਸ਼ ਰਚੀ ਜਾ ਰਹੀ ਹੈ। ਔਰ ਸ਼ਾਇਦ ਜੇ ਲਾਅ ਐਂਡ ਆਰਡਰ ਪ੍ਰੋਪਰ ਤਰੀਕੇ ਨਾਲ ਨਾ ਐਕਟਿਵ ਹੋਇਆ ਤਾਂ ਇਹ ਇਦਾਂ ਦੀਆਂ ਘਟਨਾਵਾਂ ਕੇਰਲਾ ਹੀ ਨਹੀਂ ਹੋਰ ਸਟੇਟਾਂ ਦੇ ਵਿੱਚ ਵੀ ਸਾਨੂੰ ਦੇਖਣ ਨੂੰ ਮਿਲਣਗੀਆਂ ਜਿਸ ਤਰ੍ਹਾਂ ਦੀਆਂ ਧਮਕੀਆਂ ਇਹ ਸੰਗਠਨ ਜਿਹੜਾ ਦੇ ਰਿਹਾ ਜੀ। ਮੇਰੇ ਨਾਲ ਸ਼ਬਦੀਸ਼ ਜੀ ਵੀ ਜੁੜੇ ਹੋਏ ਨੇ, ਆਪਾਂ ਓਪਨਿੰਗ ਕਮੈਂਟ ਪਹਿਲਾਂ ਸ਼ਬਦੀਸ਼ ਜੀ। ਹਾਂਜੀ ਬਿਲਕੁਲ। ਦੋਨੋਂ ਧਿਰਾਂ ਨੂੰ ਤੁਸੀਂ ਕਿਸ ਤਰ੍ਹਾਂ ਲੈਂਦੇ ਹੋ, ਸੀਪੀਆਈਐਮ ਨੂੰ ਵੀ ਔਰ ਆਰਐਸਐਸ ਨੂੰ ਵੀ ਕੇਰਲਾ ਦੇ ਵਿੱਚ? ਆਰਐਸਐਸ ਦਾ ਤੇ ਜੇ ਆਪਾਂ ਓਵਰਆਲ ਰਿਕਾਰਡ ਇੰਡੀਆ ਦੇ ਵਿੱਚ ਦੇਖੀਏ ਤਾਂ ਕੋਈ ਬਹੁਤੀ ਵਧੀਆ ਜਿਹੜੀ ਗੱਲਬਾਤ ਨਹੀਂ ਉਹਨਾਂ ਤੋਂ ਸੁਣਨ ਨੂੰ ਕਦੀ ਵੀ ਮਿਲੀ। ਇਸ ਤਰ੍ਹਾਂ ਦੇ ਬਿਆਨ ਆਰਐਸਐਸ ਦੇ ਵੱਖ-ਵੱਖ ਲੀਡਰਾਂ ਵੱਲੋਂ ਜਿਹੜੇ ਹੈਗੇ ਆ ਉਹ ਜਿਹੜੀਆਂ ਉਹਨਾਂ ਦੀਆਂ ਇੰਟਰਨਲ ਮੀਟਿੰਗਸ ਹੁੰਦੀਆਂ ਉਹਨਾਂ ਦੇ ਵਿੱਚ ਡਿਸਕਸ ਵੀ ਕੀਤੇ ਜਾਂਦੇ ਆ। ਔਰ ਜਿੰਨੀਆਂ ਵੀ ਅਦਰ ਸਟੇਟਸ ਦੇ ਵਿੱਚ ਆਰਐਸਐਸ ਜਿਹੜੀ ਸਰਗਰਮ ਆ ਉਹਨਾਂ ਬਾਰੇ ਵੀ ਉਹ ਗੱਲ ਕਰਦੀ ਰਹਿੰਦੀ। ਪਰ ਇਸ ਤਰੀਕੇ ਨਾਲ ਓਪਨਲੀ ਜਿਹੜਾ ਬਿਆਨ ਦੇਣਾ ਇਹ ਪਹਿਲੀ ਵਾਰੀ ਆਇਆ। ਕੁਲਬੀਰ ਜੀ, ਜੇ ਅਸੀਂ ਗੱਲ ਕਰੀਏ ਪੱਛਮੀ ਬੰਗਾਲ ਦੀ, ਬਲਕਿ ਅਸੀਂ ਜੇ ਬੰਗਲਾਦੇਸ਼ ਨੂੰ ਵੀ ਵਿੱਚੇ ਸ਼ਾਮਲ ਕਰ ਲਈਏ ਤਾਂ ਇਹ ਬੰਗਲਾਦੇਸ਼ੀ ਜਿਹੜੇ ਬੰਗਲਾ ਭਾਸ਼ੀ ਲੋਕ ਨੇ ਉਹ ਸੁਤੰਤਰਤਾ ਅੰਦੋਲਨ ਦੇ ਦਰਮਿਆਨ ਵੀ ਕਿਸੇ ਨਾ ਕਿਸੇ ਸ਼ਕਲ ਦੇ ਵਿੱਚ ਘੱਟ ਜਾਂ ਵੱਧ ਹਿੰਸਾ ਦੇ ਵਿੱਚ ਯਕੀਨ ਰੱਖਦੇ ਰਹੇ ਨੇ। ਸੀਪੀਆਈਐਮ ਦੀ ਸਰਕਾਰ ਵੇਲੇ ਮਮਤਾ ਬੈਨਰਜੀ ਤੇ ਸੀਪੀਆਈਐਮ ਖਾਸ ਕਰਕੇ ਸੀਪੀਆਈਐਮ, ਹਾਲਾਂਕਿ ਲੈਫਟ ਦੀਆਂ 3 ਪਾਰਟੀਆਂ ਦੇ ਨਾਲ ਹੋਰ ਵੀ ਸ਼ਾਮਲ ਸਨ, ਇਹਨਾਂ ਦਰਮਿਆਨ ਇੱਕ ਹਿੰਸਾ ਚੱਲਦੀ ਰਹੀ, ਇਵਨ ਜਨਤਕ ਹਿੰਸਾ ਚੱਲਦੀ ਰਹੀ।
ਕੇਰਲਾ ਦੇ ਵਿੱਚ ਪਿਛਲੇ 10 ਸਾਲਾਂ ਤੋਂ ਇਸੇ ਤਰ੍ਹਾਂ ਦਾ ਸਿਲਸਿਲਾ ਚੱਲ ਰਿਹਾ, ਆਰਐਸਐਸ ਤੇ ਸੀਪੀਆਈਐਮ ਵਿਚਾਲੇ ਇੱਕ ਦੂਜੇ ਦੇ ਕਤਲੇਆਮ ਦਾ। ਜੇ ਤੁਸੀਂ ਆਰਐਸਐਸ ਦੇ ਮੈਗਜ਼ੀਨ ਆਰਗੇਨਾਈਜ਼ਰ ਨੂੰ ਪੜ੍ਹੋ, ਉਹਨਾਂ ਦੇ ਹਿੰਦੀ ਮੈਗਜ਼ੀਨ ਪੰਚਜਨੇ ਨੂੰ ਪੜ੍ਹੋ, ਤਾਂ ਤੁਹਾਨੂੰ ਲੱਗੇਗਾ ਕਿ ਸਾਰੇ ਦਾ ਸਾਰਾ ਕਤਲੇਆਮ ਸੀਪੀਆਈਐਮ ਵੱਲੋਂ ਮਚਾਇਆ ਜਾ ਰਿਹਾ। ਉਹ ਉਹਦੇ ਲਈ ਰੈੱਡ ਟੈਰਰ ਸ਼ਬਦ ਦਾ ਇਸਤੇਮਾਲ ਕਰਦੇ ਨੇ। ਜੇ ਤੁਸੀਂ ਸੀਪੀਆਈਐਮ ਦੇ ਵੀਕਲੀ ਅਖਬਾਰ ਪੀਪਲਜ਼ ਡੈਮੋਕ੍ਰੇਸੀ ਨੂੰ ਪੜ੍ਹੋ, ਉਹਨਾਂ ਦੇ ਹਿੰਦੀ ਅਖਬਾਰ ਲੋਕ ਲਹਿਰ ਨੂੰ ਪੜ੍ਹੋ, ਤਾਂ ਤੁਹਾਨੂੰ ਇੰਝ ਲੱਗੇਗਾ ਕਿ ਸਾਰੇ ਦਾ ਸਾਰਾ ਕੇਸਰੀ ਟੈਰਰਿਜ਼ਮ ਹੀ ਕੇਰਲਾ ਦੇ ਵਿੱਚ ਚੱਲ ਰਿਹਾ। ਇਹਦੇ ਤੋਂ ਇੱਕ ਗੱਲ ਤਾਂ ਸਪਸ਼ਟ ਹੈ ਕਿ ਦੋਨਾਂ ਪਾਸਿਆਂ ਤੋਂ ਇੱਕ ਦੂਜੇ ਦੇ ਖਿਲਾਫ ਹਿੰਸਾ ਹੋ ਰਹੀ ਹੈ। ਔਰ ਜੇ ਮੇਰੀ ਕੋਈ ਰਾਏ ਪੁੱਛੇ ਤਾਂ ਮੈਂ ਇਹ ਸਮਝਦਾ ਕਿ ਕੇਰਲ ਦੇ ਵਿੱਚ ਚੱਲਣ ਵਾਲੀ ਹਿੰਸਾ ਅਲਟੀਮੇਟਲੀ ਲੈਫਟ ਦੇ ਖਿਲਾਫ ਭੁਗਤੇਗੀ, ਕਿਉਂਕਿ ਕਿਸੇ ਵੀ ਤਰੀਕੇ ਦੇ ਨਾਲ ਜਿਸ ਕਿਸਮ ਦੀ ਹਿੰਸਾ ਜਦੋਂ ਤਣਾਅ ਆਉਂਦਾ, ਤਾਂ ਜਿਹੜਾ ਕੇਰਲਾ ਅੱਜ ਤੱਕ ਇਹ ਮੰਨਿਆ ਜਾਂਦਾ ਕਿ ਉਹ ਜਿਸ ਕੇਰਲਾ ਨੂੰ ਹੁਣ ਤੱਕ ਇਹ ਮੰਨਿਆ ਜਾਂਦਾ ਕਿ ਉਹ ਆਈਡੀਓਲੋਜੀਕਲੀ ਸਾਰਿਆਂ ਦੇ ਨਾਲੋਂ ਅੱਗੇ ਚੱਲ ਕੇ ਕੰਮ ਕਰ ਰਿਹਾ, ਜਿਸ ਕੇਰਲਾ ਬਾਰੇ ਇਹ ਮੰਨਿਆ ਜਾਂਦਾ ਕਿ ਉੱਥੇ ਆਈਡੀਓਲੋਜੀਕਲ ਫਾਈਟ ਹੁੰਦੀ ਹੈ, ਜਿਸ ਕੇਰਲਾ ਬਾਰੇ ਮੰਨਿਆ ਜਾਂਦਾ ਕਿ ਲੋਕ ਬਹੁਤ ਚੇਤਨ ਨੇ। ਕੇਰਲਾ ਦੇ ਵਿੱਚ ਮੈਂ ਤੁਹਾਨੂੰ ਇੱਕ ਗੱਲ ਜ਼ਰੂਰ ਨੋਟ ਕਰਵਾ ਦਿਆਂ ਕਿ ਜੇ ਅਸੀਂ ਦੇਸ਼ ਭਰ ਦੇ ਧਾਰਮਿਕ ਅਸਥਾਨਾਂ ਦੀ ਗਿਣਤੀ ਕਰੀਏ ਆਬਾਦੀ ਦੇ ਲਿਹਾਜ਼ ਨਾਲ, ਤੇ ਕੇਰਲਾ ਇੱਕ ਐਸਾ ਰਾਜ ਹੈ ਜਿੱਥੇ ਲਗਭਗ 950 ਬੰਦੇ ਪਿੱਛੇ ਇੱਕ ਤੁਹਾਨੂੰ ਧਾਰਮਿਕ ਸਥਾਨ ਮਿਲ ਜਾਂਦਾ, ਚਾਹੇ ਉਹ ਮੰਦਿਰ ਹੋਵੇ, ਚਾਹੇ ਉਹ ਮਸਜਿਦ ਹੋਵੇ, ਚਾਹੇ ਉਹ ਚਰਚ ਹੋਵੇ, ਚਾਹੇ ਕੋਈ ਹੋਰ ਕਿਸਮ ਦਾ ਧਾਰਮਿਕ ਸਥਾਨ ਹੋਵੇ। ਇਹਦੇ ਬਾਵਜੂਦ ਉੱਥੇ ਲੈਫਟ ਦੀ ਇੱਕ ਅੱਛੀ ਜਾਂ ਖਾਸੀ ਪਕੜ ਬਣੀ ਹੋਈ ਆ, ਔਰ ਆਜ਼ਾਦੀ ਦੇ ਅੰਦੋਲਨ ਦਰਮਿਆਨ ਜਿਹੜੀ ਪਕੜ ਬਣੀ ਸੀ ਉਹ ਕੰਟੀਨਿਊ ਕਰ ਰਹੀ ਹੈ। ਮੇਰੇ ਮੁਤਾਬਕ ਇਹ ਜਿਹੜਾ ਹਿੰਸਾ ਦਾ ਵਟਾਂਦਰਾ ਵਾ ਲੰਮੇ ਸਮੇਂ ਦੇ ਵਿੱਚ ਆਰਐਸਐਸ ਨੂੰ ਤਾਂ ਸ਼ਾਇਦ ਪੇ ਕਰ ਜਾਵੇ, ਸੀਪੀਆਈਐਮ ਤੇ ਲੈਫਟ ਦੀ ਪੂਰੀ ਆਈਡੀਓਲੋਜੀ ਨੂੰ ਕੇਰਲਾ ਦੇ ਵਿੱਚ ਨੁਕਸਾਨ ਕਰੇਗਾ। ਇਸ ਕਰਕੇ ਇਹਦੇ ਬਾਰੇ ਬਹੁਤ ਕਲੀਅਰਲੀ ਲੈਫਟ ਨੂੰ ਸਟੈਂਡ ਲੈਣਾ ਚਾਹੀਦਾ ਕਿ ਉਹ ਕੀ ਕਹਿਣਾ ਚਾਹੁੰਦੇ ਨੇ। ਜਿੱਥੋਂ ਤੱਕ ਆਈਡੀਓਲੋਜੀਕਲ ਫਾਈਟ ਦਾ ਸਵਾਲ ਹੈ, ਆਰਐਸਐਸ ਨਾਲ ਉਹ ਹਮੇਸ਼ਾ ਚੱਲਦੀ ਰਹੇਗੀ, ਪਰ ਉਹ ਹਿੰਸਾ ਤੱਕ ਨਾ ਪਹੁੰਚੇ, ਇਹਦੇ ਲਈ ਜ਼ਰੂਰ ਯਤਨ ਕਰਨੇ ਪੈਣਗੇ ਦੋਨਾਂ ਧਿਰਾਂ ਨੂੰ, ਜੇ ਉਹ ਸੱਚਮੁੱਚ ਓਨੈਸਟੀ ਨਾਲ ਦੇਸ਼ ਦੀ ਗੱਲ ਕਰਦੇ ਨੇ। ਪਰ ਜੇ ਅਸੀਂ ਗੱਲ ਕਰੀਏ ਆਰਐਸਐਸ ਦੇ ਜਿਹੜੇ ਤਾਜ਼ਾ ਬਿਆਨ ਨੇ, ਜਿਹਦੇ ਵਿੱਚ ਉਹਨਾਂ ਨੇ ਇੱਥੋਂ ਤੱਕ ਕਹਿ ਦਿੱਤਾ ਕਿ 1 ਕਰੋੜ ਰੁਪਇਆ ਦੇ ਦਿੱਤਾ ਜਾਵੇਗਾ ਜਿਹੜਾ ਕੇਰਲ ਦੇ ਮੁੱਖ ਮੰਤਰੀ ਕਮਿਊਨਿਸਟ ਮੁੱਖ ਮੰਤਰੀ ਦਾ ਸਿਰ ਲਾ ਕੇ ਲਿਆਏਗਾ। ਗੱਲ ਇੱਥੇ ਉਹਨਾਂ ਨੇ ਮੁਕਾਈ ਨਹੀਂ ਆ ਕਿ ਕਮਿਊਨਿਸਟ ਤੇ ਆਰਐਸਐਸ ਦਾ ਆਈਡੀਓਲੋਜੀਕਲ ਅਟੈਕ ਚੱਲ ਰਿਹਾ ਇੱਕ ਦੂਜੇ ਦੇ ਵਿਰੁੱਧ। ਉਹਨਾਂ ਨੇ ਇਸ ਤੋਂ ਅਗਲੀ ਗੱਲ ਨਾਲ ਇਹ ਜੋੜ ਦਿੱਤੀ ਹੈ ਕਿ ਤੁਸੀਂ ਗੋਦਰਾ ਨੂੰ ਭੁੱਲ ਗਏ ਹੋ, ਤੁਸੀਂ 56 ਮਾਰੇ ਸੀ, ਅਸੀਂ 2000 ਨੂੰ ਕਬਰਾਂ ਦੇ ਵਿੱਚ ਸਵਾ ਦਿੱਤਾ, ਔਰ ਜੇ ਤੁਸੀਂ ਸਾਡੇ 300 ਮਾਰੇ ਨੇ ਕੇਰਲ ਦੇ ਵਿੱਚ, ਤੇ ਅਸੀਂ 3 ਲੱਖ ਨਰ ਮੁੰਡਾਂ ਦੀ ਜਿਹੜੀ ਮੁੰਡ ਨੇ ਉਹ ਭਾਰਤ ਮਾਤਾ ਦੇ ਗਲੇ ਦੇ ਵਿੱਚ ਲਟਕਾ ਦਿਆਂਗੇ, ਮਤਲਬ ਉਹਨੂੰ ਸ਼ਰਧਾਂਜਲੀ ਵਜੋਂ 3 ਲੱਖ ਕਮਿਊਨਿਸਟਾਂ ਨੂੰ ਕਤਲ ਕਰਾਂਗੇ। ਇਸ ਤੋਂ ਇੱਕ ਗੱਲ ਤੇ ਬਹੁਤ ਸਪਸ਼ਟ ਹੈ ਕਿ ਜਿਸ ਤਰੀਕੇ ਦੇ ਨਾਲ ਇਹ ਗੱਲਾਂ ਚੱਲ ਰਹੀਆਂ ਨੇ, ਇਹ ਆਪਣੇ ਆਪ ਦੇ ਵਿੱਚ ਆਰਐਸਐਸ ਦੇ ਰਾਸ਼ਟਰਵਾਦ ਦਾ ਇੱਕ ਚਿਹਰਾ ਵਾ, ਔਰ ਬਿਲਕੁਲ ਫਾਸ਼ੀਵਾਦੀ ਚਿਹਰਾ ਵਾ। ਔਰ ਇਹ ਸਿਰਫ ਇਸ ਮਾਮਲੇ ਦੇ ਵਿੱਚ ਸਾਹਮਣੇ ਨਹੀਂ ਆ ਰਿਹਾ, ਕੇਰਲ ਦੇ ਮਾਮਲੇ ਦੇ ਵਿੱਚ ਹਰ ਜਗ੍ਹਾ ਦੇ ਵਿੱਚ ਸਾਹਮਣੇ ਆ ਜਾਂਦਾ। ਮਾਮਲਾ ਚਾਹੇ ਕਿਤੋਂ ਦਾ ਵੀ ਹੋਵੇ, ਚਾਹੇ ਮਾਮਲਾ ਰਾਮਜਸ ਕਾਲਜ ਦਾ ਹੋਵੇ, ਚਾਹੇ ਮਾਮਲਾ ਜੇਐਨਯੂ ਦਾ ਹੋਵੇ, ਚਾਹੇ ਮਾਮਲਾ ਕਸ਼ਮੀਰ ਦਾ ਹੋਵੇ, ਹਰ ਥਾਂ ਦੇ ਉੱਤੇ ਆਰਐਸਐਸ ਤੇ ਉਹਦੀਆਂ ਜਥੇਬੰਦੀਆਂ, ਚਾਹੇ ਏਬੀਵੀਪੀ ਹੋਵੇ, ਚਾਹੇ ਮੰਤਰੀ ਤੱਕ ਕਿਉਂ ਨਾ ਸ਼ਾਮਲ ਹੋਣ ਸਾਡੇ ਦੇਸ਼ ਦੀ ਸਰਕਾਰ ਦੇ, ਉਹ ਜਿਸ ਕਿਸਮ ਦੇ ਫਾਸ਼ੀਵਾਦੀ ਚਿਹਰੇ ਨੂੰ ਉਭਾਰਨਾ ਚਾਹੁੰਦੇ ਨੇ ਰਾਸ਼ਟਰਵਾਦ ਦੇ ਨਾਂ ਦੇ ਉੱਤੇ, ਮੇਰਾ ਖਿਆਲ ਇਹ ਬਹੁਤ ਜ਼ਿਆਦਾ ਖਤਰਨਾਕ ਹੈ ਦੇਸ਼ ਦੇ ਲਈ। ਹਿੰਸਾ ਚਾਹੇ ਕਮਿਊਨਿਸਟ ਕਰਨ ਤੇ ਚਾਹੇ ਆਰਐਸਐਸ ਵਾਲੇ ਕਰਨ, ਲੋਕਾਂ ਦੀ ਬੋਲਣ ਤੇ ਦੀ ਆਜ਼ਾਦੀ ਤੇ ਚਾਹੇ ਕੋਈ ਲੈਫਟ ਅਟੈਕ ਕਰੇ ਚਾਹੇ ਕੋਈ ਰਾਈਟ ਅਟੈਕ ਕਰੇ, ਮੇਰੇ ਮੁਤਾਬਕ ਲੋਕਤੰਤਰੀ ਦੇਸ਼ ਦੇ ਵਿੱਚ ਦੋਨਾਂ ਦਾ ਹੀ ਇਹ ਰਵੱਈਆ ਗਲਤ ਹੈ। ਜੀ ਪ੍ਰਾਮੀ ਜੀ। ਹਰਪ੍ਰੀਤ ਜੀ, ਪ੍ਰਾਮੀ ਜੀ, ਪਹਿਲੀ ਗੱਲ ਤਾਂ ਹੈ ਵੀ ਹਾਂਜੀ 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 ਆਵਾਜ਼ ਆ ਰਹੀ ਹੈ ਸਰ ਮੇਰੀ? ਤੁਸੀਂ ਓਪਨਿੰਗ ਕਮੈਂਟ ਦਿਓ ਜੀ ਆਪਣੀ ਇਸ ਗੱਲਬਾਤ। ਪਹਿਲੀ ਗੱਲ ਤਾਂ ਹੈ ਵੀ ਆਰਐਸਐਸ ਜਿਹੜੀ ਹੈ ਉਹ ਉਹਨਾਂ ਦੇ ਵੱਲੋਂ ਇਸ ਤਰ੍ਹਾਂ ਦਾ ਬਿਆਨ ਦਿੱਤੇ ਜਾਣਾ, ਜਿਹੜਾ ਉਹ ਬੀਜੇਪੀ ਦਾ ਇੱਕ ਵਿੰਗ ਹੈਗਾ, ਬੀਜੇਪੀ ਦਾ ਹੀ ਵਿੰਗ ਹੈਗਾ ਏਬੀਵੀਪੀ, ਔਰ ਆਰਐਸਐਸ ਦੇ ਜਿਹੜੇ ਇਸ ਤਰ੍ਹਾਂ ਦੇ ਬਿਆਨ ਆਉਂਦੇ ਨੇ, ਇਹ ਕਿਤੇ ਨਾ ਕਿਤੇ ਸਾਨੂੰ ਇੱਕ ਤਾਲਿਬਾਨ ਦਾ ਇੱਕ ਰਿਫਲੈਕਸ਼ਨ
ਦੀ ਝਲਕ ਪਾਉਂਦੇ ਨੇ। ਔਰ ਮੈਂ ਕਿਤੇ ਨਾ ਕਿਤੇ ਇੱਕ ਚੀਜ਼ ਇਹ ਜਾਣਨਾ ਚਾਹੁੰਦਾ ਕਿ RSS ਦਾ ਮਕਸਦ ਕੀ ਹੈ, ਉਹ ਇੰਡੀਆ ਨੂੰ ਕੀ ਬਣਾਉਣਾ ਚਾਹੁੰਦੇ, ਤਾਲਿਬਾਨ ਬਣਾਉਣਾ ਚਾਹੁੰਦੇ ਜਾਂ ਉਹ ਇਹ ਚਾਹੁੰਦੇ ਨੇ ਕਿ ਸਿਰਫ ਇੰਡੀਆ ਦੇ ਵਿੱਚ ਸਿਰਫ RSS ਹੀ ਰਾਜ ਕਰੇਗੀ, ਹੋਰ ਕੋਈ ਪਾਰਟੀ ਰਾਜ ਨਹੀਂ ਕਰੇਗੀ। RSS ਨਹੀਂ ਜੀ, ਬੜੀ ਅਨਫੋਰਚੂਨੇਟ ਗੱਲ ਹੈਗੀ ਹੈ ਕਿ ਸਾਡਾ ਹਿੰਦੂ ਰਾਜ ਕਰੇਗਾ ਇਸ ਤਰ੍ਹਾਂ ਦਾ ਕਿ ਹਾਂਜੀ ਉਹਨਾਂ ਦਾ ਜਿਹੜਾ ਬੜਾ ਕਲੀਅਰ ਏਜੰਡਾ ਹੈ ਜੀ, ਉਹ ਹਿੰਦੂਤਵਵਾਦੀ ਕੰਟਰੀ ਚਾਹੁੰਦੇ ਆ, ਉਹ ਹਿੰਦੁਸਤਾਨ ਬਣਾਉਣਾ ਚਾਹੁੰਦੇ ਆ, ਭਾਰਤ ਨਹੀਂ ਕਹਾਉਣਾ ਚਾਹੁੰਦੇ। ਉਹਦਾ ਬੜਾ ਕਲੀਅਰ ਹੈ। ਨਹੀਂ ਉਹ ਦੇਖੋ ਜੀ ਉਹਨਾਂ ਦੇ ਫੰਡੇ ਕਲੀਅਰ ਹੋਣ ਨਾਲ ਕੁਝ ਨਹੀਂ ਨਾ ਹੁੰਦਾ। ਉਹ ਕਿਉਂਕਿ ਇੱਥੇ ਇੰਡੀਆ ਦੇ ਵਿੱਚ ਡੈਮੋਕ੍ਰੇਸੀ ਹੈਗੀ, ਜੁਡੀਸ਼ਰੀ ਹੈਗੀ, ਇਹ ਸਭ ਕੁਝ ਹੈਗਾ। ਔਰ ਬੜੀ ਉਹੀ ਮੈਂ ਤੁਹਾਨੂੰ ਗੱਲ ਕਹਿਣ ਜਾ ਰਿਹਾ ਸੀ ਕਿ ਇੱਕ ਬੜੀ ਅਨਫੋਰਚੂਨੇਟ ਗੱਲ ਜਿਹੜੀ ਆ ਉਹ ਇਹ ਹੈ ਕਿ ਇੱਥੇ ਜਦੋਂ ਤੱਕ ਕੋਈ ਕੰਪਲੇਂਟੈਂਟ ਨਾ ਹੋਵੇ, ਕੋਰਟ ਆਪਣੀ ਜਾਂ ਕਾਨੂੰਨ ਆਪਣੀ ਕਾਰਵਾਈ ਨਹੀਂ ਕਰਦਾ, ਤੇ ਤੁਸੀਂ ਇੱਕ CM ਦਾ ਸਿਰ ਵੱਢ ਕੇ ਲਿਆਉਣ ਵਾਲੇ ਨੂੰ 1 ਕਰੋੜ ਦੀ ਪ੍ਰਾਪਰਟੀ ਦੇਣ ਦਾ ਐਲਾਨ ਕਰਦੇ ਹੋ, ਤਾਂ ਕਿਤੇ ਨਾ ਕਿਤੇ ਜੁਡੀਸ਼ਰੀ ਨੂੰ ਚਾਹੀਦਾ ਕਿ ਇਸ ਤਰ੍ਹਾਂ ਦੇ ਜਿਹੜਾ ਬਿਆਨ ਦੇਣ ਵਾਲਾ ਇਨਸਾਨ ਹੈਗਾ, ਜਿਹੜਾ ਲੀਡਰ ਹੈਗਾ, ਉਹਦੇ ਖਿਲਾਫ ਵੈਸੇ ਹੀ ਉਹਨਾਂ ਨੂੰ ਸੂ ਮੋਟੋ ਲੈ ਲੈਣਾ ਚਾਹੀਦਾ। ਤੇ ਕਿਤੇ ਨਾ ਕਿਤੇ ਇੱਕ RSS ਵੱਲੋਂ ਇੱਕ ਡੈਮੇਜ ਕੰਟਰੋਲ ਕਰਨ ਵਾਸਤੇ ਵੀ ਇੱਕ ਸਟੇਟਮੈਂਟ ਆਈ ਸੀ ਕਿ ਅਸੀਂ ਇਸ ਪ੍ਰਚਾਰਕ ਦੇ ਬਿਆਨ ਨਾਲ ਸਹਿਮਤ ਨਹੀਂ ਆ। ਪਰ ਇੱਥੇ ਸੋਚਣ ਵਾਲੀ ਇੱਕ ਜਿਹੜੀ ਗੱਲ ਹੈ ਕਿ ਇਹ ਅਸੀਂ ਕਿੱਧਰਲੇ ਮੁਲਕ ਵੱਲ ਜਾ ਰਹੇ ਹਾਂ, ਕਿੱਧਰਲੀ ਸਾਡੀ ਤਰੱਕੀ ਹੋ ਰਹੀ ਹੈ, ਕੀ ਅਸੀਂ ਅੱਗੇ, ਸਾਡਾ ਫਿਊਚਰ ਕੀ ਹੈ, ਸਾਡੇ ਬੱਚਿਆਂ ਦਾ ਫਿਊਚਰ ਕੀ ਹੈਗਾ। ਜੇ ਇਸ ਤਰ੍ਹਾਂ ਦੀਆਂ ਹਿੰਸਾ ਵਾਲੀਆਂ ਗੱਲਾਂ ਹੁੰਦੀਆਂ ਰਹਿਣਗੀਆਂ, ਚਾਹੇ ਉਹ CPI ਵੱਲੋਂ ਹੋਵੇ, ਚਾਹੇ ਕਿਸੇ ਹੋਰ ਪਾਰਟੀ ਵੱਲੋਂ ਹੋਵੇ, ਅਸੀਂ ਡਿਵੈਲਪਮੈਂਟ ਦੀ ਗੱਲ ਨਾ ਕਰਕੇ ਅਸੀਂ ਲੋਕਾਂ ਦੇ ਸਿਰ ਵੱਢ ਕੇ ਲਿਆਉਣ ਦੀ ਗੱਲ ਕਰ ਰਹੇ ਹਾਂ। ਅਸੀਂ ਕਿਹੜੇ ਯੁੱਗ ਦੇ ਵਿੱਚ ਰਹਿ ਰਹੇ ਹਾਂ ਤੇ ਕਿਹੜੇ ਯੁੱਗ ਦੇ ਵਿੱਚ ਜਾ ਰਹੇ ਹਾਂ। ਮੇਰੇ ਦਿਮਾਗ ਦੇ ਵਿੱਚ ਬਾਰ-ਬਾਰ ਇਹੋ ਇੱਕ ਕੁਐਸਚਨ ਜਿਹੜਾ ਸਟ੍ਰੋਕ ਕਰਦਾ ਹੈਗਾ ਕਿ RSS ਤੇ ਕੰਟਰੋਲ ਕਰਨ ਵਾਸਤੇ ਸਰਕਾਰਾਂ ਦੀ ਇੱਛਾ ਸ਼ਕਤੀ ਸਾਡੇ ਸਭ ਦੇ ਸਾਹਮਣੇ ਹੈ। ਕੀ ਜੁਡੀਸ਼ਰੀ ਇਹਦੇ ਵਿੱਚ ਕੋਈ ਸਟੈਪ ਨਹੀਂ ਲੈ ਸਕਦੀ ਇਸ ਕਿਸਮ ਦੀਆਂ ਜਿਹੜੀਆਂ ਗੱਲਾਂ ਨੂੰ ਉਹਨਾਂ ਨੂੰ ਰੋਕਣ ਵਾਸਤੇ? ਜੀ ਜੁਡੀਸ਼ਰੀ ਵੀ ਕਿਤੇ ਨਾ ਕਿਤੇ ਜਿਹੜੀ ਹੈਗੀ ਆ ਉਹ ਸਰਕਾਰਾਂ ਜਿਹੜੀਆਂ ਸਮੇਂ ਦੀਆਂ ਹੁੰਦੀਆਂ ਉਹਨਾਂ ਤੋਂ ਅਫੈਕਟਡ ਹੁੰਦੀ ਹੈ ਜੀ। ਜਦੋਂ ਸ਼ਰੇਆਮ RSS ਦੇ ਲੋਕ ਇਹ ਕਹਿੰਦੇ ਨੇ ਕਿ ਅਸੀਂ ਜਿਹੜੇ 2000 ਮਾਰੇ ਸੀ ਤੇ ਉਦੋਂ ਜਿਹੜਾ ਹੈ ਉਸ ਤੋਂ ਬਾਅਦ ਵੀ ਜਿਹੜਾ ਹੈ ਜੁਡੀਸ਼ਰੀ ਸਿਸਟਮ ਨਹੀਂ ਬੋਲਦਾ। ਜਦੋਂ ਗੋਧਰਾ ਕਾਂਡ ਨੂੰ ਉਹ ਆਪਣਾ ਜਿਹੜਾ ਹੈ ਆਪਣਾ ਮਾਣ ਦੱਸਦੇ ਆ, ਆਪਣਾ ਪ੍ਰਾਊਡ ਦੱਸਦੇ ਆ, ਉਸ ਤੋਂ ਬਾਅਦ ਵੀ ਭਾਰਤ ਦੇ ਵਿੱਚ ਉਹਦੇ ਖਿਲਾਫ ਆਵਾਜ਼ ਨਹੀਂ ਉੱਠਦੀ। ਪਰ ਇੱਕ ਕੁੜੀ ਇੱਕ ਛੋਟਾ ਜਿਹਾ ਵੀਡੀਓ ਬਣਾ ਕੇ ਪਾਉਂਦੀ ਜਿਹਦੇ ਵਿੱਚ ਉਹ ਗੱਲ ਕਰਦੀ ਆ ਕਿ ਸ਼ਾਂਤੀ ਬਣਾ ਕੇ ਰੱਖਣ ਦੀ, ਉਹਦੇ ਖਿਲਾਫ ਜਿਹੜਾ ਹੈ ਪੂਰਾ ਭਾਰਤ ਉੱਠ ਕੇ ਖੜਾ ਹੋ ਜਾਂਦਾ। ਹਿੰਦੂਤਵਵਾਦੀ ਜਿਹੜਾ ਭਾਰਤ ਹੈ, ਇਹ ਕਿਤੇ ਨਾ ਕਿਤੇ ਜਿਹੜੀ ਆਈਡੀਓਲੋਜੀ ਜਾਂ ਜਿਹੜੀ RSS ਦਾ ਜਿਹੜਾ ਮੰਤਵ ਹੈ, ਉਹ ਲੰਬੇ ਤੌਰ ਤੇ ਤਾਂ ਇਹ ਦੇਖਿਆ ਗਿਆ ਕਿ ਜਦੋਂ ਤੋਂ ਭਾਰਤ ਆਜ਼ਾਦ ਵੀ ਨਹੀਂ ਹੋਇਆ ਸੀ ਉਸ ਤੋਂ ਪਹਿਲਾਂ ਤੋਂ RSS ਜਿਹੜੀ ਹੈਗੀ ਆ ਉਹ ਹਿੰਦੂਤਵਵਾਦੀ ਭਾਰਤ ਬਣਾਉਣ ਦੀਆਂ ਜਿਹੜੀਆਂ ਕੋਸ਼ਿਸ਼ਾਂ ਕਰ ਰਹੀ ਆ, ਪਰ ਇੰਨੇ ਸਾਲਾਂ ਦੇ ਬਾਅਦ ਵੀ ਉਹ ਉਹਦੇ ਵਿੱਚ ਕਾਮਯਾਬ ਨਹੀਂ ਹੋਈ। ਬਹੁਤ ਸਾਰੇ ਜਿਹੜੇ ਕਤਲ ਹੋਏ ਨੇ, ਬਹੁਤ ਸਾਰੇ ਜਿਹੜੀਆਂ ਉੱਥੇ ਮਾਈਨੋਰਟੀਜ਼ ਹੈਗੀਆਂ ਉਹਨਾਂ ਦੇ ਉੱਪਰ ਜਿਹੜਾ ਤਸ਼ੱਦਦ ਹੁੰਦਾ ਰਿਹਾ, ਬਹੁਤ ਸਾਰਾ ਐਸਾ ਕੁਛ ਜਿਹੜਾ ਆਪਾਂ ਜੇ ਕਹੀਏ ਪਿੱਛੇ ਮੁਸਲਮਾਨਾਂ ਦੇ ਉੱਪਰ ਜਿਹੜੀਆਂ ਕਾਰਵਾਈਆਂ ਹੋਈਆਂ ਉਹ ਸਾਰੀਆਂ RSS ਤੋਂ ਹੀ ਹੋਈਆਂ। ਉਸ ਦੇ ਬਾਵਜੂਦ ਵੀ ਅਗਰ ਇਹ ਜਿਹੜਾ ਸੰਘ ਹੈ ਉਹ ਪੂਰੇ ਦਾ ਪੂਰਾ ਅਗਰ ਐਕਟਿਵ ਰਹਿੰਦਾ, ਉਹਨਾਂ ਦੀ ਜਿਹੜੀ ਸਰਕਾਰ ਹੈਗੀ, ਉਹਨਾਂ BJP ਜਿਹਨੂੰ ਜਿਹੜਾ ਆਪਾਂ ਉਹਨੂੰ ਵੱਖਰਾ ਕਰਕੇ ਨਹੀਂ ਦੇ ਸਕਦੇ, ਜੇ ਉਹ ਐਕਟਿਵ ਰਹਿੰਦੀ ਆ, ਲੋਕ ਉਹਨੂੰ ਵੋਟ ਵੀ ਪਾਉਂਦੇ ਆ, ਤਾਂ ਮੇਰਾ ਖਿਆਲ ਹੈ ਕਿ ਹਿੰਦੁਸਤਾਨਵਾਦੀ ਜਿਹੜੀਆਂ ਤਾਕਤਾਂ ਹੈਗੀਆਂ ਉਹ ਆਪਣਾ ਕਿਤੇ ਨਾ ਕਿਤੇ ਮੰਤਵ ਜਿਹੜਾ ਹੈ ਉਹ ਹੱਲ ਕਰਨ ਲਈ ਜਿਹੜੀ ਕੋਸ਼ਿਸ਼ ਕਰ ਰਹੀਆਂ ਉਹਦੇ 'ਚ ਕਾਮਯਾਬ ਵੀ ਹੋ ਰਹੀਆਂ। ਔਰ ਦੂਸਰੀ ਗੱਲ ਜੇ ਦੇਖੀਏ ਤੇ ਇਹਦਾ ਜਿਹੜਾ ਉਹਨਾਂ ਦਾ ਸ਼ਾਰਟ ਟਰਮ ਗੋਲ ਹੁੰਦਾ ਕਿਸੇ ਵੀ ਸਟੇਟ ਦੇ ਵਿੱਚ, ਉਹ RSS ਨੂੰ BJP ਵਰਤਦੀ ਆ ਆਪਣੀ ਵੋਟ ਪੋਲਰਾਈਜੇਸ਼ਨ ਵਾਸਤੇ। ਉਹ ਹਿੰਦੂਆਂ ਨੂੰ ਇਹ ਥ੍ਰੈਟ ਕਰਦੀ ਹੈ ਹਰ ਜਗ੍ਹਾ, ਚਾਹੇ ਪੰਜਾਬ ਨੂੰ ਵੀ ਲੈ ਲਓ। ਇਹ ਗੱਲ ਕਹੀ ਜਾਂਦੀ ਸੀ ਕਿ ਪੰਜਾਬ ਦੇ ਵਿੱਚ ਹਿੰਦੂਆਂ ਦੀਆਂ ਜਾਨਾਂ ਨੂੰ ਖਤਰਾ, ਉਹੀ ਕੇਰਲਾ ਦੇ ਵਿੱਚ ਕਿਹਾ ਜਾ ਰਿਹਾ ਕਿ ਕੇਰਲਾ ਦੇ ਵਿੱਚ ਹਿੰਦੂ ਜਿਹੜੇ ਉਹ ਸੁਰੱਖਿਅਤ ਨਹੀਂ ਹੈਗੇ। ਜਦੋਂ ਭਾਰਤ ਦੀ ਗੱਲ ਆਉਂਦੀ ਆ, ਉਹੀ ਭਾਰਤ ਦੇ ਵਿੱਚ RSS ਜਿਹੜੀ ਹੈਗੀ ਆ ਉਹ ਕਹਿੰਦੀ ਆ ਕਿ ਭਾਰਤ ਦੇ ਵਿੱਚ ਹਿੰਦੂ ਜਿਹੜਾ ਹੈ ਉਹ ਸੁਰੱਖਿਅਤ ਨਹੀਂ ਹੈ। ਸਭ ਤੋਂ ਜ਼ਿਆਦਾ ਪਾਪੂਲੇਸ਼ਨ ਹਿੰਦੂ ਕਮਿਊਨਿਟੀ ਦੀ ਆ ਭਾਰਤ ਦੇ ਵਿੱਚ। ਜੇ ਆਪਾਂ ਕੇਰਲਾ ਦੀ ਗੱਲ ਕਰੀਏ ਤਾਂ 55% ਹਿੰਦੂ ਹੈ, 26-27% ਮੁਸਲਮਾਨ ਹੈ ਔਰ 18-19% ਕ੍ਰਿਸਚੈਨਿਟੀ ਹੈ ਉੱਥੇ, ਔਰ ਬਾਕੀ ਧਰਮ ਬਿਲਕੁਲ ਨਾ ਮਾਤਰ ਦੇ ਬਰਾਬਰ ਹੈਗੇ ਆ। 55% ਹੋਣ ਦੇ ਬਾਵਜੂਦ ਵੀ ਜਦੋਂ ਲੋਕਾਂ ਦੇ ਵਿੱਚ ਇਹ ਡਰ ਪੈਦਾ ਕੀਤਾ ਜਾਂਦਾ RSS ਵੱਲੋਂ ਕਿ ਜਿਹੜਾ ਤੁਹਾਨੂੰ ਖਤਰਾ ਹੈ, ਤੁਹਾਡੇ ਧਰਮ ਨੂੰ ਖਤਰਾ ਹੈ, ਤੁਹਾਨੂੰ ਖਤਮ ਕਰ ਦਿੱਤਾ ਜਾਵੇਗਾ, ਤੇ ਇਹਦਾ ਸਿੱਧਾ ਮੰਤਵ ਸਾਫ਼ ਸਮਝ ਆਉਂਦਾ ਕਿ ਉਹਨਾਂ ਦਾ ਸਿਰਫ ਵੋਟ ਪੋਲਰਾਈਜੇਸ਼ਨ ਮੰਤਵ ਹੈ। ਅਜੀਤ ਜੀ, ਸਿੱਧ ਸਾਹਿਬ, ਮੇਰੇ ਖਿਆਲ ਤੁਸੀਂ ਜਿਹੜਾ ਵਿਸ਼ਲੇਸ਼ਣ ਕੀਤਾ ਹੈ, ਪਰ ਮੈਨੂੰ ਉਦਾਂ ਨਹੀਂ ਜਾਪਦਾ ਹੈਗਾ। ਹਿੰਦੁਸਤਾਨ ਦੇ ਵਿੱਚ ਨੀਂਹ ਹੀ ਇੱਕ ਕਮਿਊਨਲ ਪੋਲਿਟਿਕਸ ਦੀ ਰੱਖੀ ਗਈ ਹੈ ਔਰ ਜਾਤ ਪਾਤ ਦੀ ਪੋਲਿਟਿਕਸ ਦੀ ਰੱਖੀ ਗਈ ਹੈ।
ਸਿਰਫ ਨਾਮ ਦੇ ਨਾਂ ਹੀ ਹੈਗਾ ਧਰਮ ਨਿਰਪੱਖ ਮੁਲਕ ਹੈ। ਇਹਦੇ 'ਚ ਕਦੇ ਧਰਮ ਨਿਰਪੱਖਤਾ ਨਹੀਂ ਹੋਈ ਹੈਗੀ ਜੀ। ਹਮੇਸ਼ਾ ਜਿੰਨੀਆਂ ਇਲੈਕਸ਼ਨਾਂ ਲੜੀਆਂ ਗਈਆਂ ਨੇ ਫਰੋਮ ਦਾ ਡੇ 1 ਉਹ ਜਾਤ ਧਰਮ ਦੇ ਆਧਾਰ ਤੇ ਲੜੀਆਂ ਗਈਆਂ ਨੇ। ਇਹ ਬੀਜੇਪੀ ਤਾਂ RSS ਬੇਸ਼ੱਕ ਪੁਰਾਣੀ ਜਥੇਬੰਦੀ ਹੈ, ਬੀਜੇਪੀ ਤਾਂ ਜਿਸ ਤਰ੍ਹਾਂ ਦੀ ਬੀਜੇਪੀ ਹੁਣ ਗੱਲ ਕਰਦੇ ਹੋ, ਵਾਜਪਾਈ ਦੇ ਰਾਜ ਦੇ ਵਿੱਚ ਮੇਰਾ ਖਿਆਲ ਹੈ ਭਾਵੇਂ ਉੱਥੇ ਗੁਜਰਾਤ ਦੇ ਦੰਗੇ ਹੋਏ ਸੀ, ਪਰ ਮੇਰਾ ਖਿਆਲ ਹੈ ਵਾਜਪਾਈ ਸਾਹਿਬ ਦੇ ਉੱਤੇ ਇਲਜ਼ਾਮ ਨਹੀਂ ਸੀ ਲੱਗਿਆ ਕਿ ਉਹ ਪੱਖਪਾਤੀ ਗੱਲ ਕਰਦੇ ਨੇ। ਹੁਣ ਜ਼ਰੂਰ ਲੱਗ ਰਹੇ ਨੇ ਇਲਜ਼ਾਮ, ਔਰ ਸਪਸ਼ਟ ਵੀ ਆਉਂਦਾ ਕਿ ਪੋਲਰਾਈਜੇਸ਼ਨ ਦੀ ਰਾਜਨੀਤੀ ਹੋ ਰਹੀ ਹੈ, ਇਹਨੂੰ ਆਪਾਂ ਝੁਠਲਾ ਨਹੀਂ ਸਕਦੇ ਹੈਗੇ। ਪਰ ਇਹਦਾ ਜਿਹੜਾ ਬੇਸ ਹੈ ਉਹ ਕਿੱਥੋਂ ਬਣਿਆ? ਬੇਸ ਇਹਦਾ ਜਿਹੜਾ ਪਹਿਲਾ ਰਾਜਕਾਰਦੀ ਪਾਰਟੀ ਕਾਂਗਰਸ ਨੇ ਰੱਖਿਆ, ਉਹਨੇ ਕਾਨੂੰਨਾਂ ਦੇ ਵਿੱਚ, ਉਹ ਕਾਨੂੰਨ ਦਾ ਭਾਵ ਇਹ ਹੈ ਕਿ ਜਦੋਂ ਤੁਸੀਂ ਕਿਸੇ ਇੱਕ ਧਾਰਮਿਕ ਘੱਟ ਗਿਣਤੀ ਬਾਰੇ ਗੱਲ ਕਰਦੇ ਆ, ਤੁਸੀਂ ਉਹਦੇ ਅਨੁਸਾਰ ਕਾਨੂੰਨ ਕੇ ਸੰਵਿਧਾਨ ਨੂੰ ਬਦਲਣ ਨੂੰ ਤਿਆਰ ਹੋ ਜਾਂਦੇ ਹੋ। ਕਿਤੇ ਨਾ ਕਿਤੇ ਇਹ ਪ੍ਰਭਾਵ ਦੇਣ ਦੀ ਕੋਸ਼ਿਸ਼ ਕੀਤੀ ਗਈ ਹੈ ਕਿ ਹਾਂ ਅਸੀਂ ਜਿਹੜੀ ਮੁਸਲਮਾਨ ਘੱਟ ਗਿਣਤੀ ਹੈ ਇਹਦੇ ਰਾਖੇ ਆ, ਉਹ 'ਚ ਵੋਟ ਬੈਂਕ ਕ੍ਰੀਏਟ ਕੀਤਾ ਗਿਆ। ਇਹ ਮੈਂ ਇਹਦੀ ਤਾਇਦ ਨਹੀਂ ਕਰਦਾ ਜੇ ਇਹੋ ਜਿਹੇ ਬਿਆਨ ਆ ਰਹੇ ਆ ਜਾਂ RSS ਉੱਥੇ ਉਹਦਾ CPM ਦੇ ਨਾਲ ਇੱਕ ਤਰ੍ਹਾਂ ਦਾ ਖੂਨੀ ਖੇਡ ਖੇਡੀ ਜਾ ਰਹੀ ਹੈ, ਮੈਂ ਬਿਲਕੁਲ ਤਾਇਦ ਨਹੀਂ ਕਰਦਾ। ਪਰ ਅਸਲੀਅਤ ਨੂੰ ਝੁਠਲਾਇਆ ਵੀ ਨਹੀਂ ਜਾ ਸਕਦਾ ਹੈਗਾ ਕਿ ਜਦੋਂ ਰਾਜਨੀਤੀ ਦਾ ਬੇਸ ਧਰਮ ਜਾਤ ਦਾ ਹੋ ਗਿਆ, ਜਦੋਂ ਇਹ ਚੀਜ਼ ਸਪਸ਼ਟ ਜਿਹੜੀ ਹੈਗੀ ਬੀਜੇਪੀ ਨੂੰ ਨਜ਼ਰ ਆਉਣ ਲੱਗ ਗਈ ਹੈ ਕਿ ਪੋਲਰਾਈਜੇਸ਼ਨ ਤੋਂ ਬਿਨਾਂ ਇੱਥੇ ਨਹੀਂ ਕੀਤੀ ਜਾ ਸਕਦੀ ਰਾਜਨੀਤੀ, ਕਿਉਂਕਿ ਜਿੰਨਾ ਗੁੱਡਵਿਲ ਸੀ ਇੱਕ ਆਜ਼ਾਦੀ ਦੀ ਲੜਾਈ ਦੀ, ਉਹਨੂੰ ਇੱਕ ਤਰ੍ਹਾਂ ਐਕਸਪਲੋਇਟ ਕੀਤਾ ਗਿਆ ਕਾਂਗਰਸ ਵੱਲੋਂ। ਉਹਦੇ ਕਰਕੇ ਬਹੁਤ ਵੱਡੀ ਗਿਣਤੀ ਜਿਹੜੀ ਹਰ ਧਰਮ ਹਰ ਵਰਗ ਦੇ ਲੋਕਾਂ ਦੀ ਕਾਂਗਰਸ ਨਾਲ ਜੁੜੀ ਹੋਈ ਸੀ, ਉਹਦੀ ਲੀਗੇਸੀ ਕਰਕੇ। ਹਾਲਾਂਕਿ ਇਹਦੇ ਵਿੱਚ ਕੁਰਬਾਨੀਆਂ ਦੇਣ ਵਾਲੇ ਬਹੁਤ ਲੋਕ ਸੀ ਜਿਨ੍ਹਾਂ ਨੂੰ ਕਦੇ ਇਹ ਵੀ ਨਹੀਂ ਮੰਨਿਆ ਕਾਂਗਰਸ ਨੇ ਕਿ ਹਾਂ ਸਾਡੇ ਬੰਦੇ ਸਾਡੇ ਮੈਂਬਰ ਨੇ, ਤੇ ਉਹਨਾਂ ਨੂੰ ਰਿਕੋਗਨਾਈਜ਼ ਵੀ ਨਹੀਂ ਕੀਤਾ, ਚਾਹੇ ਚੰਦਰ ਸ਼ੇਖਰ ਆਜ਼ਾਦ ਨੂੰ ਹੀ ਹੋਣ, ਚਾਹੇ ਗਦਰੀ ਬਾਬੇ ਹੋਣ ਜਾਂ ਕੋਈ ਹੋਰ ਇਸ ਤਰ੍ਹਾਂ ਭਗਤ ਸਿੰਘ ਵਗੈਰਾ ਹੋਣ, ਕਿਸੇ ਨੂੰ ਕੋਈ ਰਿਕੋਗਨੀਸ਼ਨ ਨਹੀਂ ਦਿੱਤੀ ਹੈਗੀ। ਸਾਰੀ ਦੀ ਸਾਰੀ ਇੱਕ ਪਰਿਵਾਰ ਨੇ ਔਰ ਕਾਂਗਰਸ ਨੇ ਉਹਦੀ ਗੁੱਡਵਿਲ ਐਕਸਪਲੋਇਟ ਕਰਨ ਦੀ ਕੋਸ਼ਿਸ਼ ਕੀਤੀ ਹੈ। ਔਰ ਜੇ ਰਾਖਵਾਂ ਕਰਨ ਦੀ ਗੱਲ ਕਰੋ, ਅੱਜ ਉਹ ਵੋਟ ਬੈਂਕ ਬਣ ਚੁੱਕਿਆ ਹੈ। ਉਹ ਕੋਈ ਗਰੀਬਾਂ ਦੀ ਇੱਕ ਪੱਧਰ ਸੁਧਾਰਨ ਵਾਲੀ ਗੱਲ ਨਹੀਂ ਰਹਿ ਗਈ ਹੈਗੀ, ਉਹ ਸਿਰਫ ਵੋਟ ਬੈਂਕ ਕ੍ਰੀਏਟ ਹੋ ਚੁੱਕਿਆ ਹੈ। ਮੁਸਲਮਾਨ ਕੋਈ ਧਾਰਮਿਕ ਘੱਟ ਗਿਣਤੀ ਦੀ ਕਰਕੇ ਸਹੂਲਤਾਂ ਦੇਣ ਵਾਲੀ ਗੱਲ ਨਹੀਂ ਹੋਈ, ਅਸਲੀਅਤ ਹੈ ਕਿ ਵੋਟ ਬੈਂਕ ਕ੍ਰੀਏਟ ਕਰ ਚੁੱਕਿਆ ਹੈ। ਉਹਦਾ ਹੀ ਕਾਰਨ ਹੈ ਕਿ ਜਿਹੜੇ ਪੋਲੀਟੀਸ਼ੀਅਨ ਨੇ ਬੀਜੇਪੀ ਦੇ, ਉਹ ਵੀ ਪੋਲਰਾਈਜੇਸ਼ਨ ਕਰ ਰਹੇ ਨੇ। ਹੁਣ ਮੁਸ਼ਕਿਲ ਇਹ ਆ ਰਹੀ ਹੈ ਕਿ ਜਿਹੜੀ ਧਿਰ ਦੀ ਉਹ ਪੋਲਰਾਈਜੇਸ਼ਨ ਕਰ ਰਹੇ ਨੇ ਉਹਦੀ ਗਿਣਤੀ ਜ਼ਿਆਦਾ ਹੈ, ਔਰ ਉਹ ਗਿਣਤੀ ਜ਼ਿਆਦਾ ਕਰਕੇ ਅੱਜ ਕਾਂਗਰਸ ਔਰ ਉਹਦੇ ਨਾਲ ਜਿਹੜੇ ਉਸ ਦੇ ਨਾਲ ਜੁੜੇ ਹੋਏ ਲੋਕ ਨੇ, ਚਾਹੇ ਲੈਫਟ ਹੋਣ ਚਾਹੇ ਖੇਤਰੀ ਕਈ ਪਾਰਟੀਆਂ ਹੋਣ, ਉਹਨਾਂ ਨੂੰ ਲੱਗਦਾ ਹੈ ਕਿ ਜੇ ਇਹ ਪਾਰਟੀ ਅੱਗੇ ਆਉਂਦੀ ਹੈ ਤਾਂ ਸਾਡਾ ਸਾਰਿਆਂ ਦਾ ਜਿਹੜਾ ਹੈਗਾ ਭਵਿੱਖ ਉਹ ਖਤਰੇ 'ਚ ਹੈ। ਹਰ ਹੀਲਾ ਵਰਤਿਆ ਜਾ ਰਿਹਾ ਉਹਨਾਂ ਨੂੰ ਹਟਾਉਣ ਦਾ, ਤੇ ਹਰ ਹੀਲਾ ਹੁਣ ਬੀਜੇਪੀ ਵਰਤ ਰਹੀ ਹੈ ਆਪਣੇ ਆਪ ਨੂੰ ਅੱਗੇ ਵਧਾਉਣ ਦਾ। ਪਰ ਜੇ ਤੁਸੀਂ ਇਹਨਾਂ ਸਾਰੀਆਂ ਗੱਲਾਂ ਤੋਂ ਕੱਲੀ ਆਪਾਂ 2 ਘੰਟਾ ਬੈਠ ਕੇ ਇਹ ਤਾਂ ਕਹਿ ਸਕਦੇ ਉਹਨਾਂ ਨੇ ਮਾੜੀ ਗੱਲ ਕੀਤੀ ਹੈ, ਉਹ ਮਾੜੀ ਕੀਤੀ ਵੀ ਹੈਗੀ ਆ, ਪਰ ਜਦੋਂ ਤੱਕ ਇਹਦੀ ਅਸਲ ਜੜ੍ਹਾਂ ਤੱਕ ਨਹੀਂ ਜਾਓਗੇ, ਜਦ ਤੱਕ ਇਹਨੂੰ ਤੁਸੀਂ ਉਸ ਨਤੀਜੇ ਤੇ ਨਹੀਂ ਪਹੁੰਚ ਸਕਦੇ ਜੇ ਤੋਂ ਮੁਲਕ ਨੂੰ ਕੋਈ ਚੰਗੀ ਸੇਧ ਦਿੱਤੀ ਜਾ ਸਕਦੀ ਹੈ। ਜੀ ਜੀ ਮੈਂ ਸ਼ਬਦੀਸ਼ ਜੀ ਨੂੰ ਨਾਲ ਲੈਣਾ ਚਾਹਾਂਗਾ। ਸ਼ਬਦੀਸ਼ ਜੀ, ਜਦੋਂ ਹਾਂਜੀ ਸਰ RSS ਦੀ ਅਸੀਂ ਗੱਲ ਕਰਦੇ ਹਾਂ, RSS ਦੀ ਅਗਰ ਬੈਕਗਰਾਊਂਡ ਵੱਲ ਨੂੰ ਜਾਈਏ ਤੇ 1947 ਤੋਂ ਪਹਿਲਾਂ ਵੀ ਇਹਨਾਂ ਦਾ ਜਿਹੜਾ ਵਰਤਾਓ ਸੀ ਇਹੀ ਸੀ। ਉਸ ਤੋਂ ਬਾਅਦ ਚਾਹੇ ਕਾਂਗਰਸ ਬਹੁਤ ਸਾਲਾਂ ਤੱਕ ਸੈਂਟਰ ਦੇ ਵਿੱਚ, ਉਦੋਂ ਵੀ ਇਹਨਾਂ ਦਾ ਵਰਤਾਓ ਇਹੀ ਸੀ। ਸੈਂਟਰ ਦੇ ਵਿੱਚ ਸਰਕਾਰ ਕੋਈ ਵੀ ਆ ਜਾਏ, RSS ਕਮਜ਼ੋਰ ਕਦੀ ਵੀ ਤੁਹਾਨੂੰ ਕਿਉਂ ਨਹੀਂ ਲੱਗੀ? ਕੁਲਵੀਰ ਜੀ, ਪਹਿਲੀ ਗੱਲ ਤਾਂ ਇਹ ਹੈ ਕਿ ਜਦੋਂ ਸਾਡੇ ਦੇਸ਼ ਦੇ ਉੱਤੇ ਬ੍ਰਿਟਿਸ਼ ਰੂਲ ਚੱਲ ਰਿਹਾ ਸੀ, ਉਦੋਂ ਪਹਿਲੀ ਵਾਰ ਭਾਰਤ ਦੇ ਇਤਿਹਾਸ ਨੂੰ ਤੋੜ ਮਰੋੜ ਕੇ ਜਾਂ ਫਿਰਕੂ ਰੰਗਤ ਦੇ ਕੇ ਪੇਸ਼ ਕਰਨ ਦਾ ਯਤਨ ਕੀਤਾ ਗਿਆ। ਜੇਮਸ ਮਿਲ ਨੇ ਪਹਿਲੀ ਵਾਰ ਦੇਸ਼ ਦੇ ਲੋਕਾਂ ਨੂੰ ਇਹ ਦੱਸਣ ਦਾ ਯਤਨ ਕੀਤਾ ਕਿ ਭਾਰਤ ਦਾ ਇਤਿਹਾਸ 3 ਤਰੀਕੇ ਦੇ ਨਾਲ ਪੇਸ਼ ਕੀਤਾ ਜਾਣਾ ਚਾਹੀਦਾ। ਪਹਿਲਾ ਹਿੰਦੂ ਪੀਰੀਅਡ ਆ, ਦੂਸਰਾ ਮੁਗਲ ਪੀਰੀਅਡ ਆ, ਔਰ ਤੀਸਰਾ
ਆਧੁਨਿਕ ਪੀਰੀਅਡ ਆ, ਉਹ ਆਪਣੇ ਕਾਲ ਨੂੰ ਬ੍ਰਿਟਿਸ਼ ਕਾਲ ਨਹੀਂ ਉਹਨਾਂ ਨੇ ਕਿਹਾ, ਆਪਣੇ ਕਾਲ ਨੂੰ ਉਹਨਾਂ ਨੇ ਆਧੁਨਿਕ ਕਾਲ ਦੀ ਸ਼ਕਲ ਦੇ ਦਿੱਤੀ। ਔਰ ਉਸ ਸਾਰੇ ਹਿੰਦੂ ਪੀਰੀਅਡ ਦੇ ਵਿੱਚ ਬੁੱਧਿਜ਼ਮ ਦਾ ਕੀ ਰੋਲ ਆ ਉਸ ਨੂੰ ਮਾਈਨਸ ਕਰ ਦਿੱਤਾ ਗਿਆ। ਔਰ ਜਦੋਂ ਮੁਗਲਾਂ ਦੀ ਗੱਲ ਕੀਤੀ ਗਈ, ਜਦੋਂ ਮੁਗਲ ਸਾਮਰਾਜ ਦੀ ਗੱਲ ਕੀਤੀ ਗਈ, ਉਦੋਂ ਮਰਾਠਾ ਸਾਮਰਾਜਵਾਦ ਜਿਹੜਾ ਨਾਲ ਦੀ ਨਾਲ ਚੱਲ ਰਿਹਾ ਸੀ ਉਹਨੂੰ ਮਾਈਨਸ ਕਰ ਦਿੱਤਾ ਗਿਆ। ਮੈਂ ਬਹੁਤ ਡਿਟੇਲ 'ਚ ਗੱਲ ਨਹੀਂ ਕਰਾਂਗਾ। ਅੰਗਰੇਜ਼ ਦੀ ਜਿਹੜੀ ਸਾਜ਼ਿਸ਼ ਸੀ ਉਹ 1857 ਤੋਂ ਬਾਅਦ ਬਹੁਤ ਕਲੀਅਰਲੀ ਆ ਚੁੱਕੀ ਸੀ ਕਿ ਜਦੋਂ ਦੇਸ਼ ਦੇ ਲੋਕਾਂ ਨੇ 1857 ਦੇ ਵਿੱਚ ਲੜਾਈ ਲੜੀ ਆ, ਮੰਗਲ ਪਾਂਡੇ ਬਗਾਵਤ ਕਰਦੇ ਆ, ਬਹਾਦਰ ਸ਼ਾਹ ਜ਼ਫਰ ਨੂੰ ਦੇਸ਼ ਦਾ ਨਵਾਂ ਹਾਕਮ ਥਾਪਣ ਦੇ ਲਈ ਸਾਰਾ ਦੇਸ਼ ਇਕਮੁੱਠ ਹੋ ਰਿਹਾ। ਖਾਸ ਕਰਕੇ ਬੰਗਾਲ ਤੋਂ ਲੈ ਕੇ ਆਂਧਰਾ ਪ੍ਰਦੇਸ਼ ਤੱਕ ਉਹਦੇ ਚ ਪੰਜਾਬ ਦੀ ਸ਼ਮੂਲੀਅਤ ਸਭ ਨੂੰ ਪਤਾ ਬਹੁਤ ਘੱਟ ਸੀ। ਮੈਂ ਉਸ ਬਹਿਸ 'ਚ ਵੀ ਨਹੀਂ ਜਾਂਦਾ ਕਿਉਂ ਘੱਟ ਸੀ, ਕਿਉਂ ਰਾਜ ਗਵਾਉਣ ਤੋਂ ਬਾਅਦ ਥੋੜੇ ਸਾਲ ਬਾਅਦ ਹੀ ਪੰਜਾਬ ਦੇ ਲੋਕ ਬ੍ਰਿਟਿਸ਼ ਰੂਲ ਦੇ ਖਿਲਾਫ ਸੰਘਰਸ਼ ਕਿਉਂ ਨਾ ਕਰ ਸਕੇ, ਉਹ ਇੱਕ ਨਵਾਂ ਬਹਿਸ ਦਾ ਮੁੱਦਾ ਬਣ ਜਾਏਗਾ। ਮੈਂ ਉਹਦੇ 'ਚ ਨਹੀਂ ਜਾਂਦਾ, ਪਰ ਉਹਨਾਂ ਨੇ ਬਹੁਤ ਕਲੀਅਰਲੀ ਇਹ ਕੋਸ਼ਿਸ਼ ਕੀਤੀ ਕਿ ਜਿਹੜੇ ਲੋਕ ਹਿੰਦੂ ਮੁਸਲਮਾਨ ਇਕੱਠੇ ਹੋ ਕੇ ਦੇਸ਼ ਦੇ ਵਿੱਚ ਬ੍ਰਿਟਿਸ਼ ਰੂਲ ਦੇ ਖਿਲਾਫ ਬਗਾਵਤ ਕਰ ਰਹੇ ਨੇ, ਕੰਪਨੀ ਰਾਜ ਨੂੰ ਖਤਮ ਕਰਨਾ ਚਾਹੁੰਦੇ ਨੇ, ਔਰ 57 ਤੋਂ ਬਾਅਦ ਪਹਿਲੀ ਵਾਰ ਕੰਪਨੀ ਰਾਜ ਨੂੰ ਖਤਮ ਕਰਕੇ ਖੁਦ ਬਰਤਾਨਵੀ ਸਲਤਨਤ ਇੱਥੇ ਸਥਾਪਿਤ ਕਰ ਦਿੱਤੀ ਗਈ। ਉਦੋਂ ਤੱਕ ਸਿੱਧੇ ਤੌਰ ਤੇ ਬਰਤਾਨਵੀ ਹੁਕਮਰਾਨ ਸ਼ਾਮਲ ਨਹੀਂ ਸਨ ਕੰਪਨੀ ਰਾਜ ਦੀ ਜਿਹੜੀ ਭਾਰਤ ਦੇ ਵਿੱਚ ਸੱਤਾ ਬਣੀ ਹੋਈ ਸੀ। ਉਸ ਤੋਂ ਬਾਅਦ ਸਾਡੇ ਦੇਸ਼ ਦੇ ਵਿੱਚ ਹੌਲੀ ਹੌਲੀ ਲੋਕਾਂ ਨੂੰ ਜਦੋਂ ਵੰਡਣਾ ਸ਼ੁਰੂ ਕੀਤਾ ਅੰਗਰੇਜ਼ਾਂ ਨੇ ਧਰਮ ਦੇ ਨਾਂ ਦੇ ਉੱਤੇ, 1925 ਦੇ ਵਿੱਚ RSS ਦੀ ਸਥਾਪਨਾ ਕੀਤੀ ਗਈ। ਔਰ ਉਸ ਸਥਾਪਨਾ ਕਰਨ ਵਾਲੇ ਲੋਕਾਂ ਦਾ ਰੋਲ ਬਹੁਤ ਕਲੀਅਰ ਸੀ ਕਿ ਅਸੀਂ ਅੰਗਰੇਜ਼ਾਂ ਦਾ ਰਾਜ ਨਹੀਂ ਖਤਮ ਕਰਨਾ ਚਾਹੁੰਦੇ, ਅਸੀਂ ਤਾਂ 1200 ਸਾਲ ਪੁਰਾਣਾ ਮੁਗਲਾਂ ਦਾ ਰਾਜ ਜਿਹੜੀ ਉਹ ਗੁਲਾਮੀ ਆ ਅਸੀਂ ਉਹਨੂੰ ਖਤਮ ਕਰਨਾ ਚਾਹੁੰਦੇ ਆ। ਇਹਦੇ ਨਾਲ ਹੀ ਹਿੰਦੂ ਮਹਾਸਭਾ ਬਣੀ ਜਿਹਦੇ ਉੱਤੇ ਬਾਅਦ ਦੇ ਵਿੱਚ ਮਹਾਤਮਾ ਗਾਂਧੀ ਨੂੰ ਕਤਲ ਦੇ ਇਲਜ਼ਾਮ ਲੱਗੇ। ਇਸੇ ਦੌਰ ਦੇ ਵਿੱਚ ਪੰਜਾਬ ਦੇ ਵਿੱਚ ਆਦਿ ਧਰਮ ਦੀ ਚਰਚਾ ਕੀਤੀ ਗਈ ਔਰ ਅੰਬੇਡਕਰ ਦੇ ਜਿਹੜੇ ਵਿਚਾਰ ਨੇ ਉਹਨਾਂ ਨੂੰ ਚਰਚਾ ਦੇ ਵਿੱਚ ਲਿਆਂਦਾ ਗਿਆ, ਜਿਨ੍ਹਾਂ ਦਾ ਵਿਚਾਰ ਇਸ ਤਰੀਕੇ ਦਾ ਸੀ ਕਿ ਅਸੀਂ ਬ੍ਰਿਟਿਸ਼ ਰੂਲ ਦੇ ਖਿਲਾਫ ਨਹੀਂ ਆ, ਕਿਉਂਕਿ ਅਸੀਂ ਤਾਂ 5000 ਸਾਲ ਦੀ ਬ੍ਰਾਹਮਣਵਾਦ ਦੀ ਗੁਲਾਮੀ ਤੋਂ ਮੁਕਤ ਹੋਣਾ ਚਾਹੁੰਦੇ ਹਾਂ, ਸਾਨੂੰ ਬ੍ਰਿਟਿਸ਼ ਰੂਲ ਇਸ ਗੁਲਾਮੀ ਤੋਂ ਮੁਕਤ ਕਰਵਾ ਸਕਦਾ। ਤੁਸੀਂ ਕਹਿ ਸਕਦੇ ਹੋ ਕਿ ਦਲਿਤ ਤੇ ਹਿੰਦੂਤਵਵਾਦੀ ਇਸ ਨੁਕਤੇ ਤੇ ਬਿਲਕੁਲ ਸਾਂਝੇ ਸਨ ਕਿ ਸਾਡੀ ਲੜਾਈ ਬ੍ਰਿਟਿਸ਼ ਰੂਲ ਦੇ ਨਾਲ ਬਿਲਕੁਲ ਵੀ ਨਹੀਂ ਹੈ। ਪੰਜਾਬ ਦੀ ਗੱਲ ਕਰੀਏ ਤਾਂ ਪੰਜਾਬ ਦੇ ਵਿੱਚ ਸਿੰਘ ਸਭਾ ਲਹਿਰ ਬਿਲਕੁਲ ਇਸੇ ਤਰਜ਼ ਦੇ ਉੱਤੇ ਗੱਲਾਂ ਕਰਦੀ ਸੀ ਕਿ ਬ੍ਰਿਟਿਸ਼ ਰੂਲ ਦੇ ਨਾਲ ਸਾਨੂੰ ਕੋਈ ਪ੍ਰੋਬਲਮ ਨਹੀਂ ਆ। ਇਸੇ ਕਰਕੇ ਗਦਰੀਆਂ ਨੂੰ ਇੱਕ ਤਰ੍ਹਾਂ ਨਾਲ ਪਤਿਤ ਸਿੱਖ ਕਰਾਰ ਦੇ ਦਿੱਤਾ ਗਿਆ। ਬਿਲਕੁਲ ਜਿਹੜਾ ਹਰਮੰਦਰ ਸਾਹਿਬ ਦੇ ਦਰਵਾਜ਼ੇ ਉੱਤੇ ਵਾਪਰੀ ਹੋਈ ਘਟਨਾ ਦੇ ਬਾਵਜੂਦ ਜਲਿਆਂਵਾਲੇ ਬਾਗ ਦੇ ਕਾਤਲ ਨੂੰ ਹਰਮੰਦਰ ਸਾਹਿਬ ਦੇ ਵਿੱਚ ਜਰਾਬਾਂ ਪਾ ਕੇ ਜਾਣ ਦੀ ਆਗਿਆ ਦਿੱਤੀ ਗਈ, ਉਹਨਾਂ ਨੂੰ ਸਨਮਾਨ ਕਰ ਦਿੱਤਾ ਗਿਆ। ਤੇ ਇਸ ਤਰ੍ਹਾਂ ਦੀਆਂ ਕਿੰਨੀਆਂ ਘਟਨਾਵਾਂ ਨੇ। ਬਜਬਜ ਘਾਟ ਦੇ ਸਾਕੇ ਦੇ ਵਿੱਚ ਅਕਾਲ ਤਖਤ ਸਾਹਿਬ ਤੋਂ ਇੱਕ ਗੁਰਮਤਾ ਪਾਸ ਕਰਕੇ ਕਰ ਦਿੱਤਾ ਗਿਆ ਕਿ ਜਿਹੜੇ ਬਜਬਜ ਘਾਟ ਦੇ ਵਿੱਚ ਮਰੇ ਨੇ ਉਹਨਾਂ ਨੂੰ ਸਿੱਖ ਹੀ ਨਾ ਮੰਨਿਆ ਜਾਵੇ। ਇਸ ਕਰਕੇ ਅਸੀਂ ਕਹਿ ਸਕਦੇ ਕਿ ਇਹ ਇੱਕ ਬਹੁਤ ਲੰਬੀ ਪਰੰਪਰਾ ਵਾ ਭਾਰਤ ਦੇ ਲੋਕਾਂ ਨੂੰ ਵੰਡਣ ਦੀ, ਔਰ ਭਾਰਤ ਦੇ ਲੋਕਾਂ ਨੂੰ ਵੰਡਣ ਦੀ ਇਸ ਪਰੰਪਰਾ ਨੂੰ ਕਾਂਗਰਸ ਦੇ ਰਾਜ ਨੇ ਕੰਟੀਨਿਊ ਕੀਤਾ, ਇਹਦੇ 'ਚ ਕੋਈ ਸ਼ੱਕ ਨਹੀਂ। ਪਰ ਕਾਂਗਰਸ ਦੇ ਰਾਜ ਨੇ ਜੇ ਕੰਟੀਨਿਊ ਕੀਤਾ ਇਸ ਗੱਲ ਨੂੰ ਤੇ ਧਰਮ ਨਿਰਪੱਖਤਾ ਦਾ ਪਰਦਾ ਪਾ ਕੇ ਰੱਖਿਆ, ਤੁਸੀਂ ਧਰਮ ਨਿਰਪੱਖਤਾ ਦੇ ਉਸ ਪਰਦੇ ਨੂੰ ਤਾਰ ਕਰਨ ਦੇ ਵਿੱਚ ਆਪਣਾ ਯੋਗਦਾਨ ਪਾਓ, ਇਹਦੇ 'ਚ ਕੋਈ ਸ਼ੰਕਾ ਨਹੀਂ। ਪਰ ਜਿਹੜਾ ਬੰਦਾ ਸਿੱਧੇ ਤੌਰ ਤੇ ਹਿੰਦੂ ਰਾਜ ਦੀ ਮੰਗ ਕਰਦਾ, ਜਿਹੜੀਆਂ ਜਥੇਬੰਦੀਆਂ ਮੁਸਲਮਾਨਾਂ ਨੂੰ ਸਬਕ ਸਿਖਾਉਣ ਦੀ ਗੱਲ ਕਰਦੀਆਂ, ਜਿਹੜੀਆਂ ਜਥੇਬੰਦੀਆਂ ਇਹ ਕਹਿੰਦੀਆਂ ਕਿ ਭਾਰਤ 'ਚ ਵਸਣ ਵਾਲੇ ਮੁਸਲਮਾਨ ਵੀ ਹਿੰਦੂ ਹੀ ਹਨ, ਉਹਨਾਂ ਦੇ ਉਸ ਆਈਡੀਓਲੋਜੀਕਲ ਜਿਹੜਾ ਅਟੈਕ ਆ ਭਾਰਤ ਦੇ ਸਾਂਝੇ ਕਲਚਰ ਦੇ ਉੱਤੇ, ਜੇ ਅਸੀਂ ਉਹਨੂੰ ਕਾਂਗਰਸ ਦੀਆਂ ਸਾਜ਼ਿਸ਼ਾਂ ਨਾਲ ਢੱਕਣ ਦੀ ਕੋਸ਼ਿਸ਼ ਕਰਾਂਗੇ ਤਾਂ ਮੇਰਾ ਖਿਆਲ ਅਸੀਂ ਕਾਂਗਰਸ ਦਾ ਉਹਨਾਂ ਨੁਕਸਾਨ ਸ਼ਾਇਦ ਨਾ ਕਰ ਸਕੀਏ। ਮੈਂ ਹਾਲਾਂਕਿ ਪਹਿਲਾਂ ਕਹਿ ਚੁੱਕਾ ਕਿ ਕਾਂਗਰਸ ਨੇ ਬ੍ਰਿਟਿਸ਼ ਰੂਲ ਦੀ ਜਿਹੜੀ ਪਾਲਿਸੀ ਉਹਨੂੰ ਕੰਟੀਨਿਊ ਕੀਤਾ, ਪਰ ਇਹਦੇ ਨਾਲ ਅਸੀਂ ਕੋਈ ਨੁਕਸਾਨ ਉਹਦਾ ਉਹਨਾਂ ਸ਼ਾਇਦ ਨਾ ਕਰ ਸਕੀਏ। RSS ਦੀ ਤੇ ਉਹਦੀਆਂ ਜਥੇਬੰਦੀਆਂ ਦੀ ਉਨੀ ਸੇਵਾ ਸ਼ਾਇਦ ਨਾ ਕਰ ਸਕੀਏ ਜਿੰਨਾ ਅਸੀਂ ਉਸ ਭਾਰਤ ਦਾ ਨੁਕਸਾਨ ਕਰ ਦੇਵਾਂਗੇ ਜਿਹੜਾ ਭਾਰਤ ਵੱਖ-ਵੱਖ ਧਰਮਾਂ ਨੂੰ ਮੰਨਦਾ,
ਜਿਹੜੇ ਭਾਰਤ ਦੇ ਵਿੱਚ ਵੱਖ-ਵੱਖ ਕਲਚਰ ਨੇ, ਜਿਸ ਦੇਸ਼ ਦਾ ਬੰਗਾਲੀ ਹਿੰਦੂ ਹੋਰ ਤਰ੍ਹਾਂ ਦਾ, ਮਦਰਾਸੀ ਹਿੰਦੂ ਹੋਰ ਤਰ੍ਹਾਂ ਦਾ, ਤੁਸੀਂ ਇੱਕ ਰੰਗ ਦੇ ਵਿੱਚ ਤਾਂ ਪੂਰੇ ਹਿੰਦੂਆਂ ਨੂੰ ਪੇਟ ਨਹੀਂ ਕਰ ਸਕਦੇ। ਤੁਸੀਂ ਮੁਸਲਮਾਨਾਂ, ਬੁੱਧੀਆਂ, ਈਸਾਈਆਂ, ਸਿੱਖਾਂ ਨੂੰ ਕਿਵੇਂ ਹਿੰਦੂਤਵ ਦੇ ਝੰਡੇ ਦੇ ਥੱਲੇ ਲਿਆ ਸਕਦੇ ਹੋ? ਇਸ ਵਿਚਾਰ ਦਾ ਵਿਰੋਧ ਸਾਨੂੰ ਕਰਨਾ ਚਾਹੀਦਾ। ਔਰ ਇਸ ਵਿਚਾਰ ਦਾ ਜੇ ਕੋਈ ਵਿਰੋਧ ਆਈਡੀਓਲੋਜੀਕਲ ਕਰਦਾ ਤੇ ਕੁਦਰਤੀ ਗੱਲ ਹੈ ਉਹਨਾਂ ਦੇ ਵਿਚਾਲੇ ਇੱਕ ਦੂਜੇ ਨਾਲ ਟਕਰਾਅ ਵੀ ਆਉਂਦੇ ਨੇ। ਲੈਫਟ ਦੇ ਨਾਲ ਸਭ ਤੋਂ ਵੱਡਾ ਟਕਰਾਅ ਇਹੀ ਹੈ ਕਿ ਲੈਫਟ ਇਸ ਗੱਲ ਨੂੰ ਮਾਨਤਾ ਦਿੰਦਾ ਕਿ ਭਾਰਤ ਦੇ ਵਿੱਚ ਵਿਭਿੰਨਤਾ ਵਾ, ਭਾਰਤ ਬਹੁ ਕੌਮੀ ਰਾਜ ਆ ਔਰ ਬਹੁ ਕੌਮੀ ਰਾਜ ਨੂੰ ਬਹੁ ਕੌਮੀ ਰਾਜ ਵਾਂਗ ਹੀ ਚਲਾਇਆ ਜਾਣਾ ਚਾਹੀਦਾ ਵਾ। ਇਹਨੂੰ ਇੱਕ ਛਤਰ ਰਾਜ ਵਾਂਗ ਨਹੀਂ ਚਲਾਇਆ ਜਾ ਸਕਦਾ ਜਿਵੇਂ RSS ਚਲਾਉਣਾ ਚਾਹੁੰਦੀ ਆ। ਇਹੀ ਵੱਡਾ ਲੈਫਟ ਦੇ ਨਾਲ ਉਹਦਾ ਵਿਰੋਧ ਆ। ਪਰ ਮੈਂ ਇਹ ਨਹੀਂ ਕਹਾਂਗਾ ਕਿ ਲੈਫਟ ਜਿਹੜੀ ਮੋੜਵੇਂ ਰੂਪ ਦੇ ਵਿੱਚ ਹਿੰਸਾ ਕਰੇ RSS ਤੇ ਉਹ ਜਸਟੀਫਾਈਡ ਹੈ। ਜੀ ਮੈਂ ਪਰਮੀਤ ਜੀ ਨਾਲ ਅੱਗੇ ਗੱਲ ਕਰ ਚਾਹਾਂ। ਪਰਮੀਤ ਜੀ, RSS ਨੂੰ ਕੋਈ ਵੀ ਰੋਕਣ ਦੇ ਵਿੱਚ ਕਾਮਯਾਬ ਨਹੀਂ ਹੈ, ਖਾਸ ਕਰਕੇ ਜਦੋਂ ਦੀ BJP ਸਰਕਾਰ ਆਈ ਹੈ ਉਸ ਤੋਂ ਬਾਅਦ RSS ਜਿਹੜੀ ਹੈ ਉਹ ਪੂਰੀ ਸਾਹਮਣੇ ਆ ਗਈ ਆ। ਔਰ ਪਹਿਲੀਆਂ ਜਿਹੜੀਆਂ ਕਾਰਵਾਈਆਂ ਸੀਗੀਆਂ, ਜਿਹੜੀਆਂ ਲੁਕਵੀਆਂ ਕਾਰਵਾਈਆਂ ਉਹ ਕਰਦੇ ਸੀ, ਉਹ ਕਾਰਵਾਈਆਂ ਜਿਹੜੀਆਂ ਹੈਗੀਆਂ ਹੁਣ ਓਪਨਲੀ ਵੀ ਕਰ ਦਿੰਦੇ ਨੇ ਔਰ ਉਹਨਾਂ ਨੂੰ ਕੋਈ ਫਰਕ ਵੀ ਨਹੀਂ ਪੈਂਦਾ। CP ਜੀ। ਜੀ ਕੁਲਬੀਰ ਜੀ, ਇੱਥੇ ਇੱਕ ਚੀਜ਼ ਜਿਹੜੀ ਮੈਂ ਸੋਚ ਰਿਹਾ ਸੀ, ਸਾਰੀ ਗੱਲ ਸਰਦੀਪ ਜੀ ਨੇ ਬਹੁਤ ਡਿਟੇਲ ਦੇ ਵਿੱਚ ਕੀਤੀ, ਹਿਸਟਰੀ ਬਾਰੇ ਵੀ ਦੱਸਿਆ RSS ਪਲੱਸ ਕਮਿਊਨਿਸਟ ਦੀ। ਬਟ ਇੱਕ ਚੀਜ਼ ਇੱਥੇ ਸੋਚਣ ਵਾਲੀ ਹੈ ਕੁਲਬੀਰ ਜੀ ਕਿ ਕਿੰਨੀ ਦੁਖਦਾਈ ਗੱਲ ਹੈ ਕਿ ਜਦੋਂ ਅਸੀਂ ਆਪਣੀ ਸੋਚ ਦੀ ਕਮਾਨ ਹੈ ਜਿਹੜੀ ਉਹ ਬੜੀ ਜਲਦੀ ਕਿਸੇ ਦੇ ਹੱਥਾਂ ਦੇ ਵਿੱਚ ਦੇ ਦਿੰਦੇ ਆ ਔਰ ਉਹ ਉਸ ਨੂੰ ਜਿਸ ਪਾਸੇ ਮੋੜਦਾ ਸੀ ਉੱਥੇ ਮੁੜੀ ਚਲੀ ਜਾਂਦੇ ਆ। ਔਰ ਮੈਨੂੰ ਲੱਗਦਾ ਇਹਦੇ ਵਿੱਚ ਆਮ ਜਨਤਾ ਦਾ ਔਰ ਈਵਨ ਕਿ ਇੰਡੀਆ ਦੀ ਜਨਤਾ ਦਾ, ਭਾਰਤ ਦੀ ਜਨਤਾ ਦਾ ਜ਼ਿਆਦਾ ਕਸੂਰ ਹੈ ਜਦੋਂ ਅਸੀਂ ਇਦਾਂ ਦੀ ਸੋਚ ਵਾਲੇ ਬੰਦੇ ਦੇ ਪਿੱਛੇ ਲੱਗ ਕੇ ਇਹੋ ਜਿਹੀਆਂ ਘਟਨਾਵਾਂ ਨੂੰ ਅੰਜਾਮ ਦਿੰਦੇ ਆ। ਦੇਖੋ, ਭਾਰਤ ਇੱਕ ਧਰਮ ਨਿਰਪੱਖ ਦੇਸ਼ ਹੈ, ਵੱਖ-ਵੱਖ ਧਰਮ ਇੱਥੇ ਹਰ ਇੱਕ ਸਟੇਟ ਦੇ ਵਿੱਚ ਸਾਨੂੰ ਮਿਲ ਜਾਂਦੇ ਆ, ਬੜੀ ਵੰਨ-ਸੁਵੰਨਤਾ ਵਾਲਾ ਦੇਸ਼ ਹੈ। ਲੇਕਿਨ ਫਿਰ ਵੀ ਅਸੀਂ ਕਿਉਂ ਜਨਤਾ ਦੇ ਉੱਪਰ ਇੱਕ ਚੀਜ਼ ਨੂੰ ਥੋਪਣ ਦੀਆਂ ਗੱਲਾਂ ਕਰਦੇ ਆ? ਕਿਉਂ ਅਸੀਂ ਵਾਇਲੈਂਸ ਕ੍ਰੀਏਟ ਕਰਦੇ ਆ? ਕਿਉਂ ਅਸੀਂ ਪੋਲਰਾਈਜੇਸ਼ਨ ਹੈ ਜਿਹੜੀ ਉਹ ਇਸ ਤਰ੍ਹਾਂ ਕ੍ਰੀਏਟ ਕਰਨ ਦੀ ਕੋਸ਼ਿਸ਼ ਕਰਦੇ ਆ? ਕਿਉਂ ਨਹੀਂ ਅਸੀਂ ਆਪਣੇ ਜਿਹੜੇ ਮੁੱਦਿਆਂ ਦੇ ਉੱਪਰ ਗੱਲ ਕਰੀਏ ਤਾਂ ਕਿ ਜਿਹੜੀ ਲੋਕਾਂ ਦੀ ਵੋਟ ਹੈ ਆਪਣੇ ਆਪ ਹੀ ਸੁਭਾਵਕ ਹੀ ਸਾਡੇ ਉੱਪਰ ਭੁਗਤ ਜੇ? ਸੋ ਇਦਾਂ ਦੀ ਸੋਚ ਪ੍ਰਵਿਰਤੀ ਪਤਾ ਨਹੀਂ ਕਿਉਂ ਨਹੀਂ ਹੈਗੀ ਪੋਲੀਟੀਸ਼ੀਅਨ ਦੀ, ਔਰ ਆਪਣੇ ਆਪ ਆਪਣੀ ਚੀਜ਼ ਨੂੰ, ਆਪਣੇ ਇੱਕ ਪਾਰਟਿਕੂਲਰ ਧਰਮ ਨੂੰ ਹਰੇਕ ਲੋਕਾਂ ਦੇ ਥੋਪਣ ਦੀ ਗੱਲ ਕੀਤੀ ਜਾਂਦੀ ਹੈ, ਚਾਹੇ ਉਹ ਕਿਸੇ ਵੀ ਕੀਮਤ ਤੇ ਹੋਵੇ, ਚਾਹੇ ਉਹ ਕਿਸੇ ਦੀ ਜਾਨ ਲੈ ਕੇ ਕਿਉਂ ਨਾ ਹੋਵੇ। ਸੋ ਬੜੀ ਅਜੀਬ ਜੀ ਗੱਲ ਹੁੰਦੀ ਹੈ। ਲੇਕਿਨ ਇਹ ਚੀਜ਼ਾਂ ਜਿਹੜੀਆਂ ਲਾਅ ਐਂਡ ਆਰਡਰ ਤੇ ਵੀ ਕੁਲਬੀਰ ਜੀ ਬਹੁਤ ਜ਼ਿਆਦਾ ਉਂਗਲੀ ਚੱਕਦੀਆਂ, ਕਿਉਂਕਿ ਜਦੋਂ ਇਦਾਂ ਦੀਆਂ ਧਮਕੀਆਂ ਵੀ ਮਿਲਣੀਆਂ ਸ਼ੁਰੂ ਹੁੰਦੀਆਂ ਸਾਨੂੰ ਉਸੇ ਵੇਲੇ ਸੁਚੇਤ ਹੋ ਜਾਣਾ ਚਾਹੀਦਾ ਹੈ। ਅਸੀਂ ਕਿਉਂ ਵੇਟ ਕਰਦੇ ਹਾਂ ਕਿਸੇ ਘਟਨਾ ਦੇ ਘਟਣ ਦਾ? ਇਸੇ ਕਰਕੇ ਸ਼ਾਇਦ ਸਾਡੇ ਕੰਟਰੀ ਦੇ ਵਿੱਚ ਇਦਾਂ ਦੀਆਂ ਘਟਨਾਵਾਂ ਹੁੰਦੀਆਂ। ਮੈਂ ਹੁਣ ਜ਼ਿਕਰ ਨਹੀਂ ਕਰੂੰਗਾ ਜੇ ਪੰਜਾਬ ਦੇ ਵਿੱਚ ਵੀ ਬਹੁਤ ਕੁਝ ਹੋਇਆ, ਹੋਰ ਸਟੇਟਸ ਦੇ ਵਿੱਚ ਵੀ ਬਹੁਤ ਕੁਝ ਹੋ ਰਿਹਾ, UP ਦੇ ਵਿੱਚ ਵੀ ਬਹੁਤ ਕੁਝ ਹੋਇਆ। ਕੱਲ ਦੀ ਇੱਕ ਘਟਨਾ ਮੈਂ ਤੁਹਾਡੇ ਨਾਲ ਜ਼ਿਕਰ ਕਰਨਾ ਚਾਹੂੰਗਾ। ਕੱਲ ਸਵੇਰੇ ਮਹੇਸ਼ ਭੱਟ ਸਾਹਿਬ ਨੂੰ ਇੱਕ ਫੋਨ ਆਉਂਦਾ ਹੈ ਕਿ ਮੈਨੂੰ 50 ਲੱਖ ਦੀ ਫਿਰੌਤੀ ਚਾਹੀਦੀ ਹੈ, ਨਹੀਂ ਤਾਂ ਆਲੀਆ ਭੱਟ ਦੀ ਜਾਨ ਨੂੰ ਖਤਰਾ ਹੈ। ਸੋ ਇਸ ਚੀਜ਼ ਨੂੰ ਤੁਸੀਂ ਕਿਸ ਤਰ੍ਹਾਂ ਲਾਓਗੇ? ਉਹਨਾਂ ਨੇ ਪੁਲਿਸ ਦੇ ਕੋਲ ਕੰਪਲੇਂਟ ਵੀ ਕੀਤੀ। ਕੰਪਲੇਂਟ ਤੋਂ ਬਾਅਦ ਲਖਨਊ ਦੇ ਕੋਲੋਂ ਜਾ ਕੇ ਉਹ ਬੰਦਾ ਜਿਹੜਾ ਉਹ ਸ਼ਖਸ ਹੈ ਜਿਹਦਾ ਨਾਮ ਹੈਗਾ ਆਈ ਥਿੰਕ ਸੰਦੀਪ ਸਾਹੂ, ਉਹਨੂੰ ਫੜ ਲਿਆ ਗਿਆ। ਸੋ ਇਦਾਂ ਦੀਆਂ ਇਹ ਤਾਂ ਇੱਕ ਘਟਨਾ, ਇਦਾਂ ਦੀਆਂ ਜਿਹੜੀਆਂ ਹੋਰ ਵੀ ਬਹੁਤ ਸਾਰੀਆਂ ਘਟਨਾਵਾਂ ਜਿਹੜੀਆਂ ਹੁੰਦੀਆਂ ਉਹ ਘਟਦੀਆਂ ਜਿਹੜੀਆਂ ਕਿ ਹਾਈਲਾਈਟ ਦੇ ਵਿੱਚ ਵੀ ਨਹੀਂ ਆਉਂਦੀਆਂ। ਸੋ ਕਿਤੇ ਨਾ ਕਿਤੇ ਇਹ ਉਸੇ ਚੀਜ਼ ਦਾ ਨਤੀਜਾ ਕਿ ਅਸੀਂ ਇੱਕ ਪਾਰਟਿਕੂਲਰ ਸੋਚ ਦੇ ਪਿੱਛੇ ਲੱਗ ਜਾਂਦੇ ਆ, ਅਸੀਂ ਖੁਦ ਨਹੀਂ ਸੋਚਦੇ ਕਿ ਕਿਹੜੀ ਚੀਜ਼ ਗਲਤ ਹੈ ਔਰ ਕਿਹੜੀ ਚੀਜ਼ ਸਹੀ ਹੈ। ਸੋ ਸ਼ਾਇਦ ਇਸੇ ਕਰਕੇ RSS ਵੀ ਕਿਸੇ ਨਾ ਕਿਸੇ ਦਾ ਬੈਕਅਪ ਲੈ ਕੇ ਜਾਂ ਕਹਿ ਲਓ ਕਿ ਆਪਣੀ ਸੋਚ ਨੂੰ ਥਾਪਣਾ ਚਾਹੁੰਦੀ ਹੈ, ਹਰ ਇੱਕ ਜਨਤਾ ਦੇ ਉੱਪਰ ਥੋਪਣਾ ਚਾਹੁੰਦੀ ਹੈ। ਜਿਹੜੀ ਚੀਜ਼ ਗਲਤ ਹੈ, ਧਰਮ ਨਿਰਪੱਖ ਨੂੰ ਧਰਮ ਨਿਰਪੱਖ ਹੀ ਰਹਿਣ ਦਿਓ। ਹਰ ਇੱਕ ਬੰਦੇ ਦਾ ਆਪਣਾ ਰਾਈਟ ਹੈ ਆਪਣੇ ਬਾਰੇ ਸੋਚਣ ਦਾ। ਮੈਂ ਸਿਰਫ ਇਹੀ ਕਹਿ CP ਜੀ, ਤੁਸੀਂ ਗੱਲ ਕੀਤੀ ਹੈ ਕਿ ਜਦੋਂ ਇਦਾਂ ਦੀਆਂ ਘਟਨਾਵਾਂ ਹੁੰਦੀਆਂ ਅਸੀਂ ਵੇਟ ਕਿਹਦੀ ਕਰਦੇ ਹਾਂ? RSS ਦਾ ਇਤਿਹਾਸ ਹੀ ਹਿੰਸਕ ਰਿਹਾ। RSS ਦੀਆਂ ਸਾਰੀਆਂ ਗਤੀਵਿਧੀਆਂ ਜਿਹੜੀਆਂ ਹੈਗੀਆਂ ਉਹ ਦੇਸ਼ ਦੇ ਪੱਖ ਵਿੱਚ ਨਹੀਂ ਰਹੀਆਂ ਔਰ ਉਹਨਾਂ ਦੇ ਖਿਲਾਫ ਕਾਰਵਾਈ ਵੀ ਨਹੀਂ ਹੁੰਦੀ। ਮੈਂ ਇਸੇ ਕਰਕੇ ਕਿਹਾ ਸੀਗਾ ਕਿ ਸਰਕਾਰ ਭਾਵੇਂ ਕੇਂਦਰ ਦੇ ਵਿੱਚ ਕੋਈ ਵੀ ਆਈ ਹੋਵੇ, RSS ਦਾ ਜਿਹੜਾ ਕੰਮ ਕਰਨ ਦਾ ਤਰੀਕਾ ਉਹ ਨਹੀਂ ਬਦਲਿਆ। RSS ਉਸੇ ਤਰੀਕੇ ਦੇ ਨਾਲ ਆਪਣੇ ਏਜੰਡਿਆਂ ਦੇ ਉੱਪਰ ਕੰਮ ਕਰਦੀ ਰਹੀ ਆ। RSS ਉਸੇ ਤਰੀਕੇ ਨਾਲ ਆਪਣੇ ਜਿਹੜੇ ਉਹਨਾਂ ਦੇ ਪੇਪਰ ਛਪਦੇ ਆ ਉਹਨਾਂ ਦੇ ਵਿੱਚ ਹਿੰਸਾ ਦੀ ਜਿਹੜੀ ਹੈਗੀ ਆ ਉਹਨੂੰ ਉਹ ਬੜਾਵਾ ਦਿੰਦੀ ਰਹੀ ਆ। RSS ਉਸੇ ਤਰੀਕੇ ਦੇ ਨਾਲ ਆਪਣੇ ਲੋਕਾਂ ਨੂੰ ਜਿਹੜਾ ਹੈ ਉਹ ਹਿੰਦੂਤਵ ਨਾਲ ਜੋੜ ਕੇ ਔਰ ਜਿਹੜੇ ਮਾਈਨੋਰਟੀਜ਼ ਹੈਗੀਆਂ, ਜਿਹੜੇ ਘੱਟ ਗਿਣਤੀ ਲੋਕ ਹੈਗੇ ਇੰਡੀਆ ਦੇ ਵਿੱਚ, ਉਹਨਾਂ ਨੂੰ ਹਿੰਦੂ ਦੱਸਣ ਦੀ ਕੋਸ਼ਿਸ਼ ਕਰਦੀ ਰਹੀ ਹੈ। ਜੇ ਉਹ ਹਰੀ ਸਿੰਘ ਨਲੂਏ ਨੂੰ ਹਿੰਦੂ ਜਿਹੜਾ ਹੈ ਉਹ
ਜਰਨੈਲ ਦੱਸਦੀ ਆ ਉਹ RSS ਦੇ ਏਜੰਡੇ ਹੀ ਨੇ। ਉਹ RSS ਹੀ ਹੈ ਜਿਹੜੀ ਜਿੰਨੇ ਵੀ ਸਿੱਖਾਂ ਦੇ ਵੀ ਜਿਹੜੇ ਬਹੁਤ ਸਾਰੇ ਐਸੇ ਟਾਈਟਲ ਨੇ ਜਿਨ੍ਹਾਂ ਨੂੰ ਉਹ ਹਿੰਦੂਇਜ਼ਮ ਨਾਲ ਜੋੜ ਦਿੰਦੀ ਆ, ਔਰ ਇੰਡੀਆ ਦੇ ਵਿੱਚ ਵੀ ਬਹੁਤ ਸਾਰੀਆਂ ਐਸੀਆਂ ਚੀਜ਼ਾਂ ਨੇ ਜਿਨ੍ਹਾਂ ਨੂੰ ਉਹ ਹਿੰਦੂਇਜ਼ਮ ਨਾਲ ਜੋੜ ਦਿੰਦੀ ਆ। ਉਹ RSS ਦਾ ਏਜੰਡਾ ਹੀ ਰਿਹਾ ਕਿ ਹਰ ਗੱਲ ਨੂੰ ਹਿੰਦੂਇਜ਼ਮ ਦੇ ਨਾਲ ਜੋੜਿਆ ਜਾਵੇ, ਹਿੰਦੂਤਵ ਦੇ ਨਾਲ ਜੋੜਿਆ ਜਾਵੇ। ਔਰ RSS ਨੂੰ ਤੁਸੀਂ ਕਹਿੰਦੇ ਹੋ ਕਿ ਜਿਹੜਾ ਗੌਰਮੈਂਟ ਨੂੰ ਪਹਿਲਾਂ ਰੋਕਣਾ ਚਾਹੀਦਾ, ਗੌਰਮੈਂਟ ਤੇ ਜਿਹੜੀ ਹੈਗੀ ਆ ਉਹ RSS ਦੀ ਸਪੋਰਟ ਕਰਦੀ ਰਹੀ ਹੈ, ਕਿਉਂਕਿ ਮੈਂ ਪਹਿਲਾਂ ਗੱਲ ਕੀਤੀ ਸੀ ਕਿ ਕਿਤੇ ਨਾ ਕਿਤੇ ਉਹਨਾਂ ਨੂੰ ਵੀ ਇੰਡੀਆ ਦੇ ਵਿੱਚ ਜਦੋਂ ਕੇਂਦਰ ਦੇ ਵਿੱਚ ਸਰਕਾਰ ਬਣਾਉਣੀ ਹੁੰਦੀ ਹੈ ਤੇ ਜਿਹੜਾ ਹੈ ਇੱਕ ਡਰ ਪੈਦਾ ਕਰਕੇ ਲੋਕਾਂ ਦੇ ਮਨਾਂ ਦੇ ਵਿੱਚ ਜਿਹੜਾ ਹੈ ਉਹ BJP ਨੇ ਸਰਕਾਰ ਬਣਾਈ ਹੈ ਕਿ ਹਿੰਦੂਤਵਵਾਦੀ ਲੋਕਾਂ ਨੂੰ ਜਾਂ ਹਿੰਦੂਤਵ ਨੂੰ ਭਾਰਤ ਦੇ ਵਿੱਚ ਖਤਰਾ ਹੈ। ਉਹ ਖਤਰਾ ਕਿਹਨਾਂ ਤੋਂ ਹੈ? ਜਿਨ੍ਹਾਂ ਦੀ ਜਿਹੜੀ ਘੱਟ ਗਿਣਤੀ ਦੇ ਵਿੱਚ ਲੋਕ ਹੈਗੇ ਉਹਨਾਂ ਤੋਂ ਖਤਰਾ ਹੈ। ਆਪਾਂ ਗੱਲਬਾਤ ਕਰਦੇ ਹਾਂ ਜੀ। ਮੈਂ ਇਹਦੇ ਵਿੱਚ ਕੋਈ ਜਾਣਕਾਰੀ ਆਪਣੇ ਦਰਸ਼ਕਾਂ ਨਾਲ ਸਾਂਝੀ ਕਰਨਾ ਚਾਹੁੰਦਾ ਜੀ। ਹਰਪ੍ਰੀਤ ਜੀ, ਇਸ ਤਰ੍ਹਾਂ ਹੈਗਾ ਕਿ ਆਪਾਂ RSS ਦੀ ਜਦੋਂ ਗੱਲ ਕਰਦੇ ਕਿ ਗਵਰਨਮੈਂਟ ਇਹਨਾਂ ਦਾ ਸਾਥ ਦਿੰਦੀ ਹੈ, ਸਪੋਰਟ ਕਰਦੀ ਹੈ, ਤਾਂ ਇੱਕ ਚੀਜ਼ ਜਿਹੜੀ ਮੈਂ ਜਿੰਨਾ ਕਿ ਮੈਂ ਇਹਨਾਂ ਤੇ ਰਿਸਰਚ ਕੀਤੀ ਆ ਉਹਦੇ ਵਿੱਚ ਇੱਕ ਚੀਜ਼ ਇਹ ਨਿਕਲ ਕੇ ਆਈ ਕਿ RSS ਦਾ ਕਾਡਰ ਜਿਹੜਾ ਹੈਗਾ ਉਹ ਇੱਕ ਬਹੁਤ ਗਰਾਊਂਡ ਲੈਵਲ ਤੇ ਕੰਮ ਕਰਦਾ ਔਰ ਬਹੁਤ ਹਿਡਨ ਤਰੀਕੇ ਨਾਲ ਕੰਮ ਕਰਦਾ। ਮੈਂ ਇੱਕ ਛੋਟੀ ਜਿਹੀ ਐਗਜ਼ਾਮਪਲ ਦੇਣਾ ਚਾਹੁੰਦਾ ਕਿ ਇੱਥੇ ਚੰਡੀਗੜ੍ਹ ਦੇ ਵਿੱਚ ਮੈਂ ਪਿਛਲੇ ਦਿਨਾਂ 'ਚ ਇੱਕ ਨੋਟ ਕੀਤੀ ਇੱਕ ਗੱਲ ਕਿ ਕੁਝ ਇੱਕ IAS ਅਫਸਰ ਜਿਹੜੇ ਹੈਗੇ ਨੇ ਉਹ RSS ਨਾਲ ਸੰਬੰਧ ਰੱਖਦੇ ਨੇ ਤੇ ਉਹ IAS ਅਫਸਰ ਜਿਹੜੇ ਨੇ ਉਹ ਆਪਣੇ PN ਦੀ ਗੱਲ ਵੀ ਇੰਨੇ ਰਿਸਪੈਕਟ ਨਾਲ ਸੁਣਦੇ ਨੇ। ਜਦੋਂ ਮੈਂ ਇਹ ਸਾਰੀ ਚੀਜ਼ ਨੂੰ ਥੋੜਾ ਜਿਹਾ ਧਿਆਨ ਨਾਲ ਉਹਨੂੰ ਇਨਵੈਸਟੀਗੇਟ ਕੀਤਾ ਤਾਂ ਪਤਾ ਲੱਗਾ ਕਿ ਉਹ ਸਾਰੇ ਹੀ ਲੋਕ ਕਿਸੇ ਨਾ ਕਿਸੇ ਤਰ੍ਹਾਂ ਨਾਲ RSS ਨਾਲ ਜੁੜੇ ਹੋਏ ਨੇ। ਤਾਂ ਅਗਰ ਜੇ ਮੈਨੂੰ ਜਾ ਕੇ ਕਿਸੇ ਅਫਸਰ ਨਾਲ ਕੋਈ ਕੰਮ ਹੈਗਾ, ਕੋਈ ਮੈਂ ਉਹਦੇ ਕੋਲ ਆਪਣਾ ਕੰਮ ਕਰਵਾਉਣਾ ਤੇ ਉਹ RSS ਦਾ ਬੰਦਾ ਤੇ ਮੈਂ ਵੀ RSS ਦਾ ਬੰਦਾ, ਤਾਂ ਮੇਰਾ ਤੇ ਉਹਦੇ ਵਿਚਲਾ ਜਿਹੜਾ ਇੱਕ ਹਾਇਰਾਰਕੀ ਦਾ ਜਿਹੜਾ ਰੈਂਕ ਹੈ ਉਹ ਕਿਤੇ ਕੰਮ ਨਹੀਂ ਕਰੇਗਾ। ਮੈਂ ਜਾ ਕੇ ਸਿਰਫ ਉਹਨੂੰ ਇੰਨਾ ਕਹਿਣਾ ਜੀ ਮੈਂ ਸੰਘੀ ਆ ਤੇ ਉਹਨੇ ਚੁੱਪ ਕਰਕੇ ਮੇਰਾ ਕੰਮ ਕਰ ਦੇਣਾ। ਸੋ ਇਹ ਇੱਕ ਜਿਹੜੀ ਚੀਜ਼ ਹੈ ਇੰਟਰਨਲ ਇੱਕ ਨੈਕਸਸ ਜਿਹੜਾ ਬਣਿਆ ਹੋਇਆ ਇਸ ਚੀਜ਼ ਨੂੰ ਵੀ ਬੜਾ ਆਮ ਲੋਕਾਂ ਦੇ ਧਿਆਨ ਦੇ ਵਿੱਚ ਲਿਆਉਣ ਦੀ ਲੋੜ ਹੈ ਕਿ RSS ਕਿਉਂ ਇਸ ਤਰ੍ਹਾਂ ਕਾਮਯਾਬੀ ਨਾਲ ਅੰਦਰ ਖਾਤੇ ਵੱਧਦਾ ਜਾ ਰਿਹਾ। ਸੋ ਇਸ ਤੋਂ ਇਲਾਵਾ ਇੱਕ ਚੀਜ਼ ਜਿਹੜੀ ਹੋਰ ਹੈ, ਮੈਂ ਇੱਕ ਗੱਲ ਇੱਥੇ ਵੀ ਕਹਿਣਾ ਚਾਹੁੰਦਾ ਵੀ 84 ਗੋਧਰਾ ਤੇ ਮੁਜ਼ੱਫਰਨਗਰ ਕਰਨ ਵਾਲੇ ਲੋਕ ਅੱਜ ਦੀ ਡੇਟ 'ਚ ਰਾਸ਼ਟਰਵਾਦ ਦੀਆਂ ਗੱਲਾਂ ਕਰਦੇ ਨੇ। ਸੋ ਕਿਤੇ ਨਾ ਕਿਤੇ ਉਹ ਲੋਕ ਜਿਹੜੇ ਨਿਊਟਰਲ ਇੱਕ ਸੋਚ ਰੱਖਦੇ ਨੇ, ਚਾਹੇ ਉਹ ਮੀਡੀਆ ਦਾ ਕੋਈ ਹਿੱਸਾ ਹੋਵੇ, ਸਾਰੇ ਉਸ ਤਰ੍ਹਾਂ ਦੇ ਨਹੀਂ ਹੁੰਦੇ, ਚਾਹੇ ਮੀਡੀਆ ਦਾ ਹਿੱਸਾ ਹੋਵੇ, ਚਾਹੇ ਪੋਲੀਟੀਸ਼ੀਅਨਸ ਹੋਣ, ਚਾਹੇ ਅੱਜ ਦਾ ਯੂਥ ਹੋਵੇ। ਸੋ ਉਹਨਾਂ ਨੂੰ ਕਿਤੇ ਨਾ ਕਿਤੇ ਇਸ ਚੀਜ਼ ਨੂੰ ਵੀ ਐਕਸਪੋਜ਼ ਕਰਨ ਦੀ ਲੋੜ ਹੈ ਲੋਕਾਂ ਸਾਹਮਣੇ ਕਿ ਇਹ ਇੰਟਰਨਲੀ ਕਿਸ ਤਰ੍ਹਾਂ ਇੱਕ ਸਾਰਾ ਇਹ ਕੰਮ ਜਿਹੜਾ ਚੱਲ ਰਿਹਾ ਹੈਗਾ ਔਰ ਕਿਸ ਤਰ੍ਹਾਂ ਇੱਕ ਵਿਚਾਰਧਾਰਾ ਜਿਹੜੀ ਹੌਲੀ ਕਰਕੇ ਉਹਨੂੰ ਇਨਕਰੀਜ਼ ਕੀਤਾ ਜਾ ਰਿਹਾ। ਜਦਕਿ ਮੇਰੀ ਆਪਣੀ ਨਿੱਜੀ ਰਾਏ ਹੈਗੀ ਹੈ ਕਿ ਅੱਜ ਦੇ 21ਵੀਂ ਸਦੀ ਦੇ ਭਾਰਤ ਦੇ ਵਿੱਚ ਇਸ਼ੂ ਜਿਹੜਾ ਹੈਗਾ ਉਹ ਡਿਵੈਲਪਮੈਂਟ ਦਾ ਇਸ਼ੂ ਹੋਣਾ ਚਾਹੀਦਾ, ਨਾ ਕਿ ਇਸ ਤਰ੍ਹਾਂ ਦੇ ਇਸ਼ੂ ਜਿਹੜੇ ਅਸੀਂ ਉਹਨਾਂ ਨੂੰ ਲੈ ਕੇ ਉਹਨਾਂ ਤੇ ਆਪਣਾ ਇੰਨਾ ਸਮਾਂ ਆਪਾਂ ਵੇਸਟ ਕਰੀਏ ਜੀ। ਇਸ਼ੂ ਇਸੇ ਕਰਕੇ ਪੁਰਾਣੇ ਉਹੀ ਧਰਮ ਜਾਤ ਪਾਤ ਦੇ ਅਜੀਤ ਜੀ ਨੇ ਬੜੀ ਵਧੀਆ ਗੱਲ ਕੀਤੀ ਸੀ ਕਿ ਰਾਜਨੀਤੀ ਹੀ ਉੱਥੇ ਹੁੰਦੀ ਆ, ਵੋਟ ਹੀ ਉੱਥੇ ਹੁੰਦੀ ਹੈ। ਇਸ ਕਰਕੇ ਭਾਰਤ ਦੇ ਵਿੱਚੋਂ ਇਹ ਇਸ਼ੂਜ਼ ਨੂੰ ਖਤਮ ਹੋਣ ਹੀ ਨਹੀਂ ਦਿੱਤਾ ਜਾਂਦਾ। ਜਦੋਂ ਅਸੀਂ ਪੰਜਾਬ ਦੀ ਵੀ ਗੱਲ ਕਰਦੇ ਹਾਂ, ਜਦੋਂ ਅੱਜ ਦੀ ਡੇਟ ਦੇ ਵਿੱਚ ਅਗਰ ਪੰਜਾਬ ਦੀ ਗੱਲ ਵੀ ਕਰੀਏ ਤਾਂ ਪੰਜਾਬ ਦੇ ਵਿੱਚ ਵੀ ਜਦੋਂ BJP ਤੇ ਅਕਾਲੀ ਦਲ ਹਾਰਦਾ ਹੈ ਤਾਂ ਉਨੀ ਦਿਨੀ ਖਾਲਿਸਤਾਨੀਆਂ ਦੀ ਗੱਲ ਦੁਬਾਰਾ 30 ਸਾਲ ਬਾਅਦ ਕਰਨੀ ਸ਼ੁਰੂ ਕਰ ਦਿੱਤੀ ਜਾਂਦੀ ਹੈ, ਟੈਰਰਿਜ਼ਮ ਦੀ ਗੱਲ ਕੀਤੀ ਜਾਣੀ ਸ਼ੁਰੂ ਕਰ ਦਿੰਦੀ ਹੈ, ਹਿੰਦੂਆਂ ਕੀ ਫਿਰ ਖਤਰਾ ਹੈ ਪੰਜਾਬ ਨੂੰ। ਇਹ ਤੇ ਪੂਰੇ ਭਾਰਤ ਵਰਸ਼ ਦੇ ਵਿੱਚ ਚੱਲਦਾ ਜੀ। ਇੱਕ ਗੱਲ ਦੇ ਵੱਲ ਮੈਂ ਜ਼ਰੂਰ ਜਿਹੜਾ ਹੈ ਧਿਆਨ ਲਿਜਾਣਾ ਚਾਹਾਂਗਾ ਕਿ ਮੈਂ ਗੁਰਮੇਹਰ ਦੀ ਉਹ ਵੀਡੀਓ ਦੀ ਗੱਲ ਕਰਾਂਗਾ। ਉਹਦਾ ਇੱਕ ਵੀਡੀਓ ਆਉਂਦਾ, ਉਹਦੇ ਉੱਪਰ ਵੱਡੇ ਫਿਲਮ ਸਟਾਰ ਉਹਦੇ ਵਿਰੋਧ ਦੇ ਵਿੱਚ ਖੜ ਜਾਂਦੇ ਨੇ, ਵੱਡੇ ਜਿਹੜੇ ਸਾਡੇ ਸਪੋਰਟਸ ਪਰਸਨ ਹੈਗੇ, ਵੱਡੇ ਪੋਲੀਟੀਸ਼ੀਅਨ ਹੈਗੇ ਆ, ਉਹ ਉਹਦੇ ਜਿਹੜੇ ਵਿਰੋਧ ਦੇ ਵਿੱਚ ਖੜ ਜਾਂਦੇ ਨੇ। ਉਹਦੀ ਕੋਈ ਖਾਸ ਜਿਹੜੀ ਉਹਦੇ ਵਿੱਚ ਕੁਝ ਐਸਾ ਹੈ ਵੀ ਨਹੀਂ ਆ ਜਿਹਦਾ ਮੇਰਾ ਖਿਆਲ ਆ ਵਿਰੋਧ ਕੀਤਾ ਜਾ ਸਕਦਾ ਹੋਵੇ। ਪਰ ਜਦੋਂ ਇੱਕ RSS ਦਾ ਜਿਹੜਾ ਲੀਡਰ ਹੈ ਉਹ ਸ਼ਰੇਆਮ ਇਹ ਗੱਲ ਕਹਿੰਦਾ ਕਿ ਅਸੀਂ 2000 ਮਾਰੇ ਸੀ ਤੇ 3 ਲੱਖ ਮਾਰਾਂਗੇ ਔਰ ਚੀਫ ਮਿਨਿਸਟਰ ਦਾ ਸਿਰ ਵੱਢਣ ਦੀ ਗੱਲ ਕਰਦਾ, ਉਦੋਂ ਭਾਰਤ ਦੇ ਜਿਹੜੇ ਉਹ ਲੋਕ ਆ ਜਿਹੜੇ ਭਾਰਤ ਦੇ ਲੋਕਾਂ ਦੇ ਮਨਾਂ ਦੇ ਵਿੱਚ ਜਾਂ ਜਿਨ੍ਹਾਂ ਦੇ ਪ੍ਰਭਾਵ ਥੱਲੇ ਬਹੁਤ ਸਾਰੇ ਕਰੋੜਾਂ ਲੋਕ ਹੈਗੇ ਆ, ਉਹ ਲੋਕ ਜਿਹੜੇ ਹੈਗੇ ਆ ਇਹੋ ਜਿਹੀ ਜਦੋਂ ਕੋਈ ਘਟਨਾ ਵਾਪਰਦੀ ਆ ਉਸ ਵੇਲੇ ਖੁੱਲ੍ਹ ਕੇ ਸਾਹਮਣੇ ਕਿਉਂ ਨਹੀਂ ਆਉਂਦੇ? ਅਜੀਤ ਜੀ। ਹਰਪ੍ਰੀਤ ਆਪਣਾ ਸਿੰਧ ਸਾਹਿਬ, ਗੱਲ ਮੇਰੀ ਤਾਂ ਉੱਥੀ ਹੈ ਕਿ ਮੇਰਾ ਵਿਚਾਰਧਾਰਾ ਇਹ ਕਹਿੰਦੀ ਹੈ ਕਿ ਜਦੋਂ ਬੇਸ ਹੀ ਸਾਰਾ ਜ਼ਮੀਨ ਔਰ ਬੀਜ ਦੋਵੇਂ ਉਸ ਚੀਜ਼ ਦੀ ਵਾਸਤੇ ਨੇ ਕਿ ਇੱਥੇ ਕਮਿਊਨਲ ਰਾਜਨੀਤੀ ਕੀਤੀ ਜਾਣੀ ਹੈ। ਮੇਰਾ ਖਿਆਲ ਜੀ ਤੁਸੀਂ ਧਿਆਨ ਨਾਲ ਦੇਖੋ, ਸ਼ਾਇਦ ਕੋਈ ਵੀ, ਮੈਨੂੰ ਕੇਰਲਾ ਦੇ ਨਹੀਂ ਪਤਾ ਹੈਗਾ ਕਿ ਉੱਥੇ ਲੈਫਟਿਸਟ ਜਿਹੜੇ ਹੈਗੇ ਉਹ ਕਿਸ ਵਿਚਾਰਧਾਰਾ ਨਾਲ ਚੱਲ ਰਹੇ ਨੇ, ਕਿਉਂਕਿ ਵਿਚਾਰਧਾਰਾ ਜਿਹੜੀ ਆਖੀ ਜਾਂਦੀ ਹੈ ਉਹ ਵਿਚਾਰਧਾਰਾ ਕਈ ਵਾਰ ਗਰਾਊਂਡ ਲੈਵਲ ਤੇ ਉਹਦਾ ਮਤਲਬ ਪਨਪਣਾ ਵੀ ਨਹੀਂ ਹੁੰਦਾ ਹੈਗਾ ਤੇ ਉਹਦਾ ਵਰਤੋਂ ਵੀ ਨਹੀਂ ਵਿਚਾਰਧਾਰਾ ਦੀ ਹੁੰਦੀ।
ਇੱਕ ਲੇਬਲ ਲੱਗ ਜਾਂਦਾ ਤੇ ਉਸ ਤੋਂ ਬਾਅਦ, ਔਰ ਮੈਂ ਇਹ ਵੀ ਨਹੀਂ ਕਹਿੰਦਾ ਕਿ ਉਹ ਕੋਈ ਕਮਿਊਨਲ ਰਾਜਨੀਤੀ ਕਰਦੇ ਨੇ, ਹੋ ਸਕਦਾ ਉਹ ਕਮਿਊਨਲ ਦੂਜੇ ਪਾਸੇ ਵਿਰੋਧੀਆਂ ਕਰਕੇ ਉਹਨਾਂ ਦੀ ਲੜਾਈ ਝਗੜਾ ਹੁੰਦਾ ਹੋਵੇ ਜਾਂ ਮਾਰ ਧਾੜ ਜਾਂ ਕਤਲੋ ਗਾਰਤ ਹੁੰਦੀ ਹੋਵੇ, ਮੈਂ ਉਹ ਦੋਸ਼ ਵੀ ਨਹੀਂ ਲਾਉਂਦਾ। ਪਰ ਉਸ ਆਮ ਸਾਰੇ ਮੁਲਕ ਦੇ ਵਿੱਚ ਜਿਹੜੀ ਕਮਿਊਨਲ ਰਾਜਨੀਤੀ ਹੈ ਕੋਈ ਬਾਹਰ ਨਹੀਂ ਨਿਕਲਦਾ। ਆਪਾਂ ਮੰਨਦੇ ਹਾਂ ਕਿ RSS ਜਿਹੜੀ ਹੈਗੀ ਉਹ ਕਮਿਊਨਲ ਰਾਜਨੀਤੀ ਕਰਦੀ ਹੈ, ਪਰ ਤੁਸੀਂ ਦੱਸੋ 2.5 ਸਾਲ ਹੋ ਗਏ ਨੇ, ਪੌਣੇ 3 ਸਾਲ ਮੋਦੀ ਸਰਕਾਰ ਬਣੀ ਨੂੰ, ਜਿੰਨੀ ਉਹਦੀ ਵਿਰੋਧਤਾ ਹੋਈ ਹੈ ਉਹਦੇ ਵਿੱਚ ਕਿੰਨਾ ਆਰਥਿਕ ਔਰ ਡਿਵੈਲਪਮੈਂਟ ਪੱਖ ਜਿਹੜਾ ਹੈਗਾ ਉਹਦੇ ਮੁੱਦੇ ਉਠਾਏ ਗਏ ਨੇ ਤੇ ਕਿੰਨੇ ਕਮਿਊਨਲ ਉਹਨੂੰ ਸ਼ੋਅ ਕਰਨ ਵਾਸਤੇ ਕਮਿਊਨਲ ਮੁੱਦੇ ਉਠਾਏ ਗਏ ਨੇ। ਮੇਰਾ ਖਿਆਲ ਹੈ ਆਟੇ 'ਚ ਲੂਣ ਡਿਵੈਲਪਮੈਂਟ ਦਾ ਡਿਸਕਸ਼ਨ ਹੋਇਆ ਹੋਊਗਾ ਕਦੇ। ਜਿੰਨੀ ਡਿਸਰਪਸ਼ਨਸ ਹੋਈਆਂ ਪਾਰਲੀਮੈਂਟ ਦੀਆਂ, ਜਿੰਨੀ ਬਾਹਰ ਉਹਦੇ ਤੇ ਦੋਸ਼ਬਾਜ਼ੀ ਹੋਈ ਹੈ, ਸਰਕਾਰਾਂ ਤੇ ਹੁੰਦੀ ਹੈ ਕਿਉਂਕਿ ਸਰਕਾਰ ਮੁਲਕ ਚਲਾਉਣ ਦਾ ਕੰਮ ਜਿਹੜਾ ਹੈਗਾ ਹੁੰਦਾ ਸਰਕਾਰ ਦਾ ਹੁੰਦਾ ਹੈ, ਪਰ ਉਹਦੀ ਜਿਹੜੀ ਆਲੋਚਨਾ ਹੈ ਔਰ ਉਹਦੀ ਜਿਹੜੀ ਇੱਕ ਥ੍ਰੈਡਬੇਅਰ ਇੱਕ ਉਹਦੀ ਪੜਚੋਲ ਕੀਤੀ ਜਾਂਦੀ ਹੈ, ਉਹ ਪੜਚੋਲ ਕਿਹਨਾਂ ਇਸ਼ੂਆਂ ਤੇ ਹੋ ਰਹੀ ਹੈ। ਜਦੋਂ ਤੁਸੀਂ ਸਰਕਾਰ ਨੂੰ ਗੱਲ ਦੇ ਵਿੱਚ ਮੁੱਦੇ ਕਮਿਊਨਲ ਖੜੇ ਕਰਕੇ ਔਰ ਨਿੱਕੀ ਜਿਹੀ ਚੀਜ਼ ਨੂੰ ਬਹੁਤ ਵੱਡੀ ਬਣਾ ਕੇ ਕਰੋਗੇ ਤਾਂ ਉਹਦੇ ਜਵਾਬ ਵੀ ਕਮਿਊਨਲ ਹੋਣਗੇ। ਜੇ ਅੱਜ ਸਰਕਾਰ ਨੂੰ ਉਹਦੇ ਪਾਰਲੀਮੈਂਟ ਦੇ ਵਿੱਚ ਉਹਦੀ ਡਿਵੈਲਪਮੈਂਟ ਦੀ ਜਿਹੜੀ ਹੈਗੀ ਉਹ ਪ੍ਰਾਪਤੀਆਂ ਉਹਨਾਂ ਤੇ ਘੇਰਨ ਲੱਗ ਜਾਣ ਆਪੋਜੀਸ਼ਨ ਤੇ ਉਹ ਕੀ ਕਰਨਗੇ ਕਮਿਊਨਲ ਮੁੱਦਿਆਂ ਨੂੰ? ਉਹਨਾਂ ਨੂੰ ਕਮਿਊਨਲ ਮੁੱਦੇ ਛੱਡ ਕੇ, ਕਮਿਊਨਲ ਅਪਰੋਚ ਛੱਡ ਕੇ ਡਾਇਰੈਕਟਲੀ ਡਿਵੈਲਪਮੈਂਟ ਤੇ ਆਉਣਾ ਪਏਗਾ, ਕਿਉਂਕਿ ਲੋਕਾਂ 'ਚ ਮੈਸੇਜ ਡਿਵੈਲਪਮੈਂਟ ਦਾ ਜਾ ਰਿਹਾ ਹੋਏਗਾ। ਜਦੋਂ ਆਪੋਜੀਸ਼ਨ ਸਾਰੀ ਉਹਨਾਂ ਦੀ ਹਰ ਆਲੋਚਨਾ ਕਰਕੇ ਮੈਸੇਜ ਹੀ ਕਮਿਊਨਲ ਲਾਈਨ ਤੇ ਦੇਣਾ ਚਾਹੁੰਦੇ ਹੈ ਕਿ ਬੰਦਾ ਚੰਗਾ ਹੈ ਕਿ ਮਾੜਾ ਹੈ, ਤਾਂ ਨੇਚਰਲੀ ਜਿਹੜਾ ਐਕਸ਼ਨ ਐਂਡ ਰਿਐਕਸ਼ਨ ਉਸੇ ਲਾਈਨ ਤੇ ਚੱਲਦਾ, ਕਿਉਂਕਿ ਉਹਦਾ ਕਾਰਨ ਇਹ ਹੈ ਕਿ ਡਿਵੈਲਪਮੈਂਟ ਦੇ ਆਧਾਰ ਦੇ ਉੱਤੇ ਕਾਂਗਰਸ ਪਾਰਟੀ ਦੇ 10 ਸਾਲਾਂ ਦੇ ਰਾਜ ਵਿੱਚ ਉਹਨਾਂ ਦੇ ਬਸਤੇ 'ਚ ਕੁਝ ਨਹੀਂ ਸੀ, ਬਸਤਾ ਖਾਲੀ। ਉਹ ਗੱਲ ਦੇ ਵਿੱਚ ਕਮਿਊਨਲ ਲਾਈਨ ਤੇ ਹੀ ਆਲੋਚਨਾ ਹੁੰਦੀ ਹੈ, ਕਮਿਊਨਲ ਸਵਾਲ ਖੜੇ ਜਾਂਦੇ ਨੇ, ਕਮਿਊਨਲ ਦੂਸ਼ਣਬਾਜ਼ੀ ਹੋ ਰਹੀ ਹੈ। ਜਦੋਂ ਮਾਹੌਲ ਹੀ ਸਾਰਾ ਇਹ ਹੋਏਗਾ ਤਾਂ ਬੜਾ ਸੌਖਾ ਹੋ ਜਾਂਦਾ ਕਮਿਊਨਲ ਲਾਈਨ ਤੇ ਜਿਹੜੀ ਗੱਲ ਕਰਨੀ। ਠੀਕ ਹੈ, ਮੋਦੀ ਤੇ ਭਾਜਪਾ RSS ਦੋਸ਼ੀ ਹੋ ਸਕਦੇ ਨੇ ਕਿਉਂਕਿ ਉਹ ਕਮਿਟਡ ਤੌਰ ਤੇ ਉਹ ਕਹਿੰਦੇ ਜੀ ਅਸੀਂ ਇੱਕ ਹਿੰਦੂਤਵਾ ਪਾਰਟੀ ਹੈ, ਪਰ ਜਿਹੜੇ ਹਿੰਦੂਤਵਾ ਨਹੀਂ, ਜਿਹੜੇ ਕਮਿਊਨਲ ਨਹੀਂ, ਜਿਹੜੇ ਬਿਲਕੁਲ ਨਿਰਪੱਖ ਤੌਰ ਤੇ ਉਹ ਧਰਮ ਨਿਰਪੇਖ ਨੇ, ਉਹਨਾਂ ਨੂੰ ਤਾਂ ਉਸ ਦਲਦਲ ਚੋਂ ਨਿਕਲ ਕੇ ਗੱਲ ਕਰਨੀ ਚਾਹੀਦੀ ਹੈ। ਉਹ ਵੀ ਕੋਈ ਦਲਦਲ ਚੋਂ ਨਿਕਲ ਨਹੀਂ ਰਹੇ ਹੈਗੇ। ਅੱਜ ਦੇ ਦਿਨ ਸਿਨੈਰੀਓ ਬਹੁਤ ਗਲਤ ਹੋਇਆ ਉੱਥੇ, ਕਿਉਂਕਿ ਰਾਜਨੀਤੀ ਦਾ ਮਤਲਬ ਰਹਿ ਗਈ ਕਮਿਊਨਲ ਹੇਟਰੇਡ, ਕਮਿਊਨਲ ਸਵਾਲ ਰਹਿ ਗਏ ਨੇ, ਕਮਿਊਨਲ ਜਿਹੜੇ ਹੈਗੇ ਮੁੱਦੇ ਚੁੱਕ ਕੇ ਉਹਨਾਂ ਨੂੰ ਭੜਕਾਉਣਾ ਰਹਿ ਗਿਆ। ਮੇਰਾ ਖਿਆਲ ਹੈ, ਮੈਨੂੰ ਨਹੀਂ ਲੱਗਦਾ ਕਿ ਆਟੇ ਤੇ ਲੂਣ ਤੋਂ ਬਿਨਾਂ ਜ਼ਿਆਦਾ ਕੋਈ ਡਿਵੈਲਪਮੈਂਟ ਦੇ ਮੁੱਦੇ ਦੀ ਗੱਲ ਕੀਤੀ ਹੋਈ ਹੋਵੇ। ਜੇ ਡੀਮੋਨੇਟਾਈਜੇਸ਼ਨ ਦੀ ਗੱਲ ਹੋਈ ਹੈ, ਠੀਕ ਹੈ, ਕਾਫੀ ਲੋਕਾਂ ਦਾ ਉਹਦੇ 'ਚ ਨੁਕਸਾਨ ਹੋਇਆ ਹੈ, ਪਰ ਉਹਦੀ ਜਿਹਨੂੰ ਕਹਿੰਦੇ ਆ ਵੀ ਪੂਰੀ ਚੀਰ ਫਾੜ ਕਰਕੇ ਵੀ ਨਹੀਂ ਸਾਹਮਣੇ ਲਿਆਂਦੀ ਗਈ ਹੈਗੀ। ਉਹ ਮੁੱਦੇ ਜਿਹੜੇ ਉਹਦੇ ਸਿਸਟਮ ਦੇ ਨਾਲ ਸੰਬੰਧਿਤ ਹੈ, ਪ੍ਰੋਸੀਜਰਲ ਮੁੱਦੇ ਚੱਕ ਕੇ ਕਿਤੇ ਗਲਤੀ ਕੱਢਣ ਦੀ ਕੋਸ਼ਿਸ਼ ਕੀਤੀ ਗਈ ਹੈ, ਇਸ ਤੋਂ ਅੱਗੇ ਜਾ ਕੇ ਨਹੀਂ ਹੋਇਆ। ਅੱਜ ਕਿਸਾਨਾਂ ਦੀ ਗੱਲ ਹੈ, ਕਿਆ ਕਿਸਾਨਾਂ ਦੀ ਹਾਲਤ 2.5 ਸਾਲ 'ਚ ਤਾਂ ਨਹੀਂ ਹੋਈ ਹੈਗੀ ਬੁਰੀ, ਪਰ ਉਹਦੇ ਤੇ ਕੋਈ ਗੱਲ ਨਹੀਂ ਹੈਗਾ, ਕੋਈ ਉਹਨਾਂ ਦੇ ਭਾਵਾਂ ਬਾਰੇ, ਜਿਨਸਾਂ ਦੇ ਬਾਰੇ ਗੱਲ ਨਹੀਂ ਹੋ ਰਹੀ। ਦੱਸੋ ਕਿਸੇ ਆਪੋਜੀਸ਼ਨ ਪਾਰਟੀ ਨੇ ਸਟੇਜ ਤੇ ਵੋਟਾਂ ਲੈਣ ਵਾਸਤੇ ਗੱਲ ਕੀਤੀ ਹੋਊਗੀ, ਪਰ ਕੋਈ ਥੀਸਿਸ ਸਾਹਮਣੇ ਰੱਖਿਆ ਹੋਵੇ ਕਿ ਆਹ ਕੁਝ ਕਰਨਾ ਚਾਹੀਦਾ, ਕੋਈ ਪਾਲਿਸੀ ਸਾਹਮਣੇ ਰੱਖੀ ਹੋਵੇ, ਕਿਉਂਕਿ ਪਾਲਿਸੀ ਸਾਹਮਣੇ ਤਾਂ ਰੱਖਣ ਜੇ ਉਹਨਾਂ ਨੇ ਪਹਿਲਾਂ ਆਪ ਕੁਝ ਕੀਤਾ ਹੋਵੇ। ਸੋ ਕਮਿਊਨਲ ਪੋਲਿਟਿਕਸ ਦੀ ਇੰਨੀ ਦਲਦਲ ਦੇ ਵਿੱਚ ਮੁਲਕ ਫਸ ਗਿਆ ਹੈ। ਮੇਰਾ ਖਿਆਲ ਹੈ ਸਾਰੇ ਜੇ ਪਾਰਟੀਆਂ ਰਲ ਕੇ ਨਹੀਂ ਕੰਮ ਕਰਦੀਆਂ ਤਾਂ ਫਿਰ ਜਿਵੇਂ ਕੋਈ ਰੈਵੋਲੂਸ਼ਨਰੀ ਚੇਂਜ ਅੱਤ ਤੇ ਜਾ ਕੇ ਹੋਇਆ ਕਰਦੀ ਹੈ, ਉਹ ਸ਼ਾਇਦ ਹਿੰਦੁਸਤਾਨ 'ਚ ਹੋਵੇ, ਅਦਰਵਾਈਜ਼ ਕੋਈ ਚੰਗੀ ਮਤਲਬ ਰਾਜਨੀਤਿਕ ਮੋੜ ਆਉਣ ਦੀ ਸੰਭਾਵਨਾ ਅਜੇ ਮੈਨੂੰ ਨਹੀਂ ਲੱਗਦੀ ਹੈਗੀ ਜੀ। ਸ਼ਬਦੀਪ ਜੀ, ਗੋਆ ਤੋਂ RSS ਕਹਿੰਦੀ ਹੈ ਕਿ ਜਿਹੜੀ ਕੇਰਲਾ ਸਰਕਾਰ ਹੈ CPIM ਦੀ, ਉਹ ਇਸਲਾਮਿਕ ਸਟੇਟ ਦੇ ਜਿਹਾਦੀਆਂ ਨਾਲ ਮਿਲ ਕੇ ਜਿਹੜੀ ਹੈਗੀ ਆ ਉਹ ਕੰਮ ਕਰ ਰਹੀ ਹੈ। ਪਹਿਲੀ ਵਾਰ ਨਹੀਂ ਹੋਇਆ ਕਿ ਕਿਸੇ ਹਿੰਦੂਤਵਵਾਦੀ ਪਾਰਟੀ ਵੱਲੋਂ ਜਾਂ RSS ਵੱਲੋਂ ਜਾਂ BJP ਵੱਲੋਂ ਜਿਹੜਾ ਵੀ ਉਹਨਾਂ ਦਾ ਵਿਰੋਧੀ ਹੈ ਉਹਦੇ ਉੱਪਰ ਇਹ ਇਲਜ਼ਾਮ ਨਾ ਲਾਇਆ ਹੋਵੇ ਕਿ ਉਹ ਦੇਸ਼ ਦਾ ਵਿਰੋਧੀ ਹੈ, ਉਹ ਗਿੱਦਾਰ ਹੈ। ਉਹ CPIM ਨੂੰ ਵੀ
ਚਾਹੇ ਉਹ ਕਿਸੇ ਇੱਕ ਵੀਡੀਓ ਦੀ ਗੱਲ ਕਰ ਲਈਏ, ਚਾਹੇ ਕਿਸੇ ਸਰਕਾਰ ਦੀ ਗੱਲ ਕਰ ਲਈਏ, ਚਾਹੇ ਕਿਸੇ ਧਾਰਮਿਕ ਗਰੁੱਪ ਦੀ ਗੱਲ ਕਰ ਲਈਏ, ਜਦੋਂ ਵੀ ਹਿੰਦੂਤਵ ਦੇ ਖਿਲਾਫ ਜਾਂ ਹਿੰਦੂਤਵ ਮਾਫ ਕਰਨਾ ਹਿੰਦੂਤਵ ਜਿਹੜਾ ਦਾ ਇੱਕ ਏਜੰਡਾ ਹੈ RSS ਦਾ, ਉਹਦੇ ਖਿਲਾਫ ਬੋਲਣ ਦੀ ਕੋਸ਼ਿਸ਼ ਕਰਦਾ, ਉਹਨੂੰ ਟੈਰੋਰਿਜ਼ਮ ਦੇ ਨਾਲ ਜੋੜ ਦਿੱਤਾ ਜਾਂਦਾ। ਇਸੇ ਤਰੀਕੇ ਦੇ ਨਾਲ CPIM ਨੂੰ ਵੀ ਜਿਹੜੀ RSS ਹੈਗੀ ਆ ਉਹ ਇਸਲਾਮਿਕ ਸਟੇਟ ਟੈਰਰਿਜ਼ਮ ਦੇ ਨਾਲ ਜੋੜਨ ਦੀ ਕੋਸ਼ਿਸ਼ ਕਰਦੀ ਪਈ ਆ। ਕੀ ਲੱਗਦਾ ਤੁਹਾਨੂੰ ਕਿ RSS ਜਿਹੜੀ ਹੈਗੀ ਆ ਉਹ ਖੁਦ ਨੂੰ ਜਿਹੜੀ ਹੈਗੀ ਆ ਭਾਰਤ ਦੇ ਲੋਕਾਂ ਦੇ ਸਾਹਮਣੇ ਦੇਸ਼ ਭਗਤ ਦੱਸਣ ਦੀ ਕੋਸ਼ਿਸ਼ ਕਰਦੀ ਆ, ਔਰ ਜਿੰਨੇ ਵੀ ਲੋਕ ਜਿਹੜੇ ਉਹਨਾਂ ਦੇ ਮਨਸੂਬੇ ਹੈਗੇ ਆ ਕਿ ਭਾਰਤ ਦੇ ਵਿੱਚ ਸਾਰਿਆਂ ਨੂੰ ਹਿੰਦੂ ਬਣਾਉਣਾ, ਔਰ ਉਹ ਦਾਅਵੇ ਵੀ ਕਰਦੇ ਆ ਕਿ ਆਉਣ ਵਾਲੇ ਜਿਹੜੇ 20-30 ਸਾਲ ਆ ਉਹਦੇ ਵਿੱਚ ਅਸੀਂ ਪੂਰੇ ਭਾਰਤ ਨੂੰ ਹਿੰਦੂ ਬਣਾ ਦੇਣਾ, ਉਹਦੇ ਜਿਹੜੇ ਉੱਪਰ ਉਹ ਕੰਮ ਕਰਦੀ ਪਈ ਆ, ਜਿਹੜਾ ਉਹਦੇ ਖਿਲਾਫ ਬੋਲਣ ਵਾਲਾ ਉਹਨੂੰ ਉਹ ਟੈਰਰਿਸਟ ਦੱਸਦੀ ਆ। ਕੀ ਲੱਗਦਾ ਤੁਹਾਨੂੰ? ਕੁਲਵੀਰ ਜੀ, ਮੈਂ ਤਾਂ ਬਹੁਤ ਗੱਲ ਸਿੰਪਲ ਤਰੀਕੇ ਦੇ ਨਾਲ ਸਮਝਦਾ ਕਿ ਜਦੋਂ ਮੇਰੇ ਦੇਸ਼ ਦੇ ਵਿੱਚ ਵੱਖ-ਵੱਖ ਧਰਮਾਂ ਦੇ ਲੋਕ ਵੱਸਦੇ ਆ, ਵੱਖ-ਵੱਖ ਕਲਚਰ ਨਾਲ ਸੰਬੰਧਿਤ ਲੋਕ ਵੱਸਦੇ ਨੇ, ਵੱਖ-ਵੱਖ ਭਾਸ਼ਾਵਾਂ ਵਾਲੇ ਲੋਕ ਵੱਸਦੇ ਨੇ, ਮੇਰੇ ਦੇਸ਼ ਦੇ ਸਾਰੇ ਹਿੰਦੂ ਵੱਖੋ ਵੱਖਰੇ ਸੂਬਿਆਂ ਦੇ ਵਿੱਚ ਇੱਕੋ ਤਰ੍ਹਾਂ ਦੇ ਹਿੰਦੂ ਨਹੀਂ ਹੈ। ਬੰਗਾਲੀ ਹਿੰਦੂ ਦਾ ਮਾਸ ਮੱਛੀ ਬਿਨਾਂ ਸਰਦਾ ਨਹੀਂ ਆ, ਕਿੰਨੇ ਹਿੰਦੂ ਨੇ ਜਿਹਨਾਂ ਨੂੰ ਆਂਡੇ ਨੂੰ ਹੱਥ ਲਾਉਂਦਿਆਂ ਵੀ ਤਕਲੀਫ ਹੁੰਦੀ ਹੈ। ਇਹ ਜਿਹੜੇ ਅਲੱਗ-ਅਲੱਗ ਤਰ੍ਹਾਂ ਦੇ ਜਦੋਂ ਮੇਰੇ ਦੇਸ਼ ਦੇ ਵਿੱਚ ਲੋਕਾਂ ਦੀਆਂ ਮਾਨਤਾਵਾਂ ਨੇ, ਤਾਂ ਮੇਰੇ ਦੇਸ਼ ਦੀ ਦੇਸ਼ ਭਗਤੀ ਇਹਨਾਂ ਮਾਨਤਾਵਾਂ ਤੋਂ ਕਿਸੇ ਇੱਕ ਮਾਨਤਾ ਨੂੰ ਸਿਖਰ ਦੇ ਉੱਤੇ ਖੜੀ ਕਰਕੇ ਸਥਾਪਿਤ ਨਹੀਂ ਕੀਤੀ ਜਾ ਸਕਦੀ। ਮੇਰੇ ਦੇਸ਼ ਦੇ ਵਿੱਚ ਅਸਲੀ ਰਾਸ਼ਟਰਵਾਦੀ ਉਹੀ ਹੋਏਗਾ ਜਿਹੜਾ ਇਸ ਦੇਸ਼ ਦੀ ਜਿਹੜੀ ਵਿਭਿੰਨਤਾ ਵਾ ਉਹਦੇ ਉੱਤੇ ਇਤਬਾਰ ਕਰਦਾ ਹੋਏਗਾ, ਜਿਹੜਾ ਮੇਰੇ ਦੇਸ਼ ਦੀ ਬਹੁ ਕੌਮੀਅਤ ਹੋਂਦ ਦੇ ਉੱਤੇ ਵਿਸ਼ਵਾਸ ਕਰਦਾ ਹੋਵੇਗਾ। ਮੇਰੇ ਲਈ ਦੇਸ਼ ਭਗਤ ਉਹ ਹੈ। ਔਰ ਜਦੋਂ RSS ਇਹਨਾਂ ਚੀਜ਼ਾਂ ਦੇ ਵਿੱਚ ਵਿਸ਼ਵਾਸ ਨਹੀਂ ਕਰਦੀ, ਸਭ ਨੂੰ ਹਿੰਦੂਤਵ ਦੇ ਇੱਕ ਛਤਰੀ ਦੇ ਹੇਠ ਲਿਆਉਣਾ ਚਾਹੁੰਦੀ ਹੈ, ਤਾਂ ਮੇਰੇ ਲਈ ਉਹ ਦੇਸ਼ ਭਗਤੀ ਬਿਲਕੁਲ ਵੀ ਨਹੀਂ ਬਣਦੀ। ਮੇਰੇ ਲਈ ਉਹ ਇੱਕ ਤਰ੍ਹਾਂ ਦਾ ਨਾਲ ਰਾਸ਼ਟਰ ਧਰੋਹ ਆ। ਪਰ ਗੱਲ ਇਹਦੇ ਬਿਲਕੁਲ ਉਲਟ ਵਾਪਰੂਗੀ। ਜੇ ਮੈਂ ਲੋਕਾਂ ਦੀਆਂ ਜਿਹੜੀਆਂ ਭਾਵਨਾਵਾਂ ਨਾ ਹੋਣਗੀਆਂ ਉਹਨਾਂ ਦੀ ਗੱਲ ਕਰਾਂਗਾ ਤਾਂ ਉਲਟਾ ਰਾਸ਼ਟਰ ਧਰੋਹੀ ਦਾ ਇਲਜ਼ਾਮ ਮੇਰੇ ਉੱਤੇ ਆ ਕੇ ਲੱਗੇਗਾ, ਕਿਉਂਕਿ ਦੇਸ਼ RSS ਦੀ ਰਣਨੀਤੀ ਤੇ ਨੀਤੀ ਦੇ ਨਾਲ ਚੱਲ ਰਿਹਾ, ਉਹਦੀ ਅਗਵਾਈ ਨਰਿੰਦਰ ਮੋਦੀ ਜੀ ਕਰ ਰਹੇ ਨੇ। ਰਾਸ਼ਟਰਵਾਦ ਪਿਛਲੇ 2.5 ਸਾਲਾਂ ਹੀ ਕਿਉਂ ਸਭ ਤੋਂ ਜ਼ਿਆਦਾ ਚਰਚਾ ਦਾ ਵਿਸ਼ਾ ਬਣਿਆ, ਮੈਂ ਇਸ ਪਾਸੇ ਜਾਣ ਦੀ ਜ਼ਰੂਰਤ ਨਹੀਂ ਸਮਝਦਾ, ਸਾਰੀ ਦੁਨੀਆ ਜਾਣਦੀ ਹੈ। ਇੱਕ ਗੱਲ ਮੈਂ ਹੋਰ ਕਹਿਣੀ ਚਾਹੁੰਦਾ, ਮੈਂ ਸ਼ੁਰੂਆਤੀ ਕਮੈਂਟ ਦੇ ਵਿੱਚ ਗੱਲ ਕੀਤੀ ਸੀ ਕਿ ਅੰਗਰੇਜ਼ਾਂ ਨੇ ਸਾਡੇ ਦੇਸ਼ ਦੇ ਵਿੱਚ ਕਿਹਨਾਂ ਲੋੜਾਂ ਦੇ ਲਈ ਸਾਡੇ ਲੋਕਾਂ ਨੂੰ ਪਾੜੋ ਤੇ ਰਾਜ ਕਰੋ ਦੀ ਨੀਤੀ ਨੂੰ ਉਭਾਰਨ ਦਾ ਯਤਨ ਕੀਤਾ, ਕਿਵੇਂ RSS ਨੂੰ ਸਪੋਰਟ ਕੀਤੀ, ਕਿਵੇਂ RSS ਨੇ ਬ੍ਰਿਟਿਸ਼ ਨੂੰ ਸਪੋਰਟ ਕੀਤੀ, ਕਿਵੇਂ ਬਾਕੀਆਂ ਮੈਂ ਸਾਰਿਆਂ ਦੀਆਂ ਗੱਲਾਂ ਰਿਪੀਟ ਨਹੀਂ ਕਰਦਾ। ਮੈਂ ਬਹੁਤ ਸਿੰਪਲ ਗੱਲ ਇਹ ਕਹਿਣਾ ਕਿ ਜਦੋਂ ਦੇਸ਼ ਆਜ਼ਾਦ ਹੋਇਆ, ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਪੰਡਿਤ ਜਵਾਹਰ ਲਾਲ ਨਹਿਰੂ ਨੇ ਮਿਕਸਡ ਇਕਨੋਮੀ ਦੇ ਨਾਂ ਤੇ ਸਮਾਜਵਾਦ ਦੀ ਸਥਾਪਨਾ ਦਾ ਨਾਅਰਾ ਦੇ ਦਿੱਤਾ। ਹਾਲਾਂਕਿ ਸਮਾਜਵਾਦ ਉਹਨਾਂ ਦਾ ਕਦੇ ਵੀ ਏਜੰਡਾ ਨਹੀਂ ਸੀ। ਸਮਾਜਵਾਦ ਦਾ ਤੁਸੀਂ ਨਾਅਰਾ ਦੇ ਰਹੇ ਹੋ, ਪਰ ਦੇਸ਼ ਦੇ ਵਿੱਚ ਵੱਡੀ ਸਰਮਾਏਦਾਰੀ ਵਿਕਸਿਤ ਹੋ ਰਹੀ ਹੈ, ਔਰ ਵੱਡੀ ਸਰਮਾਏਦਾਰੀ ਵਿਕਸਿਤ ਹੋਣ ਦੇ ਨਾਲ ਮਜ਼ਦੂਰਾਂ ਕਿਸਾਨਾਂ ਦਾ ਨੁਕਸਾਨ ਹੋ ਰਿਹਾ ਵਾ, ਤਾਂ ਫਿਰ ਤੁਹਾਡੇ ਲਈ ਇਹ ਜ਼ਰੂਰੀ ਬਣ ਜਾਂਦਾ ਹੈ ਕਿ ਤੁਸੀਂ ਉਹਨਾਂ ਮੁੱਦਿਆਂ ਨੂੰ ਡਿਲੂਟ ਕਰ ਦਿਓ ਜਿਨ੍ਹਾਂ ਦੇ ਨਾਲ ਮਜ਼ਦੂਰ ਜਮਾਤ ਤੇ ਕਿਸਾਨੀ ਇਸ ਮੁੱਦੇ ਦੇ ਉੱਤੇ ਇਕੱਠੀ ਹੋ ਸਕਦੀ ਹੈ ਕਿ ਸਾਨੂੰ ਗਰੀਬ ਰੱਖਿਆ ਜਾ ਰਿਹਾ ਸਮਾਜਵਾਦ ਦੇ ਨਾਂ ਦੇ ਉੱਤੇ। ਇੰਦਰਾ ਗਾਂਧੀ ਗਰੀਬੀ ਹਟਾਓ ਦਾ ਨਾਅਰਾ ਦਿੰਦੀ ਹੈ, ਪਰ ਦੇਸ਼ ਦੇ ਵਿੱਚ ਅਮੀਰੀ ਵੱਧ ਰਹੀ ਹੈ। ਇਸ ਕਰਕੇ ਇੰਦਰਾ ਗਾਂਧੀ ਨੂੰ ਜ਼ਰੂਰਤ ਪੈ ਸਕਦੀ ਹੈ ਕਿ ਉਹ ਪੰਜਾਬ ਦੇ ਵਿੱਚ ਧਰਮ ਦਾ ਇਸਤੇਮਾਲ ਕਰੇ, ਦੂਸਰੀਆਂ ਥਾਵਾਂ ਦੇ ਉੱਤੇ ਧਾਰਮਿਕ ਲੋਕਾਂ ਨੂੰ ਆਪਣੇ ਨਾਲ ਜੋੜੇ, ਜਾਤੀ ਦਾ ਇਸਤੇਮਾਲ ਕਰੇ। ਜੇ ਫਾਈਨਲੀ ਅਸੀਂ ਨਰਿੰਦਰ ਮੋਦੀ ਤੇ ਆ ਜਾਈਏ, ਵਿਚਲੇ ਸਾਰੇ ਵਰਤਾਰੇ ਨੂੰ ਛੱਡ ਦਈਏ, ਕਿਉਂਕਿ ਉਹਦੇ ਨਾਲ ਕੋਈ ਬਹੁਤ ਜ਼ਿਆਦਾ ਫਰਕ ਨਹੀਂ ਪੈਂਦਾ ਨਹਿਰੂ ਤੋਂ ਰਾਜੀਵ ਤੱਕ। ਤੇ ਜਦੋਂ ਸਾਡੇ ਦੇਸ਼ ਦਾ ਪ੍ਰਧਾਨ ਮੰਤਰੀ ਇਹ ਕਹਿੰਦਾ ਕਿ ਜਦੋਂ ਮੇਰਾ ਰਾਜ ਆ ਜਾਏਗਾ 15 ਲੱਖ ਰੁਪਈਆ ਹਰ ਬੰਦੇ ਦੇ ਖਾਤੇ 'ਚ ਚਲਾ ਜਾਵੇਗਾ, ਮਤਲਬ ਹਰ ਬੰਦੇ ਨੂੰ 15 ਲੱਖ ਦਾ ਫਾਇਦਾ ਹੋਏਗਾ। ਕਾਲਾ ਧਨ ਦੇਸ਼ ਦੇ ਵਿੱਚ ਵਾਪਸ ਆ ਰਿਹਾ, ਕਾਲਾ ਧਨ ਦੇਸ਼ ਦੇ ਵਿੱਚ ਵਾਪਸ ਆਉਂਦਾ ਨਹੀਂ। ਕਾਲਾ ਧਨ ਜਦੋਂ ਵਾਪਸ ਨਹੀਂ ਆਉਂਦਾ, ਉਹਨੂੰ ਖੁਦ ਉਹਦੇ ਪਾਰਟੀ ਦੇ ਪ੍ਰਧਾਨ ਵੱਲੋਂ ਚੋਣ ਜੁਮਲਾ ਕਹਿਣਾ ਪੈਂਦਾ, ਤਾਂ ਉਸ ਸਿਚੁਏਸ਼ਨ ਦੇ ਵਿੱਚ ਤੁਹਾਡੇ ਕੋਲੇ ਕੋਈ ਚਾਰਾ ਨਹੀਂ ਬਚਦਾ ਕਿ ਤੁਸੀਂ ਇੱਕ ਜਾਲੀ ਕਿਸਮ ਦੇ ਰਾਸ਼ਟਰਵਾਦ ਦੇ ਨਾਂ ਦੇ ਉੱਤੇ ਦੇਸ਼ ਦੇ ਵਿੱਚ ਲੋਕਾਂ ਨੂੰ ਵੰਡਣ ਦਾ ਯਤਨ ਕਰੋ। ਇਹ ਪਹਿਲੀ ਵਾਰ ਵਾਪਰਿਆ ਕਿ ਸਰਜੀਕਲ ਸਟ੍ਰਾਈਕ ਕਰਕੇ ਉਹਦਾ ਪੋਲੀਟੀਕਲ ਲਾਹਾ ਲੈਣ ਦਾ ਯਤਨ ਕੀਤਾ ਜਾਵੇ। ਇਹ ਪਹਿਲੀ ਵਾਰ ਵਾਪਰਿਆ ਦੇਸ਼ ਦੇ ਵਿੱਚ ਕਿ ਨੋਟਬੰਦੀ ਕਰਕੇ ਬਿਨਾਂ ਕਿਸੇ ਤਿਆਰੀ ਤੋਂ ਉਹਦਾ ਜਿਹੜਾ ਲੋਕਾਂ ਦੇ ਉੱਤੇ ਦਬਾਅ ਪਾ ਦਿੱਤਾ ਜਾਵੇ 3 ਕਰੋੜ ਲੋਕਾਂ ਨੂੰ। ਇਹ ਮੈਂ ਨਹੀਂ ਕਹਿ ਰਿਹਾ, ਇਹ RSS ਦੀ ਭਾਰਤੀ ਮਜ਼ਦੂਰ ਸੰਘ ਕਹਿ ਰਿਹਾ
ਕਿ 3 ਕਰੋੜ ਲੋਕਾਂ ਨੂੰ ਰੁਜ਼ਗਾਰ ਤੋਂ ਉਤਾਰ ਦਿੱਤਾ ਗਿਆ ਇਸ ਪੂਰੇ ਨੋਟਬੰਦੀ ਦੇ ਸਿਲਸਿਲੇ ਦੇ ਵਿੱਚ। ਔਰ ਜਦੋਂ 3 ਕਰੋੜ ਲੋਕਾਂ ਨੂੰ ਬਾਹਰ ਕਰ ਦਿੱਤਾ ਤੁਸੀਂ ਰੁਜ਼ਗਾਰ ਦੇ ਵਿੱਚੋਂ, ਜਿਹੜੀ ਸਰਕਾਰ 50 ਦਿਨਾਂ ਦੇ ਵਿੱਚ ਸਭ ਕੁਝ ਕਰਨਾ ਚਾਹੁੰਦੀ ਸੀ, 100 ਦਿਨਾਂ ਬਾਅਦ ਵੀ ਹਾਲਾਤ ਤੁਸੀਂ ਅੱਜ ਦੀ ਤਰੀਕ ਦੇ ਵਿੱਚ ਵੀ ਨਾਰਮਲ ਨਹੀਂ ਕਹਿ ਸਕਦੇ। ਤੇ ਜਿਹੜੀ ਚੀਜ਼ ਨਾਰਮਲ ਨਹੀਂ ਹੋ ਸਕੀ, ਜਦੋਂ ਤੁਸੀਂ ਇਹ ਚੀਜ਼ਾਂ ਨਹੀਂ ਕਰ ਸਕੇ, 2 ਕਰੋੜ ਰੁਜ਼ਗਾਰ 1 ਸਾਲ ਦੇ ਵਿੱਚ ਦੇਣਾ ਸੀ, ਸਰਕਾਰ ਦੇ ਅੰਕੜੇ ਕਹਿੰਦੇ ਨੇ 1 ਸਾਲ ਦੇ ਵਿੱਚ 1.5 ਲੱਖ ਰੁਜ਼ਗਾਰ ਭਾਰਤ ਸਰਕਾਰ ਜਿਹੜਾ ਉਹ ਕ੍ਰੀਏਟ ਕਰ ਸਕੀ ਹੈ। ਔਰ 1.5 ਲੱਖ ਰੁਜ਼ਗਾਰ ਕ੍ਰੀਏਟ ਕਰਨ ਵਾਲੀ ਸਰਕਾਰ ਇੱਕੋ ਨੋਟਬੰਦੀ ਦੇ ਝਟਕੇ ਨਾਲ 3 ਕਰੋੜ ਨੂੰ ਰੁਜ਼ਗਾਰ ਤੋਂ ਬਾਹਰ ਕਰ ਦਿੰਦੀ ਹੈ। ਤਾਂ ਫਿਰ ਮੈਨੂੰ ਦੱਸੋ ਤੁਹਾਡੇ ਕੋਲ ਚਾਰਾ ਕੀ ਬਚਦਾ ਇਸ ਦੇਸ਼ ਦੇ ਵਿੱਚ, ਜੇ ਤੁਸੀਂ ਸੱਚਮੁੱਚ ਆਪਣੇ ਰਾਜ ਨੂੰ ਕਰਨਾ ਚਾਹੁੰਦੇ ਹੋ। ਔਰ ਇਹਦੇ ਵਿੱਚ ਡਿਵੈਲਪਮੈਂਟ ਦੀ ਸੰਭਾਵਨਾ ਕਿੱਥੋਂ ਜਾਗ ਸਕਦੀ ਹੈ? ਡਿਵੈਲਪਮੈਂਟ ਦੇ ਨਾਅਰੇ ਲਾਏ ਜਾ ਸਕਦੇ ਆ, ਪਰ ਦੇਸ਼ ਨੂੰ ਗਾਂ ਦੇ ਨਾਂ ਦੇ ਉੱਤੇ, ਰਾਸ਼ਟਰਵਾਦ ਦੇ ਨਾਂ ਦੇ ਉੱਤੇ, ਇੱਕ ਬੱਚੀ ਦੇ ਛੋਟੇ ਜਿਹੇ ਕਮੈਂਟ ਦੇ ਉੱਤੇ ਪੂਰੀ ਦੀ ਪੂਰੀ ਰਾਜਨੀਤੀ ਨੂੰ ਫਿਕਸ ਕਰਨ ਦਾ ਯਤਨ ਕੀਤਾ ਜਾਂਦਾ। ਤੁਹਾਨੂੰ ਕੀ ਲੱਗਦਾ ਕਿ ਜੇ ਸਾਡੇ ਸਰਕਾਰ ਦੇ ਮੰਤਰੀ ਊਲ ਜਲੂਲ ਕਿਸਮ ਦੇ ਬਿਆਨ ਦੇ ਰਹੇ ਨੇ, ਕੋਈ ਸਾਕਸ਼ੀ ਮਹਾਰਾਜ ਊਲ ਜਲੂਲ ਕਿਸਮ ਦਾ ਬਿਆਨ ਦੇ ਰਿਹਾ, ਤਾਂ ਇਹ ਕਿਤੇ ਪ੍ਰਧਾਨ ਮੰਤਰੀ ਨੂੰ ਪਤਾ ਨਹੀਂ? ਪ੍ਰਧਾਨ ਮੰਤਰੀ ਖੁਦ ਪਾਰਲੀਮੈਂਟ ਦੇ ਵਿੱਚ ਇਸ ਕਿਸਮ ਦੀ ਭਾਸ਼ਾ ਬੋਲ ਦਿੰਦੇ ਨੇ। ਪ੍ਰਧਾਨ ਮੰਤਰੀ ਖੁਦ ਕਬਰਸਤਾਨ ਸ਼ਮਸ਼ਾਨ ਦੀਆਂ ਗੱਲਾਂ ਕਰੀ ਜਾਂਦੇ ਨੇ। ਪ੍ਰਧਾਨ ਮੰਤਰੀ ਖੁਦ ਦੀਵਾਲੀ ਰਮਜ਼ਾਨ ਦੀਆਂ ਗੱਲਾਂ ਕਰੀ ਜਾਂਦੇ ਨੇ। ਜਦੋਂ ਸਾਡੇ ਦੇਸ਼ ਦਾ ਪ੍ਰਧਾਨ ਮੰਤਰੀ ਇਦਾਂ ਕਰ ਰਿਹਾ ਹੋਵੇ, ਔਰ ਇੱਕ ਗੱਲ ਤੁਹਾਨੂੰ ਮੰਨਣੀ ਪੈਗੀ ਕਿ ਅੱਜ ਦੇ ਪੂਰੇ ਇਤਿਹਾਸ ਦੇ ਵਿੱਚ ਇੱਕ ਵੀ ਪ੍ਰਧਾਨ ਮੰਤਰੀ ਇਦਾਂ ਦਾ ਨਹੀਂ ਆਇਆ ਜਿਹਨੇ ਸਿੱਧੇ ਕਿਸੇ ਧਰਮ ਨੂੰ ਅਪੀਲ ਕੀਤੀ ਹੋਵੇ, ਜਿਹਨੇ ਸਿੱਧੇ ਕਿਸੇ ਧਰਮ ਦੇ ਨਾਂ ਦੇ ਉੱਤੇ, ਜਾਤ ਦੇ ਨਾਂ ਤੇ ਇਦਾਂ ਦੀ ਰਣਨੀਤੀ ਖੇਡੀ ਹੋਵੇ। ਪਹਿਲੀ ਵਾਰ ਸਾਡੇ ਦੇਸ਼ ਨੂੰ ਪ੍ਰਧਾਨ ਮੰਤਰੀ ਦੇ ਰੂਪ 'ਚ ਨਰਿੰਦਰ ਮੋਦੀ ਹੀ ਮਿਲੇ ਨੇ, ਜਿਹੜੇ ਖੁਦ ਕਤਾਰਬੰਦੀ ਕਰਦੇ ਨੇ। ਔਰ ਜੇ ਅਸੀਂ ਫਿਰ ਕਹੀਏ ਕਿ ਉਹ ਤਾਂ ਮਜਬੂਰੀ ਆ ਜੀ, ਕਾਂਗਰਸ ਨੇ ਕਰਤਾ, ਉਹ ਤਾਂ ਜੀ ਮਜਬੂਰੀ ਆ ਜੀ, ਫਲਾਣਿਆਂ ਨੇ ਕਰ ਦਿੱਤਾ। ਦੂਸਰੀ ਗੱਲ ਮੈਂ ਇਹ ਕਹਿਣੀ ਚਾਹਾਂਗਾ ਕਿ ਦੇਸ਼ ਦੇ ਵਿੱਚ ਕਸ਼ਮੀਰ ਦੇ ਸਵਾਲ ਨੂੰ ਲੈ ਕੇ, ਕਸ਼ਮੀਰ ਦੇ ਮੁੱਦੇ ਨੂੰ ਲੈ ਕੇ ਲੈਫਟ ਦੀਆਂ ਕੁਝ ਜਥੇਬੰਦੀਆਂ ਕਸ਼ਮੀਰੀ ਟੈਰਰਿਸਟਾਂ ਨੂੰ ਸਪੋਰਟ ਕਰਦੀਆਂ, ਕਸ਼ਮੀਰ ਦੀ ਆਜ਼ਾਦੀ ਦਾ ਸਮਰਥਨ ਕਰਦੀਆਂ, ਪਰ ਸਾਰੇ ਲੈਫਟ ਨੂੰ ਉਹਦੇ ਵਿੱਚ ਵਲੇਟ ਦਿੱਤਾ ਜਾਵੇ, ਇਹ ਬਿਲਕੁਲ ਗਲਤ ਗੱਲ ਆ। ਤੁਸੀਂ ਸੀਪੀਆਈ ਨੂੰ ਉਹਦੇ ਵਿੱਚ ਵਲੇਟ ਨਹੀਂ ਸਕਦੇ, ਉਹ ਤਾਂ ਅੱਧੀ ਕਾਂਗਰਸਵਾਦੀ ਪਾਰਟੀ ਆ। ਤੁਸੀਂ ਸੀਪੀਆਈਐਮ ਨੂੰ ਉਹਦੇ ਵਿੱਚ ਵਲੇਟ ਨਹੀਂ ਸਕਦੇ, ਕਿਉਂਕਿ ਸੀਪੀਆਈਐਮ ਕਸ਼ਮੀਰ ਦੀ ਆਜ਼ਾਦੀ ਦੇ ਰਾਗ ਦੇ ਵਿੱਚ ਸ਼ਾਮਲ ਨਹੀਂ ਹੈ। ਤੁਸੀਂ ਬਹੁਤ ਸਾਰੀਆਂ ਦੂਜੀਆਂ ਈਵਨ ML ਦੀਆਂ ਜਥੇਬੰਦੀਆਂ ਨੂੰ, ਪਾਰਟੀਆਂ ਨੂੰ ਵੀ ਇਹਦੇ ਵਿੱਚ ਨਹੀਂ ਵਲੇਟ ਸਕਦੇ, ਕਿਉਂਕਿ ਉਹਨਾਂ ਦਾ ਏਜੰਡਾ ਬਿਲਕੁਲ ਵੀ ਇਸ ਤਰ੍ਹਾਂ ਦਾ ਨਹੀਂ। ਤੁਸੀਂ ਦੀਪੰਕਰ ਭੱਟਾਚਾਰੀਆ ਦੀ ਸੀਪੀਆਈਐਮ ਨੂੰ ਨਹੀਂ ਵਲੇਟ ਸਕਦੇ, ਪਰ ਅਸੀਂ ਇੱਕੋ ਗੱਲ ਰੱਖੀ ਹੋਈ ਆ ਕਿ ਅਸੀਂ ਹਰ ਇੱਕ ਨੂੰ ਵਲੇਟ ਦੇਣਾ। ਸੀਪੀਆਈ ਨੇ ਜਦੋਂ ਐਮਰਜੈਂਸੀ ਲੱਗੀ ਉਹਦੀ ਸਪੋਰਟ ਕੀਤੀ, ਅਸੀਂ ਇਹ ਕਹੀ ਜਾਣਾ ਸਾਰੇ ਕਾਮਰੇਡਾਂ ਨੇ ਸਪੋਰਟ ਕੀਤੀ। ਇੰਨੀ ਅਕਲ ਜ਼ਰੂਰ ਸਾਨੂੰ ਹੋਣੀ ਚਾਹੀਦੀ ਆ ਕਿ ਅਸੀਂ ਇਤਿਹਾਸ ਨੂੰ ਸਹੀ ਤਰੀਕੇ ਦੇ ਨਾਲ ਵੇਖ ਸਕੀਏ ਤੇ ਲੋਕਾਂ ਸਾਹਮਣੇ ਪੇਸ਼ ਕਰ ਸਕੀਏ। ਆਖਿਰਕਾਰ ਅਸੀਂ ਜੇ ਜ਼ਿੰਮੇਵਾਰੀ ਵਾਲੀ ਥਾਂ ਦੇ ਉੱਤੇ ਬੈਠੇ ਹਾਂ, ਇੱਕ ਚੈਨਲ ਦੇ ਉੱਤੇ ਗੱਲ ਕਰ ਰਹੇ ਹਾਂ, ਤਾਂ ਸਾਨੂੰ ਤੱਥਾਂ ਨੂੰ ਧਿਆਨ ਦੇ ਵਿੱਚ ਜ਼ਰੂਰ ਰੱਖਣਾ ਪਵੇਗਾ। ਮੇਰਾ ਖਿਆਲ ਇਹ ਗੱਲਾਂ ਮੇਰੀਆਂ ਕਾਫੀ ਲੰਬੀਆਂ ਹੋ ਗਈਆਂ, ਮੈਂ ਆਪਣੀ ਗੱਲ ਖਤਮ ਕਰ ਦੂੰ ਜੀ। ਗੱਲ ਮੋਦੀ ਸਾਹਿਬ ਦੀ ਚੱਲੀ ਸੀ। ਜੇ ਆਪਾਂ ਗੱਲ ਕਰੀਏ, ਮੋਦੀ ਸਾਹਿਬ ਨੇ ਕੁਛ ਮਹੀਨੇ ਪਹਿਲਾਂ ਇੱਕ ਬੁੱਕ ਰਿਲੀਜ਼ ਕੀਤੀ ਸੀ, ਜਿਹੜੇ ਭਾਰਤੀ ਜਨ ਸੰਘ ਦੇ ਫਾਊਂਡਰ ਯਾਨੀ RSS ਦੇ ਜਿਹੜੇ ਫਾਊਂਡਰ ਸੀ, ਦੀਨ ਦਿਆਲ ਉਪਾਧਿਆਏ ਜੀ ਦੀ, ਦੀਨ ਦਿਆਲ ਉਪਾਧਿਆਏ ਸੰਪੂਰਨ ਵਿਅੰਗਮय ਕਰਕੇ, ਉਹ ਕਰੀਬ 6000 ਪੇਜਾਂ ਦੀ ਉਹ ਕਿਤਾਬ ਹੈ, ਜਿਹਦੇ ਵਿੱਚ ਉਹਨਾਂ ਦੇ ਐਸੇ ਤੇ ਜਿੰਨੇ ਉਹਨਾਂ ਦੀਆਂ ਭਾਸ਼ਣ ਆ ਉਹ ਉਹਦੇ ਵਿੱਚ ਦਰਜ ਹੈ। ਰਾਜਸਥਾਨ ਦੇ ਵਿੱਚ ਵਸੁੰਧਰਾ ਰਾਜੇ ਜੀ ਦੀ ਸਰਕਾਰ ਨੇ ਉਹ ਜਿਹੜੀ ਕਿਤਾਬ ਹੈਗੀ ਆ ਉਹ ਸਕੂਲਾਂ ਦੇ ਵਿੱਚ ਜਿਹੜੀ ਹੈਗੀ ਆ ਜ਼ਰੂਰੀ ਕਰ ਦਿੱਤੀ ਆ। ਉਹ ਸਕੂਲਾਂ ਦੇ ਵਿੱਚ ਜਿਹੜੀ ਹੈਗੀ ਆ ਉਹ 6000 ਪੇਜਾਂ ਦੀ ਕਿਤਾਬ ਸੈਕੰਡਰੀ ਤੇ ਸੀਨੀਅਰ ਸੈਕੰਡਰੀ ਸਕੂਲਾਂ ਨੂੰ ਖਰੀਦਣ ਵਾਸਤੇ ਕਿਹਾ ਗਿਆ, ਤੇ ਇੱਥੇ ਤੱਕ ਕਿ ਫੰਡ ਵੀ ਜਿਹੜਾ ਸਕੂਲਾਂ ਦੇ ਵਿੱਚ ਸਰਕਾਰੀ ਫੰਡ ਆ ਉਹਨੂੰ ਵਰਤਣ ਦੀ ਗੱਲ ਕੀਤੀ ਗਈ ਆ। 6000 ਪੇਜਾਂ ਦੇ ਵਿੱਚ RSS ਦਾ ਸਾਰਾ ਕਹਿ ਸਕਦੇ ਕਿ ਆਈਡੀਓਲੋਜੀ, ਉਹਦੇ ਏਜੰਡੇ, ਉਹਦੇ ਕੀ ਉਹਨਾਂ ਨੇ ਉਸ ਸਮੇਂ ਦੇ ਦੌਰਾਨ ਉਹਦੇ ਵਿੱਚ ਲਿਖਿਆ ਕਿਹਾ। ਔਰ ਸਾਰਿਆਂ ਨੂੰ ਸਾਨੂੰ ਪਤਾ ਕਿ RSS ਦਾ ਏਜੰਡਾ ਅੱਜ ਦੇ ਦਿਨ ਵਿੱਚ ਵੀ ਕੀ ਆ ਔਰ ਕਦੋਂ ਤੋਂ ਇਹ ਸ਼ੁਰੂ ਹੋਇਆ। ਉਹ ਚੀਜ਼ ਅੱਜ ਜਿਹੜੀ ਹੈਗੀ ਆ ਉਹ ਬੱਚਿਆਂ ਨੂੰ ਪੜ੍ਹਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਆ। ਮੋਦੀ ਸਾਹਿਬ ਨੇ ਬੁੱਕ ਰਿਲੀਜ਼ ਕੀਤੀ, ਰਾਜਸਥਾਨ ਸਰਕਾਰ ਜਿਹੜੀ ਹੈਗੀ ਉਹ ਸਾਰੇ ਸਕੂਲਾਂ ਨੂੰ ਮੰਡੇਟਰੀ ਕਰ ਰਹੀ ਹੈ ਕਿ ਉਹ ਕਿਤਾਬ ਜਿਹੜੀ ਹੈਗੀ ਆ ਬੱਚਿਆਂ ਨੂੰ ਪੜ੍ਹਾਈ ਜਾਵੇ। 6000 ਦੀ ਕਿਤਾਬ ਆ, ਸਕੂਲਾਂ ਨੂੰ 4000 ਵਿੱਚ ਦੇਣ ਦੀ ਗੱਲ ਕੀਤੀ ਜਾ ਰਹੀ ਆ। ਸਿੱਧੇ ਤੌਰ ਦੇ ਉੱਪਰ RSS, ਇੱਕ ਪਾਸੇ RSS ਦੇ ਲੋਕਾਂ ਨੂੰ ਮਾਰਨ ਵਾਸਤੇ ਕਰੋੜਾਂ ਦਾ ਇਨਾਮ ਰੱਖਦੇ ਆ, ਦੂਸਰੀ ਕਮਿਊਨਿਟੀ ਨੂੰ ਕਤਲ ਕਰਕੇ ਆਪਣੀ ਪਿੱਠ ਥਪਥ ਪਾਉਂਦੇ ਆ,
3-3 ਲੱਖ ਲੋਕਾਂ ਦਾ ਸਿਰ ਵੱਢ ਕੇ ਭਾਰਤ ਮਾਤਾ ਦੇ ਗਲ ਵਿੱਚ ਹਾਰ ਪਾਉਣ ਦੀ ਗੱਲ ਕਰਦੇ ਆ। ਔਰ ਉਹਨਾਂ ਦੇ ਫਾਊਂਡਰ ਦੀ ਕਿਤਾਬ ਜਿਹੜੀ ਹੈਗੀ ਆ, ਜਦੋਂ ਇੱਕ ਸਟੇਟ ਦੇ ਵਿੱਚ ਫੋਰਸਫੁਲੀ ਬੱਚਿਆਂ ਨੂੰ ਪੜ੍ਹਾਉਣ ਲਈ ਲਾ ਦਿੱਤੀ ਜਾਂਦੀ ਤਾਂ ਉਹਦੇ ਤੇ ਤੁਹਾਨੂੰ ਕੀ ਲੱਗਦਾ ਸੀਪੀ ਸਿੰਘ ਜੀ? ਲੱਗਦਾ ਕੀ ਹੈ ਕੁਲਵੀਰ ਜੀ, ਇਹ ਇੱਕ ਤੁਸੀਂ ਕਹਿ ਲਓ ਕਿ ਸਟੈਪ ਹੈ ਜਿਹੜਾ ਅਸੀਂ ਪਹਿਲਾਂ ਕਾਫੀ ਦੇਰ ਤੋਂ ਡਿਸਕਸ ਕਰਦੇ ਆਏ ਹਾਂ ਕਿ ਆਰਐਸਐਸ ਆਪਣੀ ਆਈਡੀਓਲੋਜੀ ਪੂਰੀ ਤਰ੍ਹਾਂ ਭਾਰਤ ਦੇ ਵਿੱਚ ਅਪਲਾਈ ਕਰਨਾ ਚਾਹੁੰਦੀ ਹੈ। ਇਹ ਉਸੇ ਦਾ ਇੱਕ ਸਟੈਪ ਹੈ। ਔਰ ਕਿੰਨਾ ਦੇਖੋ ਡਿਫਰੈਂਟ ਲੱਗ ਰਿਹਾ ਔਰ ਕਿੰਨਾ ਮੰਦਭਾਗਾ ਜਿਹਾ ਲੱਗ ਰਿਹਾ ਕਿ ਇੱਕ ਬੰਦੇ ਦੀ ਆਈਡੀਓਲੋਜੀ, ਇੱਕ ਬੰਦੇ ਦੀ ਸੰਸਥਾ ਦੀ ਆਈਡੀਓਲੋਜੀ, ਉਹ ਇੱਕ ਬੰਦੇ ਦੀ ਸੰਸਥਾ ਦੀ ਆਈਡੀਓਲੋਜੀ ਕੀ ਹੈ ਕਿ ਤੁਸੀਂ ਕਿਸੇ ਦਾ ਸਿਰ ਕਲਮ ਕਰਨ ਦੀ ਗੱਲ ਕਰਦੇ ਹੋ। ਉਹ ਅੱਜ ਦੀ ਜਾਂ ਕੱਲ ਦੀ ਘਟਨਾ ਨਹੀਂ ਹੈ। ਤੁਸੀਂ ਹਿਸਟਰੀ 'ਚ ਵੀ ਦੇਖ ਲਓ, ਉਹਨਾਂ ਦੀ ਜਿਹੜੀ ਸਿਸਟਮ ਆਫ ਵਰਕ ਹੈ ਜਾਂ ਜਿਹੜੇ ਉਹਨਾਂ ਦੇ ਵਰਕਰਸ ਵੀ ਕਰਦੇ ਨੇ ਬਿਹੇਵ, ਉਹ ਇਸ ਤਰ੍ਹਾਂ ਦੀ ਰਹੇ ਨੇ, ਵਾਇਲੈਂਟ ਹੀ ਰਹੇ ਨੇ। ਸੋ ਕਿਤੇ ਨਾ ਕਿਤੇ ਅਸੀਂ ਬੱਚਿਆਂ ਨੂੰ ਸ਼ੁਰੂ ਤੋਂ ਉਦਾਂ ਦੀ ਆਈਡੀਓਲੋਜੀ ਪੜ੍ਹਾਉਣ ਦੇ ਵਿੱਚ ਇਨਸ਼ੋਰ ਕਰ ਰਹੇ ਹਾਂ ਕਿ ਉਹ ਬੱਚੇ ਵੀ ਸ਼ੁਰੂ ਤੋਂ ਹੀ ਪੈਦਾ ਹੁੰਦੇ ਹੀ ਉਹਨਾਂ ਦੇ ਮਨ ਦੇ ਵਿੱਚ, ਸਕੂਲ ਦੇ ਵਿੱਚ ਆਉਣਦੇ ਹੀ ਉਹਨਾਂ ਦੇ ਮਨ ਦੇ ਵਿੱਚ ਇਹ ਚੀਜ਼ ਭਰ ਦਿੱਤੀ ਜਾਵੇ। ਸੋ ਇਹ ਮੈਂ ਤਾਂ ਇਹ ਕਹੂੰਗਾ ਕਿ ਇੱਕ ਸਟੈਪ ਹੈ, ਲੇਕਿਨ ਇਹ ਰੋਂਗ ਸਟੈਪ ਹੈ। ਇਹ ਸੇਮ ਬੁੱਕ ਜਿਹੜੀ ਹੈ ਕੁਲਵੀਰ ਜੀ ਚੰਡੀਗੜ੍ਹ ਦੇ ਵਿੱਚ ਰਿਲੀਜ਼ ਕੀਤੀ ਗਈ ਸੀ ਔਰ ਪੱਤਰਕਾਰਾਂ ਵੱਲੋਂ ਕਾਫੀ ਇਹਦੇ ਕੁਐਸਚਨਿੰਗ ਵੀ ਹੋਈ ਸੀ, ਈਵਨ ਕਿ ਉਹਨਾਂ ਨੇ ਰੂਡ ਬਿਹੇਵ ਕਰਕੇ ਸਾਡੇ ਕੁਐਸਚਨਾਂ ਦੇ ਆਨਸਰ ਵੀ ਨਹੀਂ ਦਿੱਤੇ ਸੀ। ਸੋ ਕਿਤੇ ਨਾ ਕਿਤੇ ਥੋਪੀ ਜਾ ਰਹੀ ਹੈ ਇਸ ਚੀਜ਼ ਨੂੰ ਔਰ ਇਹ ਚੀਜ਼ ਗਲਤ ਹੈ। ਤੁਸੀਂ ਦੇਖੋ ਪੂਰੀ ਦੀ ਪੂਰੀ ਆਈਡੀਓਲੋਜੀ, ਉਹਨਾਂ ਦੇ ਐਸੇਜ਼ ਹੈ, ਉਹਦੇ ਵਿੱਚ ਐਸੇਜ਼ ਦੇ ਵਿੱਚ ਮੈਂ ਥੋੜਾ ਜਿਹਾ ਜ਼ਰੂਰ ਪੜ੍ਹਿਆ ਸੀਗਾ, ਡਿਟੇਲ ਦੇ ਵਿੱਚ ਤਾਂ ਨਹੀਂ ਪੜ੍ਹ ਸਕਿਆ ਉਸ ਚੀਜ਼ ਨੂੰ। ਉਹਦੇ ਵਿੱਚ ਕਲੀਅਰ ਹਿੰਦੂਤਵ ਨੂੰ ਜ਼ਿਆਦਾ ਮਹੱਤਵ ਦਿੱਤਾ ਗਿਆ ਔਰ ਇਸੇ ਕਰਕੇ ਸ਼ਾਇਦ ਉਹਨਾਂ ਨੇ ਸਕੂਲਾਂ ਦੇ ਵਿੱਚ ਈਵਨ ਤੁਸੀਂ ਇੱਕ ਪਾਰਟਿਕੂਲਰ ਸਟੇਟ ਦੀ ਗੱਲ ਕੀਤੀ ਹੈ, ਹੋਰ ਵੀ ਮੇਰੇ ਸੁਣਨ ਦੇ ਵਿੱਚ ਆਇਆ ਸੀ ਕਿ 1-2 ਹੋਰ ਸਟੇਟਸ ਵੀ ਉਹਨੂੰ ਲਾਗੂ ਕਰਨ ਜਾ ਰਹੇ ਨੇ। ਸੋ ਕਿਤੇ ਨਾ ਕਿਤੇ ਉਸੇ ਸਟੈਪਸ ਨੂੰ ਫੋਲੋ ਕਰਨ ਦਾ ਇੱਕ ਸਿਸਟਮ ਅਪਣਾਇਆ ਜਾ ਰਿਹਾ ਹੈ ਜਿਹੜਾ ਕਿ ਓਵਰਆਲ ਅਸੀਂ ਸਿਚੁਏਸ਼ਨ ਦੇਖੀਏ ਤਾਂ ਗਲਤ ਹੈ। ਕਿਉਂਕਿ ਏਦਾਂ ਦੀ ਆਈਡੀਓਲੋਜੀ, ਅਗਰ ਮੈਂ ਇਹ ਨਹੀਂ ਕਹਿੰਦਾ ਕਿ ਆਈਡੀਓਲੋਜੀ ਨੂੰ ਅਪਣਾਉਣਾ ਨਹੀਂ ਚਾਹੀਦਾ, ਲੇਕਿਨ ਸਹੀ ਆਈਡੀਓਲੋਜੀ ਨੂੰ ਅਪਣਾਉਣਾ ਚਾਹੀਦਾ। ਜੇ ਅਸੀਂ ਵਾਇਲੈਂਟ ਹੋ ਕੇ ਆਈਡੀਓਲੋਜੀ ਦਿੰਦੇ ਹਾਂ ਕਿਸੇ ਬੱਚੇ ਨੂੰ ਤਾਂ ਉਸ ਕੋਰੇ ਕਾਗਜ਼ ਦੇ ਉੱਪਰ ਉਸੇ ਤਰ੍ਹਾਂ ਦੀ ਚੀਜ਼ ਜਿਹੜੀ ਆ ਉਹ ਛਪ ਜਾਂਦੀ ਹੈ। ਸੋ ਇਸ ਚੀਜ਼ ਨੂੰ ਦੇਸ਼ ਦੇ ਵਿੱਚ ਪਤਾ ਨਹੀਂ ਕਿਉਂ ਗੱਲ ਵੀ ਨਹੀਂ ਉੱਠ ਸਕੀ ਔਰ ਨਾ ਹੀ ਕਿਸੇ ਨੇ ਪ੍ਰੋਪਰ ਤਰੀਕੇ ਨਾਲ ਵਿਰੋਧ ਕੀਤਾ, ਮੇਰੇ ਨੌਲੇਜ ਦੇ ਵਿੱਚ ਤਾਂ ਨਹੀਂ ਹੈਗਾ। ਬਟ ਇਸ ਚੀਜ਼ ਦਾ ਵਿਰੋਧ ਹੋਣ ਦੀ ਬਜਾਏ ਇਸ ਚੀਜ਼ ਨੂੰ ਇੰਪਲੀਮੈਂਟ ਕਰਨ ਲਈ ਜਿਹੜਾ ਸਿੱਖਿਆ ਵਿਭਾਗ ਕਹਿ ਲਓ ਇੱਕ ਪਾਰਟਿਕੂਲਰ ਸਟੇਟ ਦਾ, ਉਸ ਨੂੰ ਇਸ ਚੀਜ਼ ਦੇ ਉੱਪਰ ਜ਼ਰੂਰ ਕੁਐਸਚਨ ਕਰਨੀ ਚਾਹੀਦੀ ਸੀਗੀ ਕਿ ਬੱਚਿਆਂ ਨੂੰ ਕੀ ਪੜਾਇਆ ਜਾ ਰਿਹਾ ਔਰ ਬੱਚਿਆਂ ਨੂੰ ਕਿਸ ਤਰ੍ਹਾਂ ਦੀ ਸਿੱਖਿਆ ਦਿੱਤੀ ਜਾ ਰਹੀ ਹੈ। ਸੋ ਕਿਤੇ ਨਾ ਕਿਤੇ ਆਰਐਸਐਸ ਇਥੋਂ ਇੱਕ ਚੀਜ਼ ਜ਼ਰੂਰ ਕਲੀਅਰ ਹੋ ਜਾਂਦੀ ਹੈ ਅੱਜ ਦੀ ਡਿਬੇਟ ਤੋਂ ਕਿ ਆਰਐਸਐਸ ਜਿਹੜੀ ਹੈ ਉਹ ਆਪਣੀ ਪੂਰੀ ਦੀ ਪੂਰੀ ਆਈਡੀਓਲੋਜੀ ਪੂਰੇ ਦੇ ਪੂਰੇ ਕੰਟਰੀ ਦੇ ਵਿੱਚ ਥੋਪਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਚਾਹੇ ਉਹ ਵਾਇਲੈਂਟ ਰੂਪ ਦੇ ਵਿੱਚ ਹੋਵੇ ਤੇ ਚਾਹੇ ਉਹ ਸਿੱਖਿਆ ਦੇ ਮਾਧਿਅਮ ਦੇ ਵਿੱਚ। ਜੀ ਸਮਾਂ ਇਜਾਜ਼ਤ ਨਹੀਂ ਦੇ ਰਿਹਾ ਹੋਰ, ਪਰ ਇੱਕ ਗੱਲ ਪੱਕੀ ਹੈ ਕਿ ਆਰਐਸਐਸ ਦੇ ਲੋਕਾਂ ਵੱਲੋਂ ਪਹਿਲਾਂ ਵੱਡੀਆਂ ਵੱਡੀਆਂ ਧਮਕੀਆਂ ਭਾਰਤ ਦੇ ਵਿੱਚ ਦੇ ਦੇਣੀਆਂ, ਫਿਰ ਉਹਦੇ ਉੱਪਰ ਅਸੀਂ ਕਈ ਵਾਰੀ ਕਾਰਵਾਈਆਂ ਹੁੰਦੀਆਂ ਵੀ ਦੇਖੀਆਂ। ਸ਼ਰੇਆਮ ਜਿਹੜਾ ਹੈ ਭਾਰਤ ਦੇ ਵਿੱਚ ਜਿਹੜਾ ਹੈਗੇ ਮਾਈਨੋਰਟੀਜ਼ ਨੂੰ ਹਿੰਦੂਤਵਵਾਦੀ ਤਾਕਤਾਂ ਵੱਲੋਂ ਜਿਹੜਾ ਧਮਕਾਉਣਾ ਜਾਰੀ ਹੈ। ਔਰ ਦੂਸਰੇ ਪਾਸਿਓਂ ਜਿਹੜਾ ਕਿਉਂਕਿ ਕੇਂਦਰ ਵਿੱਚ ਉਹਨਾਂ ਦੀ ਸਰਕਾਰ ਹੈ, ਕਈ ਸਟੇਟਾਂ ਦੇ ਵਿੱਚ ਵੀ ਉਹਨਾਂ ਦੀ ਸਰਕਾਰ ਹੈ, ਅਤੇ ਜਿਹੜਾ ਉਹਨਾਂ ਦਾ ਏਜੰਡਾ ਉਹ ਬੱਚਿਆਂ ਦੇ ਦਿਮਾਗਾਂ ਦੇ ਪਾਉਣ ਵਾਸਤੇ ਕਿਤਾਬਾਂ ਅਤੇ ਲੇਖ ਵੀ ਜਿਹੜੇ ਹੈਗੇ ਬੱਚਿਆਂ ਨੂੰ ਉਹਨਾਂ ਦੇ ਪੜ੍ਹਾਏ ਜਾ ਰਹੇ ਨੇ। ਇੱਥੋਂ ਤੱਕ ਕਿ ਜਿਹੜੀ ਹਿਸਟਰੀ ਹੈਗੀ ਆ ਉਹਦੇ ਵਿੱਚ ਚੇਂਜਿਸ ਕਰਕੇ ਵੀ ਉਹਨੂੰ ਤੋੜ ਮਰੋੜ ਕੇ ਜਿਹੜਾ ਪੇਸ਼ ਕੀਤਾ ਜਾ ਰਿਹਾ ਤਾਂ ਕਿ ਜਿਹੜੇ ਜਰਨੈਲ ਨੇ, ਜਿਹੜੇ ਵੱਡੇ ਵੱਡੇ ਲੋਕ ਹੋਏ ਨੇ, ਉਹ ਚਾਹੇ ਕਿਸੇ ਹੋਰ ਧਰਮ ਨਾਲ ਜੁੜੇ ਹੋਏ ਹੋਣ, ਉਹਨੂੰ ਜਿਹੜਾ ਹਿੰਦੂ ਦੱਸ ਕੇ ਲੋਕਾਂ ਦੇ ਜਿਹੜੇ ਬੱਚੇ ਆਉਣ ਵਾਲੀ ਜਨਰੇਸ਼ਨ ਹੈਗੀ ਆ ਉਹਨੂੰ ਹਿੰਦੂਤਵਵਾਦੀ ਪਾਠ ਪੜ੍ਹਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤਾਂ ਕਿ ਜਿਹੜਾ ਏਜੰਡਾ ਹੈ ਆਰਐਸਐਸ ਦਾ ਕਿ ਹਿੰਦੁਸਤਾਨ ਨੂੰ ਹਿੰਦੁਤਵਵਾਦੀ ਜਿਹੜਾ ਰਾਸ਼ਟਰ ਬਣਾਉਣਾ ਉਹਦੇ ਵੱਲ ਕੰਮ ਕੀਤਾ ਜਾ ਸਕੇ, ਜਿਹੜਾ ਮੇਰੇ ਖਿਆਲ ਨਾਲ ਬਹੁਤ ਗੰਭੀਰ ਸਿੱਟੇ ਵੀ ਭਾਰਤ ਦੇ ਵਾਸਤੇ ਲਿਆ ਸਕਦਾ ਔਰ ਬਹੁਤ ਅੱਛੀ ਗੱਲ ਵੀ ਨਹੀਂ ਹੈਗੀ ਭਾਰਤ ਦੇ ਵਾਸਤੇ। ਪਤਾ ਨਹੀਂ ਕਦੋਂ ਜਦੋਂ ਸਾਡੀਆਂ ਜਿਹੜੀਆਂ ਸਰਕਾਰਾਂ ਹੈਗੀਆਂ ਭਾਰਤ ਦੀਆਂ ਉਹ ਜੋ ਕਹਿੰਦੀਆਂ ਕਿ ਸਾਡਾ ਭਾਰਤ ਜਿਹੜਾ ਹੈ ਧਰਮ ਨਿਰਪੱਖ ਦੇਸ਼ ਹੈ ਉਹਦੇ ਉੱਤੇ ਕੰਮ ਕਰਨ ਲੱਗਣੀਆਂ, ਪਰ ਅਜੇ ਤੱਕ ਤੇ ਜਿੰਨੀਆਂ ਵੀ ਸਰਕਾਰਾਂ ਕੇਂਦਰ ਦੇ ਵਿੱਚ ਆਈਆਂ ਉਹਨਾਂ ਵੱਲੋਂ ਜਿਹੜਾ ਹੈ ਉਹ ਆਰਐਸਐਸ ਦਾ ਹੀ ਹਿੰਦੂਤਵਵਾਦੀ ਏਜੰਡਾ ਜਿਹੜਾ ਹੈ ਉਹਨੂੰ ਚੁੱਪ ਚਪੀਤੇ ਅੰਦਰ ਖਾਤੇ ਜਾਂ ਇਸ ਵੇਲੇ ਬੀਜੇਪੀ ਵਾਂਗੂ ਓਪਨਲੀ ਜਿਹੜਾ ਹੈ ਲੋਕਾਂ ਦੇ ਉੱਪਰ ਥੋਪਿਆ ਜਾ ਰਿਹਾ। ਇਸ ਉਮੀਦ ਦੇ ਨਾਲ ਕਿ ਭਾਰਤ ਦੇ ਲੋਕ ਜਿਹੜੇ ਹੈਗੇ ਨੇ ਇਸ ਜਿਹੜੀ ਧਰਮ ਦੀ ਤੇ ਜਾਤ ਪਾਤ ਦੀ ਰਾਜਨੀਤੀ ਜਾਂ ਇਹਨਾਂ ਦੇ ਜਿਹੜੇ ਏਜੰਡੇ ਹੈਗੇ ਪੋਲੀਟੀਕਲ ਲੋਕਾਂ ਦੇ ਉਹਨਾਂ ਤੋਂ ਜਿਹੜੇ ਹੈਗੇ ਜਾਗਰੂਕ ਹੋਣਗੇ ਔਰ ਇਹਨਾਂ ਗੱਲਾਂ ਤੋਂ ਉੱਪਰ ਉੱਠ ਕੇ ਜਿਹੜਾ ਹੈ ਉਹ ਆਪਣਾ ਜਿਹੜਾ ਹੈ ਦੇਸ਼ ਹੈ ਉਹਨੂੰ ਅੱਗੇ ਲੈ ਕੇ ਜਾਣਗੇ। ਇਸ ਦੇ ਨਾਲ ਹੀ ਸਾਡੀ ਪਹਿਲੀ ਗੱਲਬਾਤ ਜਿਹੜੀ ਹੈਗੀ ਇੱਥੇ ਸਮਾਪਤ ਹੁੰਦੀ ਹੈ ਜੀ। ਸ਼ਬਦੀਸ਼ ਜੀ, ਅਜੀਤ ਜੀ, ਪ੍ਰਭਮੀਤ ਜੀ ਤੇ ਸੀਪੀ ਜੀ, ਤੁਹਾਡਾ ਮੇਰੇ ਨਾਲ ਜੁੜਨ ਵਾਸਤੇ ਬਹੁਤ ਬਹੁਤ ਧੰਨਵਾਦ ਤੇ ਪ੍ਰੋਗਰਾਮ ਦੇਖ ਰਹੇ ਸਾਰੇ ਦਰਸ਼ਕਾਂ ਦਾ ਵੀ ਬਹੁਤ ਬਹੁਤ ਧੰਨਵਾਦ ਜੀ। ਇੱਕ ਲੈਨੇ ਆ ਬ੍ਰੇਕ ਛੋਟਾ ਜਿਹਾ ਜੀ।